सो हेलो एवरीवन मेरे वालों ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਆਪਾਂ ਕਰਨ ਜਾ ਰਹੇ ਹਾਂ ਜੈਨੇਟਿਕਸ ਦਾ ਲੈਕਚਰ। ਜੈਨੇਟਿਕਸ ਦਾ ਲੈਕਚਰ ਨੰਬਰ 2 ਹੈ ਤੁਹਾਡਾ। ਆਪਣਾ ਪਹਿਲਾ ਪਾਰਟ ਆ ਚੁੱਕਿਆ, ਜਿਸਨੇ ਪਹਿਲਾ ਪਾਰਟ ਵੇਖਣਾ ਹੈ ਉਹ ਫਰਸਟ ਵੀਡੀਓ ਤੇ ਜਾ ਸਕਦੇ। ਤੇ ਦੂਸਰੀ ਗੱਲ, ਕੱਲ ਦੀ ਕਲਾਸ ਵਿੱਚ ਤੁਹਾਨੂੰ ਇੱਕ ਟੈਕਨੀਕਲ ਪ੍ਰੋਬਲਮ ਕਰਕੇ ਜਿਹੜਾ ਮੈਂ ਲਿਖ ਰਹੀ ਸੀ ਉਹ ਤੁਹਾਨੂੰ ਪਤਾ ਨਹੀਂ ਸੀਗਾ ਚੱਲ ਰਿਹਾ, ਤਾਂ ਕਰਕੇ ਆਪਾਂ ਕੀ ਕਰਾਂਗੇ, ਆਪਾਂ ਜਿਹੜੇ ਆਪਣਾ ਕੰਮ ਹੈ, ਜਿਹੜੇ ਆਪਣਾ ਕੰਮ ਸੀ ਜਿਹੜਾ ਮੈਂ ਲਿਖਿਆ ਸੀ ਉਹ ਤੁਹਾਨੂੰ ਨਹੀਂ ਸੀਗਾ ਪਤਾ ਚੱਲ ਰਿਹਾ। ਜਿਹੜਾ ਮੈਨੂੰ ਲੱਗੇਗਾ ਕਿ ਜਿੱਥੇ ਮੈਨੂੰ ਚੀਜ਼ ਐਕਸਪਲੇਨ ਕਰਨੀ ਸੀ, ਜਿਵੇਂ ਮੈਂ ਲੀਲ ਵਿੱਚ ਤੁਹਾਨੂੰ ਲੋਕੇਸ਼ਨ ਐਕਸਪਲੇਨ ਕਰਨੀ ਸੀ, ਉਹ ਮੈਂ ਸਾਰੀ ਚੀਜ਼ ਇੱਥੇ ਤੁਹਾਡੀ ਰਿਪੀਟ ਕਰਨ ਵਾਲੀ ਹੈ। ਤੇ ਰਿਪੀਟ ਆਪਾਂ ਕਰਾਂਗੇ 15-20 ਮਿੰਟ। ਜਿਹੜਾ ਪੁਰਾਣਾ ਲੈਕਚਰ ਹੈ ਉਹ ਟੈਕਨੀਕਲ ਗਲਿਚ ਕਾਰਨ ਜਿਹੜੀ ਚੀਜ਼ ਆਪਣੀ ਖਰਾਬ ਹੋਈ ਹੈ ਉਹਨੂੰ ਆਪਾਂ ਰਿਵਾਈਜ਼ ਕਰਾਂਗੇ। ਤੇ ਮੈਂ ਤੁਹਾਨੂੰ ਜਿਹੜੇ ਐਗਜ਼ਾਮਪਲਸ ਦੇ ਕੇ ਦੱਸ ਰਹੀ ਸੀ ਉਵੇਂ ਨਹੀਂ ਦੱਸਾਂਗੀ, ਥੋੜਾ ਜਿਹਾ ਫਾਸਟ ਮੋਡ ਵਿੱਚ ਦੱਸਾਂਗੀ। ਤੇ ਉਸ ਤੋਂ ਬਾਅਦ ਜਿਹੜਾ ਆਪਣਾ ਅੱਜ ਦਾ ਟੌਪਿਕ ਹੈ ਫਿਰ ਉਹ ਸ਼ੁਰੂ ਹੋ ਜਾਏਗਾ। ਤਾਂ ਰੈਡੀ ਰਹੋ, ਚੰਗੀ ਤਰ੍ਹਾਂ ਆਪਾਂ ਇਸ ਚੈਪਟਰ ਨੂੰ ਕੰਪਲੀਟ ਕਰਨਾ ਹੈ। ਤੇ ਕਲਾਸ ਨੂੰ ਜ਼ਿਆਦਾ ਤੋਂ ਜ਼ਿਆਦਾ ਲਾਈਕ ਕਰੋ, ਨਾਲੇ ਸ਼ੇਅਰ ਕਰੋ ਤੇ ਨਾਲੇ ਚੈਨਲ ਨੂੰ ਸਬਸਕ੍ਰਾਈਬ ਕਰੋ ਜਿਨਨੇ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ। ਤੇ ਆਪਾਂ ਤੁਹਾਨੂੰ ਦੱਸਿਆ ਸੀ ਕਿ ਆਪਾਂ ਕੀ ਕਰ ਰਹੇ ਹਾਂ, ਮਾਸਟਰ ਕੈਡਰ 2025 ਦੀ ਆਪਣੀ ਪ੍ਰੈਪਰੇਸ਼ਨ ਚੱਲ ਰਹੀ ਹੈ। ਇਸ ਚੈਨਲ ਤੇ ਆਪਣੀ ਪ੍ਰੈਪਰੇਸ਼ਨ ਚੱਲ ਰਹੀ ਹੈ ਮਾਸਟਰ ਕੈਡਰ 2025 ਦੀ, ਠੀਕ ਹੈ। ਮਾਸਟਰ ਕੈਡਰ 2025 ਦੀ ਆਪਾਂ ਚੰਗੀ ਤਰ੍ਹਾਂ ਇੱਥੇ ਪ੍ਰੈਪਰੇਸ਼ਨ ਕਰਨੀ ਹੈ ਸਾਇੰਸ ਦੀ। ਹਲੇ ਫਿਲਹਾਲ ਆਪਾਂ ਬੋਟਨੀ ਤੇ ਜ਼ੂਲੌਜੀ ਦੀ ਜਿਹੜੀ ਕਾਮਨ ਯੂਨਿਟ ਹੈ ਉਹ ਸਟਾਰਟ ਕੀਤੀ ਹੈ। ਫਿਰ ਨੈਕਸਟ ਮੰਥ ਤੋਂ ਆਪਾਂ ਕੈਮਿਸਟਰੀ ਵੀ ਲੈ ਕੇ ਆ ਰਹੇ ਹਾਂ। ਤੁਹਾਨੂੰ ਸਾਰੀ ਦੀ ਸਾਰੀ ਤਿਆਰੀ ਇੱਥੇ ਕਰਵਾਈ ਜਾਏਗੀ, ਕਿਸੇ ਨੇ ਕੋਈ ਟੈਨਸ਼ਨ ਨਹੀਂ ਲੈਣੀ। ਤੇ ਜੇ ਤੁਹਾਨੂੰ ਲੈਕਚਰ ਦੇ ਨੋਟਸ ਚਾਹੀਦੇ ਨੇ, ਪੀਡੀਐਫਸ ਚਾਹੀਦੇ ਨੇ, ਤਾਂ ਤੁਸੀਂ ਕੀ ਟੈਲੀਗ੍ਰਾਮ ਦਾ ਲਿੰਕ ਹੈ ਉਹਨੂੰ ਜੁਆਇਨ ਕਰ ਲੈਣਾ। ਲਿੰਕ ਮੈਂ ਕਮੈਂਟ ਸੈਕਸ਼ਨ ਵਿੱਚ ਪਿਨ ਕਰ ਦਿੰਦੀ ਹੁੰਦੀ ਹਾਂ। ਤੇ ਅੱਜ ਮੈਂ ਕੋਈ ਵੀ ਉਹ ਨਹੀਂ ਲਗਾਇਆ ਜਿਹੜਾ ਉਸ ਦਿਨ ਵੀ ਨਹੀਂ ਲਗਾਇਆ ਸੀਗਾ, ਕਿਉਂਕਿ ਉਹੀ ਪ੍ਰੈਜੈਂਟੇਸ਼ਨ ਹੈ ਮਾਸਟਰ ਕੈਡਰ ਸਾਇੰਸ ਬਾय ਰਿਦਮ ਮੈਮ, ਠੀਕ ਹੈ। ਇਹ ਆਪਣਾ ਟੈਲੀਗ੍ਰਾਮ ਚੈਨਲ ਦਾ ਨਾਮ ਹੈ ਮਾਸਟਰ ਕੈਡਰ ਸਾਇੰਸ ਬਾय ਰਿਦਮ ਮੈਮ। ਇਸ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲੈਣਾ ਜੇ ਤੁਹਾਨੂੰ ਕੋਈ ਵੀ ਨੋਟਸ ਚਾਹੀਦੇ ਨੇ ਤਾਂ, ਠੀਕ ਹੈ। ਇੱਥੋਂ ਤੱਕ ਸਾਰੀ ਚੀਜ਼ਾਂ ਸਮਝ ਆਈਆਂ। ਆਪਣਾ ਟਾਰਗੇਟ ਹੈ ਇਸ ਵਾਰੀ ਆਪਾਂ 120 ਪਲੱਸ ਸਕੋਰ ਕਰਨਾ ਹੈ, ਤਾਂ ਕਰਕੇ ਤੁਸੀਂ ਸਾਰੇ ਜਿਹਨੇ ਲੈਕਚਰ ਵਿੱਚ ਹੁਣ ਬਣੇ ਰਹੋਗੇ। ਕਿਸੇ ਨੇ ਵੀ ਇੱਧਰ ਉੱਧਰ ਇਹ ਨਹੀਂ ਹੈ ਕਿ ਵੀਡੀਓ ਚੱਲ ਰਹੀ ਹੈ ਨਾਲ ਕੁਝ ਹੋਰ ਵੀ ਕੰਮ ਕਰ ਰਿਹਾ। ਪ੍ਰੋਪਰਲੀ ਫੋਕਸਡ ਹੋ ਕੇ ਪੜ੍ਹਨਾ। ਜਿਹੜਾ ਤੁਹਾਨੂੰ ਘੰਟੇ ਦਾ ਲੈਕਚਰ ਦਿੱਤਾ ਗਿਆ ਹੈ ਉਹਨੂੰ ਪੜ੍ਹਨਾ, ਪਲੱਸ ਉਸ ਤੋਂ ਬਾਅਦ ਤੁਸੀਂ ਐਨਸੀਈਆਰਟੀ ਚੋਂ ਵੀ ਆਪਦੇ ਨੋਟਸ ਰਿਵਾਈਜ਼ ਕਰਿਆ ਕਰੋ। ਤੇ ਮੈਨੂੰ ਆ ਚੀਜ਼ਾਂ ਰਿਪੀਟ ਨਾ ਕਰਨੀਆਂ ਪੈਣ ਕਿ ਲਾਈਕ ਕਰਿਆ ਕਰੋ ਵੀਡੀਓ ਨੂੰ। ਜਿਹੜੀ ਚੀਜ਼ ਤੁਹਾਨੂੰ ਨਹੀਂ ਸਮਝ ਆ ਰਹੀ ਤੁਸੀਂ ਕਮੈਂਟ ਸੈਕਸ਼ਨ ਵਿੱਚ ਮੇਰੇ ਤੋਂ ਪੁੱਛਣਾ ਹੈ, ਠੀਕ ਹੈ। ਜੇ ਕੋਈ ਚੀਜ਼ ਵਿੱਚ ਤੁਹਾਨੂੰ ਡਾਊਟ ਹੈ ਕਮੈਂਟ ਸੈਕਸ਼ਨ ਵਿੱਚ ਪੁੱਛੋਗੇ ਤਾਂ ਹੀ ਮੈਂ ਕੱਲ ਨੂੰ ਅਗਲੇ ਦਿਨ ਤੁਹਾਡੇ ਡਾਊਟ ਸੋਲਵ ਕਰ ਪਾਵਾਂਗੀ, ਕਿਉਂਕਿ ਹਲੇ ਆਪਾਂ ਲਾਈਵ ਸੈਸ਼ਨਸ ਨਹੀਂ ਲੈ ਸਕਦੇ। ਆਈ ਥਿੰਕ ਤੁਹਾਨੂੰ ਆ ਸਾਰੀ ਮੇਰੀ ਗੱਲ ਚੰਗੀ ਤਰ੍ਹਾਂ ਸਮਝ ਆਈ ਹੋਏਗੀ। ਐਮ ਆਈ ਕਲੀਅਰ ਟੂ ਆਲ ਆਫ ਯੂ? ਹੁਣ ਆਪਾਂ ਸ਼ੁਰੂ ਕਰਦੇ ਹਾਂ ਆਪਣਾ ਚੈਪਟਰ। 10 ਤੋਂ 15 ਮਿੰਟ ਦੀ ਰਿਵੀਜ਼ਨ ਹੋਏਗੀ, 15 ਕੁ ਮਿੰਟ ਲੱਗਣਗੇ। ਉਸ ਤੋਂ ਬਾਅਦ ਆਪਣਾ ਅੱਜ ਦਾ ਨਵਾਂ ਟੌਪਿਕ ਸ਼ੁਰੂ ਹੋ ਜਾਏਗਾ, ਠੀਕ ਹੈ। ਰੋਜ਼ ਮੈਂ ਰਿਵੀਜ਼ਨ ਨਹੀਂ ਕਰਾਇਆ ਕਰਨੀ, ਨਵਾਂ ਹੀ ਲੈਕਚਰ ਆਇਆ ਕਰੇਗਾ। ਉਹ ਕੱਲ ਸਿਰਫ ਟੈਕਨੀਕਲ ਗਲਿਚ ਕਰਕੇ ਜਿਹੜੀ ਆਪਣੀ ਦਿੱਕਤ ਆਈ ਸੀ ਤਾਂ ਕਰਕੇ ਇਹ ਚੀਜ਼ ਮੈਂ ਕਰ ਰਹੀ ਹਾਂ। ਬਾਕੀ ਜਿਹੜੇ ਵੀ ਲੈਕਚਰ ਨੇ ਤੁਸੀਂ ਸੀਰੀਜ਼ ਵਾਈਜ਼ ਉਹਨੂੰ ਚੰਗੀ ਤਰ੍ਹਾਂ ਦੇਖਦੇ ਜਾਣਾ ਹੈ। 9 ਵਜੇ ਰੋਜ਼ ਤੁਹਾਨੂੰ ਵੀਡੀਓ ਮਿਲ ਜਾ ਕਰੇਗੀ। ਐਮਸੀਕਿਊਜ਼ ਦੀ ਵੀ ਵੀਡੀਓ ਆਏਗੀ, ਉਹ ਕੱਲ ਸਵੇਰੇ ਆਏਗੀ। ਉਹਦਾ ਟਾਈਮ ਮੈਂ ਰੱਖਤਾ ਕਿ 12 ਵਜੇ ਤੁਹਾਨੂੰ ਐਮਸੀਕਿਊਜ਼ ਦੀ ਵੀਡੀਓ ਮਿਲਿਆ ਕਰੇਗੀ ਤੇ ਰਾਤੀ 9 ਵਜੇ ਤੁਹਾਨੂੰ ਡਿਟੇਲਡ ਸੀਰੀਜ਼ ਵਾਲਾ ਲੈਕਚਰ ਮਿਲਿਆ ਕਰੇਗਾ, ਠੀਕ ਹੈ। ਡਿਟੇਲਡ ਸੀਰੀਜ਼ ਵਿੱਚ ਆਪਾਂ ਸ਼ੁਰੂ ਕੀਤਾ ਹੋਇਆ ਜੈਨੇਟਿਕਸ ਤੇ ਅੱਜ ਆਉਂਦਾ ਪਾਰਟ 2, ਠੀਕ ਹੈ। ਸਭ ਤੋਂ ਪਹਿਲੇ ਜੇ ਆਪਾਂ ਜੈਨੇਟਿਕਸ ਦੀ ਗੱਲ ਕਰੀਏ ਤਾਂ ਜੈਨੇਟਿਕਸ ਕੀ ਹੈ? ਸਟੱਡੀ ਆਫ ਹੈਰੀਡਿਟੀ ਤੇ ਵੇਰੀਏਸ਼ਨ ਆਪਾਂ ਇਹ ਕੀਤਾ ਸੀ। ਆਪਾਂ ਨੂੰ ਆ ਚੀਜ਼ ਸਮਝ ਆਈ ਸੀ ਕਿ ਇਨਹੈਰੀਟੈਂਸ ਕੀ ਹੈ? ट्रांसफर ऑफ कैरेक्टर्स फ्रॉम वन जनरेशन टू नेक्स्ट जनरेशन। मतलब कि पेरेंट्स और बच्चों ਵਿੱਚ ਜਿਹੜੇ ਕੁਝ ਨਾ ਕੁਝ ਕਰੈਕਟਰ ਹੈ ਕੀ ਹੋ ਰਿਹਾ, ਪਾਸ ਔਨ ਹੋ ਰਿਹਾ, ਠੀਕ ਹੈ। ਤੇ ਆਪਾਂ ਨੂੰ ਇੱਕ ਆ ਚੀਜ਼ ਦੇਖਣ ਨੂੰ ਮਿਲੀ ਸੀ ਕਿ ਪੇਰੈਂਟਸ ਤੋਂ ਕੁਝ ਨਾ ਕੁਝ ਕਰੈਕਟਰਸ ਪਾਸ ਔਨ ਹੋ ਰਿਹਾ ਹੈ ਆਫਸਪ੍ਰਿੰਗ ਵਿੱਚ। ਤੇ ਪੇਰੈਂਟਸ ਤੋਂ ਜਿਹੜਾ ਕਰੈਕਟਰ ਪਾਸ ਔਨ ਹੋਏਗਾ ਆਫਸਪ੍ਰਿੰਗ ਦੇ ਵਿੱਚ ਉਹਨੂੰ ਆਪਾਂ ਕੀ ਕਵਾਂਗੇ? ਇਸ ਪ੍ਰੋਸੈਸ ਨੂੰ ਕੀ ਕਵਾਂਗੇ ਆਪਾਂ? ਇਸ ਪ੍ਰੋਸੈਸ ਨੂੰ ਆਪਾਂ ਕਵਾਂਗੇ ਇਨਹੈਰੀਟੈਂਸ। ਪਰ ਜਿਹੜੀ ਪ੍ਰੋਸੈਸ ਹੋਣ ਤੋਂ ਬਾਅਦ ਉਹ ਐਕਸਪ੍ਰੈਸ਼ਨ ਆਪਣੇ ਵਿੱਚ ਆਇਆ, ਉਹ ਜਿਹੜਾ ਐਕਸਪ੍ਰੈਸ਼ਨ ਆਇਆ ਉਸ ਤੋਂ ਬਾਅਦ ਤੁਹਾਨੂੰ ਕੀ ਹੋਇਆ? ਉਸ ਤੋਂ ਬਾਅਦ ਉਹ ਉਹਦੇ ਵਿੱਚ ਐਕਸਪ੍ਰੈਸ ਹੋਇਆ ਤੁਹਾਡੇ ਵਿੱਚ ਜਾਂ ਕੋਈ ਵੀ ਆਰਗੈਨਿਜ਼ਮ ਵਿੱਚ ਐਕਸਪ੍ਰੈਸ ਹੋਇਆ, ਉਹਨੂੰ ਆਪਾਂ ਕੀ ਕਹਿ ਦਿੰਦੇ ਆ? ਹੈਰੀਡਿਟੀ। ਵੈਸੇ ਇਨਹੈਰੀਟੈਂਸ ਤੇ ਹੈਰੀਡਿਟੀ ਸਿਮਿਲਰ ਚੀਜ਼ਾਂ ਨੇ ਪਰ ਹਲਕਾ ਜਿਹਾ ਡਿਫਰੈਂਸ ਹੈ। ਤੇ ਇਨਹੈਰੀਟੈਂਸ ਫਾਰਮਸ ਦਾ ਬੇਸਿਸ ਆਫ ਹੈਰੀਡਿਟੀ। ਆਈ ਥਿੰਕ ਆਈ ਐਮ ਵੈਰੀ ਕਲੀਅਰ। ਫਿਰ ਆਪਣੇ ਵਿੱਚ ਕੁਝ ਨਾ ਕੁਝ ਵੇਰੀਏਸ਼ਨਸ ਵੀ ਵੇਖਣ ਨੂੰ ਮਿਲਦੀਆਂ ਨੇ ਤੇ ਜਿਹੜੀਆਂ ਵੇਰੀਏਸ਼ਨਸ ਵੇਖਣ ਨੂੰ ਮਿਲਦੀਆਂ ਨੇ ਉਹਨੂੰ ਆਪਾਂ ਕੀ ਕਹਿੰਦੇ ਆ?
differences that exist among the member of species ਉਹ ਕੀ ਹੈ ਤੁਹਾਡੀ ਵੇਰੀਏਸ਼ਨ। ਫਿਰ ਆਪਾਂ ਐਗਜ਼ਾਮਪਲ ਲਿੱਤੀ ਸੀ ਸਾਰਾ ਅਲੀ ਖਾਨ ਦੀ। ਜਦੋਂ ਆਪਾਂ ਸਾਰਾ ਅਲੀ ਖਾਨ ਵਾਲੀ ਐਗਜ਼ਾਮਪਲ ਲਿੱਤੀ ਸੀ ਤੇ ਉਹਦੇ ਬ੍ਰਦਰ ਦੀ ਐਗਜ਼ਾਮਪਲ ਲਿੱਤੀ ਸੀ, ਆਪਾਂ ਕੀ ਕਿਹਾ ਸੀ ਕਿ ਇਹ ਕੁਛ ਨਾ ਕੁਛ ਤਾਂ ਸਿਮਿਲਰ ਦਿਖਦੇ ਨੇ ਆਪਦੇ ਪੇਰੈਂਟਸ ਤੋਂ, ਪਰ ਇਹ 100% ਸਿਮਿਲਰ ਨਹੀਂ ਦਿਖਦੇ, ਹੈ ਨਾ। ਆਪਾਂ ਇਹ ਚੀਜ਼ ਦੀ ਗੱਲ ਕੀਤੀ ਸੀ ਕਿ ਕੁਛ ਨਾ ਕੁਛ ਤਾਂ ਸਿਮਿਲੈਰਿਟੀ ਹੈਗੀ ਹੈ, ਬਟ 100% ਸਿਮਿਲਰ ਨਹੀਂ ਹੈਗੇ, ਹੈ ਨਾ। ਕੁਛ ਨਾ ਕੁਛ ਆਪਾਂ ਨੂੰ ਕੀ ਦਿਖ ਰਹੀ ਹੈ, ਵੇਰੀਏਸ਼ਨ ਵੇਖਣ ਨੂੰ ਮਿਲ ਰਹੀ ਹੈ ਆਪਾਂ ਨੂੰ। ਤੇ ਆ ਜਿਹੜੀ ਵੇਰੀਏਸ਼ਨ ਹੈ, ਜੇ ਇੱਕ ਜਨਰੇਸ਼ਨ ਤੋਂ ਦੂਸਰੀ ਜਨਰੇਸ਼ਨ ਵਿੱਚ ਹੈ, ਜਿਵੇਂ ਮਦਰ ਫਾਦਰ ਤੋਂ ਜਿਹੜੇ ਸਿਬਲਿੰਗਸ ਨੇ, ਆ ਜਿਹੜੇ ਸਿਬਲਿੰਗਸ ਬਣੇ ਨੇ ਉਹ 100% ਕੀ ਨੇ, ਸਿਮਿਲਰ ਨਹੀਂ ਹੈਗੇ, ਤਾਂ ਆਪਾਂ ਉਹਨਾਂ ਨੂੰ ਕੀ ਕਹਤਾ, ਤਾਂ ਆਪਾਂ ਉਹਨਾਂ ਨੂੰ ਕਿਹਾ ਕਿ ਇਹ ਕੀ ਹੋਏ, ਇਹ ਆਪਣੀ ਜਿਹੜੀ ਵੇਰੀਏਸ਼ਨ ਹੋਈ, ਜਿਹੜੀ ਇੱਕ ਜਨਰੇਸ਼ਨ ਤੋਂ ਦੂਸਰੀ ਜਨਰੇਸ਼ਨ ਵਿੱਚ ਆਪਾਂ ਨੂੰ ਦੇਖਣ ਨੂੰ ਮਿਲ ਰਹੀ ਹੈ, ਉਹਨੂੰ ਆਪਾਂ ਕੀ ਕਿਹਾ ਸੀ, ਵਰਟੀਕਲ ਵੇਰੀਏਸ਼ਨ। ਉਹ ਕਿਹੜੀ ਵੇਰੀਏਸ਼ਨ ਹੈ, ਵਰਟੀਕਲ ਵੇਰੀਏਸ਼ਨ, ਠੀਕ ਹੈ। ਤੇ ਜਿਹੜੀ ਆਪਣੀ ਆ ਚੀਜ਼ ਸੀ ਕਿ ਸਿਬਲਿੰਗਸ ਵਿੱਚ ਆਪਸ ਵਿੱਚ ਕੁਝ ਡਿਫਰੈਂਸਸ ਨੇ, 100% ਤਾਂ ਇਹ ਵੀ ਸਿਮਿਲਰ ਨਹੀਂ ਹੈਗੇ, ਉਹ ਜਿਹੜੇ ਵੇਰੀਏਸ਼ਨਸ ਨੇ ਉਹਨਾਂ ਨੂੰ ਆਪਾਂ ਕੀ ਕਹਿੰਦੇ ਆ, ਹੋਰੀਜ਼ੋਨਟਲ ਵੇਰੀਏਸ਼ਨ। ਇਹ ਕਿਹੜੀ ਵੇਰੀਏਸ਼ਨਸ ਆ ਗਈਆਂ, ਹੋਰੀਜ਼ੋਨਟਲ ਵੇਰੀਏਸ਼ਨਸ। ਐਮ ਆਈ ਕਲੀਅਰ ਟਿਲ ਦਿਸ, ਠੀਕ ਹੈ। ਉਸ ਤੋਂ ਬਾਅਦ ਆਪਾਂ ਆ ਚੀਜ਼ ਕੀਤੀ ਸੀ ਕਿ ਜਿਹੜੀ ਵੇਰੀਏਸ਼ਨ ਹੈ, ਆਪਣੇ ਜਿਹੜੇ ਐਂਸੈਸਟਰ ਸੀ ਉਹਨਾਂ ਨੂੰ ਆਈਡੀਆ ਹੈਗਾ ਸੀ ਕਿ ਕੁਛ ਨਾ ਕੁਛ ਸੈਕਸ਼ੂਅਲ ਰੀਪਰੋਡਕਸ਼ਨ ਦੇ ਕਾਰਨ ਹੀ ਵੇਰੀਏਸ਼ਨ ਆ ਰਹੀ ਹੈ, ਠੀਕ ਹੈ। ਸੈਕਸ਼ੂਅਲ ਰੀਪਰੋਡਕਸ਼ਨ ਦੇ ਕਾਰਨ ਹੀ ਕੀ ਆ ਰਹੀ ਹੈ, ਵੇਰੀਏਸ਼ਨ ਆ ਰਹੀ ਹੈ। ਕਿਉਂਕਿ ਕੀ ਸੀ, ਆਪਣੇ ਜਿਹੜੀ ਏਸੈਕਸ਼ੂਅਲ ਰੀਪਰੋਡਕਸ਼ਨ ਹੁੰਦੀ ਹੈ ਉਹਦੇ ਵਿੱਚ ਤਾਂ ਜਿਹੜੀ ਆਫਸਪ੍ਰਿੰਗ ਬਣਦਾ ਹੈ ਜਾਂ ਪ੍ਰੋਜੈਨੀ ਬਣਦੀ ਹੈ, ਉਹ ਕੀ ਹੁੰਦੀ ਹੈ, ਆਪਦੇ ਪੇਰੈਂਟਸ ਦੀ 100% ਸਿਮਿਲਰ ਹੁੰਦੀ ਹੈ, ਠੀਕ ਹੈ। ਤੇ ਫਿਰ ਜਿਹੜੀ ਸਾਹੀਵਾਲ ਕਾਊਜ਼ ਇਨ ਪੰਜਾਬ ਹੈ, ਉਹਨੂੰ ਐਸੀ ਚੀਜ਼ ਨੂੰ ਐਕਸਪਲੋਇਟ ਕਰਦੇ ਹੋਏ ਬਣਾਇਆ ਗਿਆ ਸੀ ਕਿ ਹਿਊਮਨਸ ਨਿਊ ਫਰੋਮ ਐਸ अर्ਲੀ ਐਸ 8000 to 1000 BC ਕਿ ਜਿਹੜੇ ਆਪਣਾ ਵੇਰੀਏਸ਼ਨ ਹੈ ਉਹਦੇ ਵਿੱਚ ਕੁਛ ਨਾ ਕੁਛ ਸੈਕਸ਼ੂਅਲ ਰਿਪਰੋਡਕਸ਼ਨ ਕਰਕੇ ਹੋ ਰਿਹਾ ਹੈ। ਤਾਂ ਕਰਕੇ ਉਹਨਾਂ ਨੇ ਕੀ ਕੀਤਾ ਸੀ, ਫੀਮੇਲ ਸੀ ਜਿਹੜੀ ਕਾਓ, ਫੀਮੇਲ ਕਾਓ ਲਿੱਤੀ, ਹੈ ਨਾ। ਤੇ ਉਹ ਜਿਹੜੀ ਕਾਓ ਸੀ, ਉਹ ਕਿਹੜੀ ਲਿੱਤੀ, ਜਿੰਦੀ ਕੀ ਸੀ, ਹਾਈ ਯੀਲਡਿੰਗ ਵੈਰਾਈਟੀ, ਹਾਈ ਯੀਲਡਿੰਗ ਕੈਪੈਸਿਟੀ ਆਫ ਮਿਲਕ, ਹਾਈ ਯੀਲਡ ਸੀ ਕਿੰਦੀ, ਮਿਲਕ ਦੀ। ਉਹ ਵਾਲੀ ਕਾਓ ਲਿੱਤੀ ਤੇ ਉਹਦਾ ਕ੍ਰੋਸ ਕਿਹਦੇ ਨਾਲ ਕਰਾਇਆ, ਇੱਕ ਮੇਲ ਲਿੱਤਾ, ਮੇਲ ਬੁੱਲ ਲਿੱਤਾ, ਜਿੰਦੀ ਕੀ ਸੀ, ਸਟਰੈਂਥ ਬਹੁਤ ਹਾਈ ਸੀ, ਠੀਕ ਹੈ। ਉਹਦੀ ਸਟਰੈਂਥ ਕੀ ਸੀ, ਬਹੁਤ ਹਾਈ ਸੀ। ਤੇ ਹਾਈ ਸਟਰੈਂਥ ਵਾਲੀ ਬੁੱਲ ਦੀ ਮੇਟਿੰਗ ਕਿਹਦੇ ਨਾਲ ਕਰਾਤੀ, ਹਾਈ ਯੀਲਡ ਵਾਲੀ ਕਾਓ ਨਾਲ। ਹੁਣ ਜਿਹੜੇ ਵੀ ਇਹਨਾਂ ਦੇ ਪ੍ਰੋਜੈਨੀ ਬਣੇਗੀ, ਜੋ ਵੀ ਆਫਸਪ੍ਰਿੰਗ ਬਣੇਗਾ, ਜਾਂ ਤਾਂ ਉਹਦੇ ਵਿੱਚ ਕਾਓ ਦੀ ਵਧੀਆ ਕੁਆਲਿਟੀ ਹੋਏਗੀ ਕਿ ਮਿਲਕ ਪ੍ਰੋਡਕਸ਼ਨ ਜ਼ਿਆਦਾ ਹੋਏਗੀ, ਜਾਂ ਫਿਰ ਜੇ ਬੁੱਲ ਬਣਿਆ ਤਾਂ ਉਹਦੀ ਸਟਰੈਂਥ ਜ਼ਿਆਦਾ ਹੋਏਗੀ, ਮਤਲਬ ਕੁਛ ਨਾ ਕੁਛ ਪੋਜ਼ਿਟਿਵ ਕਰੈਕਟਰ ਹੋਏਗਾ। ਤੇ ਇਸ ਚੀਜ਼ ਨੂੰ ਉਹਨਾਂ ਨੇ ਆਰਟੀਫਿਸ਼ੀਅਲ ਸਿਲੈਕਸ਼ਨ ਕਰਕੇ, ਬਰੀਡਿੰਗ ਕਰਕੇ ਕੀ ਕੀਤਾ, ਉਹਦੇ ਵਿੱਚ ਲੈ ਕੇ ਆਏ, ਉਸ ਚੀਜ਼ ਨੂੰ ਕੀ ਕੀਤਾ, ਐਕਸਪਲੋਇਟ ਕੀਤਾ। ਤੇ ਇਹਦੀ ਐਗਜ਼ਾਮਪਲ ਕੀ ਹੈ, ਜਿਹੜੀ ਸਾਹੀਵਾਲ ਕਾਊਜ਼ ਇਨ ਪੰਜਾਬ ਨੇ ਉਹ ਵੀ ਐਸੇ ਹੀ ਟੈਕਨੀਕ ਨਾਲ ਬਣੀਆਂ ਨੇ, ਕਿਉਂਕਿ ਇਹਨਾਂ ਦੀ ਕੀ ਕਰਾਈ ਗਈ, ਆਰਟੀਫਿਸ਼ੀਅਲ ਬਰੀਡਿੰਗ ਕਰਾਈ ਗਈ, ਠੀਕ ਹੈ। ਆਰਟੀਫਿਸ਼ੀਅਲੀ ਸਿਲੈਕਟ ਕੀਤਾ ਕਿ ਜਿਹੜੀ ਹਾਈ ਮਿਲਕ ਪ੍ਰੋਡਕਸ਼ਨ ਕਰਦੀ ਹੈ ਜਿਹੜੀ ਕਾਓ, ਉਹਦਾ ਮੇਟਿੰਗ ਕਿਹਦੇ ਨਾਲ ਕਰਾਉਣਗੇ, ਉਹਦੀ ਮੇਟਿੰਗ ਕਰਾਉਣਗੇ ਹਾਈ ਸਟਰੈਂਥ ਵਾਲੇ ਬੁੱਲ ਨਾਲ, ਠੀਕ ਹੈ। ਇੱਥੇ ਤੱਕ ਤੁਹਾਨੂੰ ਆਹ ਸਾਰੀ ਚੀਜ਼ ਸਮਝ ਆਈ। ਹੁਣ ਦੂਸਰੀ ਚੀਜ਼ ਜਿਹੜੀ ਆਪਾਂ ਦੇਖਣੀ ਹੈ, ਫਿਰ ਆਪਾਂ ਗੱਲ ਕੀਤੀ ਸੀ ਇਸ ਚੈਪਟਰ ਦੀ ਜਰਨਲ ਟਰਮੀਨੋਲੋਜੀਸ ਬਾਰੇ। ਫਿਰ ਮੈਂ ਤੁਹਾਨੂੰ ਦੱਸਿਆ ਸੀ ਕਿ ਜਿਹੜੇ ਜੀਨ ਟਰਮ ਹੈ, ਆਪਾਂ ਨੂੰ ਪਤਾ ਹੈ ਕਿ ਕੁਛ ਨਾ ਕੁਛ ਪਾਸ ਆਨ ਹੁੰਦਾ, ਆਪਣੇ ਵਿੱਚ ਪਾਸ ਆਨ ਹੋਇਆ ਫਰਮ ਪੇਰੈਂਟਸ ਟੂ ਆਫਸਪ੍ਰਿੰਗ। ਐਵੇਂ ਮੈਂਡਲਸਨ ਨੇ ਐਕਸਪੈਰੀਮੈਂਟ ਕੀਤੇ, ਉਦੋਂ ਉਹਨਾਂ ਨੂੰ ਪਤਾ ਚੱਲਿਆ ਕਿ ਕੁਛ ਨਾ ਕੁਛ ਤਾਂ ਪਾਸ ਆਨ ਹੁੰਦਾ ਫਰਮ ਪੇਰੈਂਟਸ ਟੂ ਆਫਸਪ੍ਰਿੰਗ। ਤੇ ਉਹਨਾਂ ਨੇ ਉਸ ਚੀਜ਼ ਨੂੰ ਕੀ ਕਿਹਾ, ਯੂਨਿਟ ਆਫ ਇਨਹੈਰੀਟੈਂਸ। ਤੇ ਜਿਹੜਾ ਜੀਨ ਨਾਮ ਹੈ ਨਾ, ਇਹ 1950s ਵਿੱਚ ਬਾਅਦ ਚੋਂ ਆਇਆ ਸੀ, 1950s ਵਿੱਚ ਬਾਅਦ ਚੋਂ ਆਇਆ ਸੀ। ਪਹਿਲੇ ਮੈਂਡਲਸਨ ਨੇ ਇਹਨੂੰ ਨਾਮ ਦਿੱਤਾ ਸੀ ਫੈਕਟਰ ਜਾਂ ਐਲੀਮੈਂਟ, ਜੋ ਕਿ ਪਾਸ ਆਨ ਹੋ ਰਿਹਾ ਸੀ ਫਰਮ ਵਨ ਜਨਰੇਸ਼ਨ ਟੂ ਨੈਕਸਟ ਜਨਰੇਸ਼ਨ, ਮਤਲਬ ਕਿ ਟ੍ਰਾਂਸਫਰਸ ਟੂ ਨੈਕਸਟ ਜਨਰੇਸ਼ਨ। ਤੇ ਫਿਰ ਕੀ ਹੋ ਰਿਹਾ ਸੀ ਉਸ ਦੇ ਨਾਲ ਕੀ ਹੋ ਰਿਹਾ ਸੀ, ਰੈਗੂਲੇਸ਼ਨ ਆਫ ਐਕਸਪ੍ਰੈਸ਼ਨ ਆਫ ਅ ਕਰੈਕਟਰ, ਕਿ ਕੋਈ ਨਾ ਕੋਈ ਕਰੈਕਟਰ ਐਕਸਪ੍ਰੈਸ ਕਿੰਨੇ ਰਾਹੀਂ ਹੁੰਦਾ, ਜੀਨ ਰਾਹੀਂ ਹੁੰਦਾ ਹੈ। ਫਿਰ ਹੋਰ ਐਡਵਾਂਸਮੈਂਟ ਹੋਈ ਸੈੱਲ ਦੀ, ਫਿਰ ਆਪਾਂ ਨੂੰ ਉਹਦੀ ਲੋਕੇਸ਼ਨ ਵੀ ਪਤਾ ਚੱਲੀ। ਫਿਰ ਆਪਾਂ ਨੂੰ ਕੀ ਪਤਾ ਚੱਲਿਆ ਕਿ ਕ੍ਰੋਮੋਸੋਮ ਦੇ ਉੱਪਰ ਪ੍ਰੈਜ਼ੈਂਟ ਹੈ ਜੀਨ, ਇਟ ਇਜ਼ ਪ੍ਰੈਜ਼ੈਂਟ ਔਨ ਦਾ ਸਪੈਸੀਫਿਕ ਲੋਕਸ ਆਫ ਕ੍ਰੋਮੋਸੋਮ। ਫਿਰ ਆਪਾਂ ਨੂੰ ਪਤਾ ਚੱਲਿਆ ਕਿ ਸਪੈਸੀਫਿਕ ਲੋਕਸ ਆਫ ਕ੍ਰੋਮੋਸੋਮ ਦਾ ਐਕਚੁਅਲ ਚ ਕਿਹੜਾ ਪਾਰਟ ਹੈ, ਉਹ ਡੀਐਨਏ, ਉਹ ਆਰਐਨਏ, ਪ੍ਰੋਟੀਨ ਹੈ, ਕਿਹੜੀ ਚੀਜ਼ ਹੈ ਜਿਹੜੀ ਜੀਨ ਹੈ। ਫਿਰ ਆਪਾਂ ਨੂੰ ਪਤਾ ਚੱਲਿਆ ਐਕਸਪੈਰੀਮੈਂਟਸ ਦੇ ਥਰੂ ਕਿ ਉਹ ਕੀ ਹੈ। ਟੀ.ਐਚ. ਮੋਰਗਨ ਨੇ ਐਕਸਪੈਰੀਮੈਂਟ ਕੀਤਾ ਸੀ ਤੇ ਸਟਨ ਐਂਡ ਬੋਬਰੀ ਨੇ ਐਕਸਪੈਰੀਮੈਂਟ ਕੀਤਾ ਸੀ, ਠੀਕ ਹੈ। ਸੈਗਮੈਂਟ ਆਫ ਡੀਐਨਏ ਕੀ ਹੈ, ਜਿਹੜੀ ਕਿ ਬਾਅਦ ਚੋਂ ਬਣਾਉਂਦੀ ਹੈ ਆਰਐਨਏ ਬਣਾਉਂਦੀ ਹੈ, ਫਿਰ ਬਣਾਉਂਦੀ ਹੈ ਇੰਟਰਨ ਵਿੱਚ ਪ੍ਰੋਟੀਨ, ਤੇ ਉਹ ਪ੍ਰੋਟੀਨ ਤੋਂ ਕੀ ਬਣੇਗਾ, ਪ੍ਰੋਟੀਨ ਤੋਂ ਜਿਹੜਾ ਵੀ ਐਕਸਪ੍ਰੈਸ਼ਨ ਆਏਗਾ ਆਪਣਾ ਪ੍ਰੋਟੀਨ ਤੋਂ ਆਏਗਾ। ਇਹ ਜਿਹੜੀ ਆਪਣੀ ਸਾਰੀ ਚੀਜ਼ਾਂ ਨੇ ਆਪਣਾ ਮਾਡਰਨ ਕਨਸੈਪਟ ਆਫ ਜੀਨ ਹੈ, ਤੇ ਇਹਨੂੰ ਆਪਾਂ ਫਰਦਰ ਉਹਦੇ ਵਿੱਚ ਪੜਾਂਗੇ, ਆਪਣਾ ਮੋਲੀਕੂਲਰ ਬੇਸਿਸ ਆਫ ਇਨਹੈਰੀਟੈਂਸ ਵਾਲਾ ਜਿਹੜਾ ਚੈਪਟਰ ਹੈ। ਤੇ ਇਸ ਚੀਜ਼ ਦੀ ਤੁਸੀਂ ਟੈਨਸ਼ਨ ਨਹੀਂ ਲੈਣੀ ਹੈ ਜੇ ਤੁਹਾਨੂੰ ਆਹ ਵਾਲੀ ਚੀਜ਼ ਹਾਲੇ ਤੱਕ ਸਮਝ ਨਹੀਂ ਆਈ ਹੈ ਤਾਂ।
ठीक है। मतलब कि ਜਿਹੜਾ ਕਰੈਕਟਰ ਹੈ, ਮੰਨ ਲਓ ਸਟੈਮ ਹਾਈਟ ਦਾ ਇੱਕ ਕਰੈਕਟਰ ਹੈ, ਹੁਣ ਸਟੈਮ ਹਾਈਟ ਟॉल ਵੀ ਹੋ ਸਕਦੀ ਹੈ, ਸਟੈਮ ਹਾਈਟ ਕੀ ਹੋ ਸਕਦੀ ਹੈ, ਡਵਾਰਫ ਵੀ ਹੋ ਸਕਦੀ ਹੈ। ਮਤਲਬ ਕਿ ਜਿਹੜਾ ਆਪਣਾ ਪਲਾਂਟ ਹੈ ਟॉल ਵੀ ਬਣ ਸਕਦਾ, ਉਹ ਡਵਾਰਫ ਵੀ ਬਣ ਸਕਦਾ ਹੈ। ਜੇ ਪਲਾਂਟ ਟॉल ਬਣਿਆ ਜਾਂ ਡਵਾਰਫ ਬਣਿਆ ਤੇ ਆਪਾਂ ਨੂੰ ਦਿਖੇਗਾ ਕਿ ਉਹ ਟॉल ਬਣਿਆ ਜਾਂ ਡਵਾਰਫ ਬਣਿਆ, ਤਾਂ ਕਰਕੇ ਆਪਾਂ ਇਹਨੂੰ ਕੀ ਕਹਿੰਦੇ ਆ, ਫਿਜ਼ੀਕਲ ਅਪੀਅਰੈਂਸ ਜਾਂ ਫੀਨੋਟਾਈਪ ਵੀ ਕਹਿੰਦੇ ਆ। ਉਹ ਮੈਂ ਤੁਹਾਨੂੰ ਅੱਗੇ ਜਾ ਕੇ ਐਕਸਪਲੇਨ ਕਰਾਂਗੀ, ਠੀਕ ਹੈ। ਦੂਸਰੀ ਜਿਹੜੀ ਚੀਜ਼ ਹੈ ਕਿ ਜਿਹੜਾ ਆਪਣਾ ਟॉल ਹੈ ਜਾਂ ਡਵਾਰਫ ਹੈ, ਜਿਹੜਾ ਟॉल ਹੈ ਜਾਂ ਡਵਾਰਫ ਹੈ, ਇਹ ਕੀ ਹੈ, ਇੱਕ ਹੀ ਕਰੈਕਟਰ ਦੇ ਦੋ ਫਾਰਮਸ ਨੇ, ਤੇ ਜਿਹੜੀਆਂ ਦੋ ਫਾਰਮਸ ਬਣੀਆਂ ਨੂੰ ਆਪਾਂ ਕੀ ਕਹਿੰਦੇ ਆ, ਟ੍ਰੇਟ। ਇੱਕ ਕਰੈਕਟਰ ਹੋ ਗਿਆ ਸਟੈਮ ਹਾਈਟ, ਜਿਹੜਾ ਹੈ, ਜਿਹੜਾ ਸਟੈਮ ਹਾਈਟ ਹੈ, ਸਟੈਮ ਹਾਈਟ ਇਜ਼ ਅ ਕਰੈਕਟਰ, ਸਟੈਮ ਹਾਈਟ ਕਰੈਕਟਰ ਹੈ। ਹੁਣ ਉਹ ਟॉल ਬਣੇ ਜਾਂ ਡਵਾਰਫ ਬਣੇ, ਉਹ ਕੀ ਹੋ ਗਿਆ, ਹੁੰਦਾ ਟ੍ਰੇਟ ਹੋ ਗਿਆ। ਮਤਲਬ ਇੱਕ ਕਰੈਕਟਰ ਦੇ ਜਿਹੜੀਆਂ ਫਾਰਮਸ ਹੋਣਗੀਆਂ, ਜਿਹੜੀ ਆਪਾਂ ਨੂੰ ਫਿਜ਼ੀਕਲੀ ਅਪੀਅਰ ਹੋਣਗੀਆਂ, ਉਹਨਾਂ ਨੂੰ ਆਪਾਂ ਕੀ ਕਵਾਂਗੇ, ट्रेट कवांगे। तो करैक्टर की होया, उस करैक्टर का एक पर्टिकुलर नाम हो गया कि स्टेम हाइट है। आई थिंक आई एम वेरी क्लियर टिल दिस। जीन समझ आया, करैक्टर समझ आया, ट्रेट समझ आया, ठीक है। हुण आपां जिहड़ी इस तो बाद गल कीती सी कि अपना सी कि डीएनए दा स्ट्रक्चर ते ये सी अपना क्रोमोसोम। हुण जिहड़ा डीएनए वो किहदे विच प्रेजेंट है, न्यूक्लियस विच प्रेजेंट है, ठीक है। ते आ की है, ये अपना क्रोमोसोम है, ठीक है। ये की है, क्रोमोसोम। ਤੇ ਕ੍ਰੋਮੋਸੋਮ ਕੀ ਹੈ, ਕ੍ਰੋਮੋਸੋਮ ਕੀ ਹੈ, ਕੰਡੈਂਸਡ ਫਾਰਮ ਆਫ ਡੀਐਨਏ। ਡੀਐਨਏ ਦੀ ਕੰਡੈਂਸਡ ਫਾਰਮ ਨੂੰ ਕੀ ਕਹਿੰਦੇ ਆ, ਕ੍ਰੋਮੋਸੋਮ। ਕੰਡੈਂਸਡ ਫਾਰਮ ਆਫ ਡੀਐਨਏ ਇਜ਼ ਨੋਨ ਐਜ਼ ਕ੍ਰੋਮੋਸੋਮ। ਤੇ ਕੀ ਕਰਦਾ ਹੈ, ਇਹ ਕੁਝ ਨਾ ਕੁਝ ਇਨਫੋਰਮੇਸ਼ਨ ਕੈਰੀ ਕਰਦਾ ਹੈ। ਕੀ ਕਰਦਾ, ਆਪਣਾ ਜਿਹੜਾ ਜੈਨੇਟਿਕ ਮਟੀਰੀਅਲ ਹੁੰਦਾ ਹੈ, ਇਹਦਾ ਕੰਮ ਹੁੰਦਾ ਇਨਫੋਰਮੇਸ਼ਨ ਕੈਰੀ ਕਰਨਾ, ਕਿ ਕਿਹੜੀ ਜੀਨ ਬਣੇਗੀ, ਕਿਹੜਾ ਕੰਮ ਕਿੰਨੇ ਕਰਨਾ ਹੈ, ਉਹ कौन कैरी करेगा, इन्फॉर्मेशन किंदे कोल होएगी, अपने जेनेटिक मटीरियल कोल होएगी। तो ये की करता है, इन्फॉर्मेशन कैरी करता है, ठीक है। तो जो अपना डीएनए है, मान लो मैं तुहानू उस दिन भी तार की एग्जाम्पल दी सी, एक तार है, मान लो ये डीएनए है, इनू जो आप थोड़ा जिहा होर इन्हें कंपैक्टली पैक कर दिए, ये की बन जाएगा, क्रोमोसोम बन जाएगा। क्रोमोसोम की है, सिर्फ एक पैकेजिंग है, ठीक है, थोड़ा जिहा कंडेंस हो गया, पर रहेगा तो डीएनए का डीएनए। मतलब जो तुहानू पूछा जाए कि इंफॉर्मेशन कौन कैरी करता है, क्रोमोसोम कैरी करता है या डीएनए कैरी करता है, तो तुसी की कहोगे, दोनों ही कैरी करते हैं। जो डिवीजन वाली स्टेट आती है, उदों अपना क्रोमोसोम बनया होंदा है, नॉर्मली एवें डीएनए पिया होंदा है, वो पूरा पैक्ड होंदा है इस विच, ते सारी डिफरेंट डिफरेंट स्टेजेस ते डिफरेंट डिफरेंट फॉर्म्स होंदियां है। ते एक इन्हां दे सेंटर विच एक होर भी फॉर्म होंदी है, जिहड़ी डीएनए दी थोड़ी जी इस तो कंडेंस्ड फॉर्म होंदी है, उहनूं आपां की कह दिंदे आ, क्रोमैटिन। उहनूं आपां की कह दिंदे आ, क्रोमैटिन। ਤੇ क्रोमैटिन टर्म किन्ने दित्ती सी, ये भी की है, कंडेंस्ड फॉर्म ऑफ डीएनए ही है, ठीक है। ये तुसी कमेंट सेक्शन में दसोगे, मैं तुहानू एमसीक्यूज वाले सेशन विच कराया होया, इस चीज़ का जवाब मैं नहीं दांगी कि क्रोमैटिन है जिहड़ा, वो नाम किन्ने दित्ता सीगा, ये तुसी दसना हो, ठीक है। उस तो बाद आपां गल कीती सी एलील दी। आपां हुण जदों गल कीती कि एक करैक्टर है स्टेम हाइट, आपां एवें गल कीती कि एक करैक्टर है स्टेम हाइट, ते हुण जिहड़ा करैक्टर है, मैं तुहानू की कहा सी, जिहड़ी जीन है वो कित्थे प्रेजेंट है, क्रोमोसोम दे पेयर ते। कित्थे प्रेजेंट है, क्रोमोसोम ते प्रेजेंट है, क्रोमोसोम दे एक स्पैसीफिक लोकस ते प्रेजेंट है। मतलब इत्थे या इत्थे या इत्थे, मतलब जिहड़ा क्रोमोसोम है उहदी एक स्पैसीफिक पोजीशन ते प्रेजेंट है, ते वो की है, एक सैगमेंट ऑफ डीएनए, एक की है, वो सैगमेंट ऑफ डीएनए है। जिवें आ देखो एवें डीएनए पे है, ठीक है, सैगमेंट ऑफ डीएनए है। तो एक ही हो गया, एक पोर्शन हो गया, मान लो ये जीन ए है, मान लो एक ही है जीन बी है, ठीक है, क्रोमोसोम दे विच ही होएगा डीएनए। तो आपां जीन विच की किया सी कि जिहड़ी जीन है दैट इज प्रेजेंट ऑन द स्पैसीफिक लोकस ऑफ अ क्रोमोसोम, ठीक है। हुण जदों आपां गल करदे आ, आपां गल कीती कि एक जीन है स्टेम हाइट वाली, मान लो जिहड़ी ए वाली जीन है ना, ये स्टेम हाइट दी जीन है, ठीक है। हुण तुहानूं पता है कि जदों एक करैक्टर बनता है, एक ट्रेट बनता है ना, तो फिर हुण एक करैक्टर, ये जो स्टेम हाइट है, टॉल भी बन सकती है, डॉफ भी बन सकती है, ठीक है। दो करैक्टर दो ट्रेट ने एक करैक्टर दे। फिर आपां नूं पता चलिया कि जिहड़ी जीन हुंदी है, मान लो स्टेम हाइट दी जीन है, हुण इहदियां कितनियां फॉर्म्स ने, इहदियां दो फॉर्म्स ने। तो जिहड़ी अल्टरनेटिव फॉर्म ऑफ जीन हुंदी है, उहनूं ही आपां की कहंदे आ, अलील या अलीलोमॉर्फ। ते आ टर्म किन्ने कॉइन कीती सी, डब्ल्यू बैटसन ने। इहदा मतलब की है, इहदा एक्चुअल च मीनिंग है बिलोंगिंग टू ईच अदर। मतलब कि जिहड़ा स्टेम हाइट वाला करैक्टर है ना,
ਹੁਣ ਉਹਦੇ ਤੋਂ ਜਿਹੜੀਆਂ ਜੀਨ ਮਤਲਬ ਇੱਕ ਜੀਨ ਹੈ ਸਟੈਮ ਹਾਈਟ ਵਾਲੀ ਕਿ ਆਹ ਵਾਲੀ ਜੀਨ ਸਟੈਮ ਹਾਈਟ ਦੱਸਣ ਦਾ ਆਪਾਂ ਨੂੰ ਕੰਮ ਕਰੇਗੀ। ਠੀਕ ਹੈ, ਆ ਚੀਜ਼ ਸਮਝ ਆਈ, ਆਹ ਵਾਲੀ ਜੀਨ ਸਟੈਮ ਹਾਈਟ ਦਾ ਦੱਸਣ ਦਾ ਆਪਣਾ ਕੰਮ ਕਰੇਗੀ। ਪਰ ਉਹ ਹੁਣ ਟੋਲ ਹੋਏਗੀ ਕਿ ਡਵਾਰਫ ਹੋਏਗੀ, ਉਹਦੀ ਡਿਫਰੈਂਟ ਫਾਰਮਸ ਹੋ ਗਈਆਂ। ਤਾਂ ਮਤਲਬ ਕਿ ਇੱਕ ਹੀ ਜੀਨ ਦੀਆਂ ਜਿਹੜੀਆਂ ਦੋ ਡਿਫਰੈਂਟ ਫਾਰਮਸ ਨੇ, ਅਲੀਲ ਆਪਦੇ ਆਪ ਵਿੱਚ ਇੱਕ ਜੀਨ ਹੀ ਹੈ ਪਰ ਉਹਦੀ ਡਿਫਰੈਂਟ ਫਾਰਮਸ ਨੇ ਕਿ ਟੋਲ ਵਾਲੀ ਹੈ ਜਾਂ ਡਵਾਰਫ ਵਾਲੀ ਹੈ। ਸਿੰਪਲੀ ਆ ਚੀਜ਼ ਹੈ। ਤੇ ਹੁਣ ਆਪਾਂ ਇਸ ਤੋਂ ਬਾਅਦ ਗੱਲ ਕਰਦੇ ਹਾਂ ਇਹ ਅਲੀਲ ਵਾਲਾ ਕਨਸੈਪਟ ਨਾ ਮੈਂ ਤੁਹਾਨੂੰ ਐਸ ਮੇਨਲੀ ਐਸ ਕਰਕੇ ਮੈਂ ਚੀਜ਼ਾਂ ਦੁਬਾਰਾ ਸਮਝਾ ਰਹੀ ਹਾਂ ਤਾਂ ਕਿ ਲਿਖ ਕੇ ਤੁਹਾਨੂੰ ਚੀਜ਼ਾਂ ਜ਼ਿਆਦਾ ਕਲੀਅਰ ਹੋਣਗੀਆਂ। ਠੀਕ ਹੈ, ਹੁਣ ਆ ਦੇਖੋ, ਮੰਨ ਲਓ ਇੱਥੇ ਆਪਾਂ ਇਹ ਜੀਨ ਲਿੱਤੀ, ਇਹਦੇ ਜਿਹੜੇ ਸਪੈਸੀਫਿਕ ਲੋਕਸ ਤੇ ਪ੍ਰੈਜ਼ੈਂਟ ਹੈ, ਇਹ ਜੀਨ ਮੰਨ ਲਓ ਸਟੈਮ ਹਾਈਟ ਦੀ ਹੈ, ਤਾਂ ਬੀ ਜੀਨ ਮੰਨ ਲਓ ਫਲਾਵਰ ਕਲਰ ਦੀ ਹੈ। ਕੱਲ ਵੀ ਮੈਂ ਤੁਹਾਨੂੰ ਆਹੀ ਐਗਜ਼ਾਮਪਲ ਦਿੱਤੀ ਸੀ, ਫਲਾਵਰ ਕਲਰ ਦੀ ਹੈ। ਹੁਣ ਜਿਹੜੇ ਇਹਦਾ ਆ ਜਿਹੜਾ ਹੋਮੋਲੋਗਸ ਕ੍ਰੋਮੋਸੋਮ ਹੈ ਨਾ, ਮਤਲਬ ਜਿੰਦੀਆਂ ਦੋ ਕ੍ਰੋਮੈਟਿਡਸ ਨੇ, ਦੋ ਸਿਸਟਰ ਕ੍ਰੋਮੈਟਿਡਸ ਬਾਰੇ ਮੈਂ ਤੁਹਾਨੂੰ ਕੱਲ ਦੱਸਿਆ ਸੀ ਨਾ, ਕ੍ਰੋਮੋਸੋਮ ਦੇ ਉੱਤੇ ਦੋ ਆਰਮਸ ਪ੍ਰੈਜ਼ੈਂਟ ਨੇ, ਇੱਕ ਆਰਮ ਹੈ ਇੱਕ ਦੂਸਰੀ ਆਰਮ ਹੈ। ਠੀਕ ਹੈ, ਇਹਨਾਂ ਨੂੰ ਆਪਾਂ ਕੀ ਕਹਿ ਦਿੰਦੇ ਆ, ਸਿਸਟਰ ਕ੍ਰੋਮੈਟਿਡਸ ਕਹਿ ਦਿੰਦੇ ਆ। ਹੁਣ ਤੁਸੀਂ ਦੇਖੋ ਆ ਜਿਹੜੀ A ਵਾਲੀ ਜੀਨ ਹੈ, ਇਹਦੇ ਸਾਹਮਣੇ ਹੀ ਇੱਕ ਹੋਰ ਜੀਨ ਪ੍ਰੈਜ਼ੈਂਟ ਹੋਏਗੀ, ਬਿਲਕੁਲ ਸੇਮ ਪਲੇਸ ਤੇ ਸੇਮ ਲੋਕੇਸ਼ਨ ਤੇ ਆ ਜੀਨ ਪ੍ਰੈਜ਼ੈਂਟ ਹੋਏਗੀ। ਤਾਂ ਸੇਮ ਲੋਕਸ ਤੇ ਦੂਸਰੀ ਆਰਮ ਦੇ ਸੇਮ ਲੋਕਸ ਤੇ of a homologous pair of chromosome ਜਦੋਂ ਜੀਨ ਪ੍ਰੈਜ਼ੈਂਟ ਹੁੰਦੀ ਹੈ ਤਾਂ ਉਹਨੂੰ ਆਪਾਂ ਕੀ ਕਹਿ ਦਿੰਦੇ ਆ, ਉਹਨੂੰ ਆਪਾਂ ਕਹਿ ਦਿੰਦੇ ਆ ਅਲੀਲ। ਉਹਨੂੰ ਆਪਾਂ ਕੀ ਕਹਿ ਦਿੰਦੇ ਆ, ਅਲੀਲ। ਹੁਣ ਮੰਨ ਲਓ ਕੋਈ ਵੀ ਆਪਣਾ ਜੀਨੋਟਾਈਪ ਹੈ ਨਾ, ਇੱਕ ਜਿਹੜਾ ਤੁਹਾਡਾ ਜੀਨ ਹੈ ਉਹ ਮੇਲ ਪੈਰੈਂਟ ਤੋਂ ਆਏਗਾ, ਇੱਕ ਫੀਮੇਲ ਪੈਰੈਂਟ ਤੋਂ ਆਏਗਾ। ਠੀਕ ਹੈ, ਮੰਨ ਲਓ ਮੇਲ ਪੈਰੈਂਟ ਤੋਂ ਆਇਆ ਟਾਲ ਵਾਲਾ, ਫੀਮੇਲ ਪੈਰੈਂਟ ਤੋਂ ਆਇਆ ਸਮਾਲ ਟੀ ਵਾਲਾ, ਮਤਲਬ ਡਵਾਰਫ ਵਾਲਾ। ਤਾਂ ਇਸ ਅਲੀਲ ਤੇ ਜਿਹੜੀ ਸਟੈਮ ਹਾਈਟ ਹੈ ਉਹਦਾ ਪ੍ਰੋਡਕਟ ਕੀ ਬਣਿਆ ਆਪਣਾ, कैपिटल टी स्मॉल टी। ਹੁਣ ਮੈਂ ਤੁਹਾਨੂੰ ਦੱਸਿਆ ਸੀ ਕੱਲ, ਮੈਂ ਤੁਹਾਨੂੰ ਆਲਰੇਡੀ ਐਕਸਪਲੇਨ ਜੇ ਕਰ ਹੀ ਚੁੱਕੀ ਹਾਂ। ਹੁਣ ਆ ਚੀਜ਼ ਕੀ ਹੋਏਗੀ, ਆ ਜਿਹੜਾ ਆਪਣਾ ਚੀਜ਼ ਬਣੇਗੀ, ਜੋ ਵੀ ਆਰਗੈਨਿਜ਼ਮ ਬਣੇਗਾ ਉਹ ਕੀ ਹੋਏਗਾ, ਟਾਲ ਬਣੇਗਾ। ਕਿਉਂ? ਕਿਉਂਕਿ ਹੈਟਰੋਜ਼ਾਈਗਸ ਕੰਡੀਸ਼ਨ ਹੈ ਜਿਹੜਾ ਆਪਦੇ ਆਪ ਨੂੰ ਰਿਪਰੈਜ਼ੈਂਟ ਕੀ ਕਰਦਾ ਹੈ, ਉਹ ਕਿਹੜਾ ਹੁੰਦਾ, ਹੋਮੋਜ਼ਾਈਗਸ। ਉਹ ਕਿਹੜਾ ਹੁੰਦਾ, ਡੋਮੀਨੈਂਟ। ਠੀਕ ਹੈ, ਉਹ ਕਿਹੜਾ ਟ੍ਰੇਟ ਹੁੰਦਾ, ਡੋਮੀਨੈਂਟ। ਤੇ ਆਪਾਂ ਨੂੰ ਪਤਾ ਹੈ ਕਿ ਜਿਹੜਾ ਟਾਲਨੈਸ ਦਾ ਟ੍ਰੇਟ ਹੈ ਉਹ ਕੀ ਹੈ, ਡੋਮੀਨੈਂਟ ਵਾਲਾ ਟ੍ਰੇਟ ਹੈ। ਕਿਉਂਕਿ ਮੈਂ ਤੁਹਾਨੂੰ ਰਿਵੀਜ਼ਨ ਕਰਾ ਰਹੀ ਹਾਂ ਤਾਂ ਸਟੈਪ ਬਾय ਸਟੈਪ ਨਹੀਂ ਦੱਸ ਰਹੀ, ਸਾਰੀ ਚੀਜ਼ਾਂ ਇੱਥੇ ਇੰਟਰਲਿੰਕ ਕਰਕੇ ਦੱਸ ਰਹੀ ਹਾਂ। ਠੀਕ ਹੈ, ਆ ਚੀਜ਼ ਤੁਹਾਨੂੰ ਸਮਝ ਆਈ। ਤੇ ਮੰਨ ਲਓ ਜੇ ਮਦਰ ਤੋਂ ਆ ਹੀ ਹੁੰਦਾ ਕਿ ਮੰਨ ਲਓ ਮਦਰ ਦਾ ਵੀ ਕੈਪੀਟਲ ਟੀ ਹੁੰਦਾ ਆ ਚੀਜ਼, ਤਾਂ ਫਿਰ ਆਪਣੇ ਕੋਲ ਜਿਹੜੀ ਪ੍ਰੋਜੈਨੀ ਬੰਦੀ ਉਹ ਕੈਪੀਟਲ ਟੀ ਬੰਦੀ। ਮੰਨ ਲਓ ਮਦਰ ਤੇ ਫਾਦਰ ਦੋਨਾਂ ਦਾ ਕੈਪੀਟਲ ਟੀ ਸਮੋਲ ਟੀ ਵਾਲਾ ਜੇ ਆਪਣੇ ਕੋਲ ਆਂਦਾ ਤਾਂ ਆਪਣੇ ਕੋਲ ਕੀ ਪ੍ਰੋਜੈਨੀ ਬੰਦੀ, ਸਮੋਲ ਟੀ। ਫਿਰ ਆਪਣੇ ਕੋਲ ਜਿਹੜੀ ਪ੍ਰੋਜੈਨੀ ਬੰਦੀ ਉਹ ਡਵਾਰਫ ਹੁੰਦੀ। ਠੀਕ ਹੈ, ਇਹ ਆਪਣੇ ਕੰਡੀਸ਼ਨਸ ਹੋ ਗਈਆਂ। ਤਾਂ ਮਤਲਬ ਕਿ ਇਹਦੇ ਤੇ ਕੋਈ ਵੀ ਜਿਹੜੀ ਜੀਨ ਪ੍ਰੈਜ਼ੈਂਟ ਹੋਏਗੀ ਉਹ ਸਟੈਮ ਹਾਈਟ ਵਾਲੀ ਪ੍ਰੈਜ਼ੈਂਟ ਹੋਏਗੀ, ਬਟ ਟ੍ਰੇਟ ਕਿਹੜਾ ਹੋਏਗਾ ਉਹ ਡਿਫਰੈਂਟ ਹੋ ਸਕਦਾ ਹੈ। ਜਿਹੜੇ ਸਪੈਸੀਫਿਕ ਸੇਮ ਲੋਕਸ ਤੇ ਪ੍ਰੈਜ਼ੈਂਟ ਹੋਵੇ ਆਫ ਅ ਹੋਮੋਲੋਗਸ ਕ੍ਰੋਮੋਸੋਮ ਤੇ ਉਹ ਡਿਫਰੈਂਟ ਕੈਰੈਕਟਰਸ ਨੂੰ ਐਕਸਪ੍ਰੈਸ ਕਰੇ, ਉਹਨੂੰ ਆਪਾਂ ਕੀ ਕਹਿੰਦੇ ਆ, ਐਲੀਲ ਕਹਿੰਦੇ ਆ। ਉਹਨੂੰ ਆਪਾਂ ਕੀ ਕਹਿੰਦੇ ਆ, ਐਲੀਲ ਕਹਿੰਦੇ ਆ। ਹੁਣ ਐਸ ਕ੍ਰੋਮੋਸੋਮ ਤੇ ਆ ਜਿਹੜੀ A ਜੀਨ ਹੈ ਤੇ ਆ ਵਾਲੀ A ਜੀਨ ਹੈ, ਜਿਹੜੇ ਸਪੈਸੀਫਿਕ ਲੋਕਸ ਤੇ ਆਮਨੇ ਸਾਹਮਣੇ ਪ੍ਰੈਜ਼ੈਂਟ ਹੈ ਉਹਨੂੰ ਆਪਾਂ ਐਲੀਲ ਕਵਾਂਗੇ। ਹੁਣ ਜੀਨ ਤਾਂ ਇਹਦੇ ਤੇ ਵੀ ਪ੍ਰੈਜ਼ੈਂਟ ਹੈ ਪਰ ਇਹ ਦੂਸਰਾ ਕੋਈ ਹੋਰ ਕਿਸੇ ਹੋਰ ਕੈਰੈਕਟਰ ਦੀ ਪ੍ਰੈਜ਼ੈਂਟ ਹੈ। ਠੀਕ ਹੈ, ਤੇ ਜਿਹੜੀ ਫਿਰ ਆ ਵਾਲੀ ਜੀਨਸ ਹੋ ਗਈ ਨਾ, ਜੀਨ A ਤੇ B, ਜਿਹੜੀ ਜੀਨ A ਤੇ B ਹੋ ਗਈ ਇਹ ਆਪਸ ਵਿੱਚ ਨੋਨ ਐਲੀਲਿਕ ਜੀਨਸ ਨੇ। ਇਹ ਕੀ ਨੇ, ਨੋਨ ਐਲੀਲਿਕ ਜੀਨਸ ਨੇ। ਜੀਨਸ ਤਾਂ ਵੀ ਨੇ ਬਟ ਉਹ ਅਲੱਗ-ਅਲੱਗ ਨੇ। ਹੁਣ ਜਿਹੜੀ ਸੇਮ ਲੋਕਸ ਤੇ ਹੀ ਪ੍ਰੈਜ਼ੈਂਟ ਹੈ, ਕੈਪੀਟਲ ਟੀ ਤੇ ਆ ਸਮੋਲ ਟੀ, ਕੈਪੀਟਲ ਟੀ ਜਿਹੜੀ ਵੀ ਹੋਏਗੀ, ਮਤਲਬ ਰਿਪਰੈਜ਼ੈਂਟ ਤਾਂ ਇੱਕ ਹੀ ਕੈਰੈਕਟਰ ਨੂੰ ਕਰ ਰਹੀਆਂ ਨੇ। ਤੇ ਜਿਹੜਾ ਇੱਕ ਹੀ ਕੈਰੈਕਟਰ ਨੂੰ ਰਿਪਰੈਜ਼ੈਂਟ ਕਰ ਰਹੀਆਂ ਨੇ ਇਹਨੂੰ ਆਪਾਂ ਕੀ ਕਵਾਂਗੇ, ਇਹਨੂੰ ਆਪਾਂ ਕਵਾਂਗੇ ਐਲੀਲਿਕ ਜੀਨਸ। ਇਹਨੂੰ ਆਪਾਂ ਕੀ ਕਵਾਂਗੇ, ਐਲੀਲਿਕ ਜੀਨਸ। ਸਮਝ ਆਈ ਤੁਹਾਨੂੰ ਆ ਗੱਲ? ਹੁਣ ਐਲੀਲ ਦੀ ਡੈਫੀਨੇਸ਼ਨ ਪੜੋ। ਜੇ ਤੁਹਾਨੂੰ ਹਲੇ ਤੱਕ ਸਾਰਾ ਪੁਆਇੰਟ ਕਲੀਅਰ ਹੈ ਤਾਂ ਐਲੀਲ ਦੀ ਡੈਫੀਨੇਸ਼ਨ ਪੜੋ। alternate form of one gene which are present on the same locus of homologous pair of chromosome and regulate the different forms of a character। ठीक है, alternate form of one gene, एक gene का alternate form हो गया which are present on the same locus of homologous pair of chromosome, मतलब एक specific position ਤੇ present है। मैं ਤੁਹਾਨੂੰ locus ਦਾ मतलब ਕੱਲ ਦੱਸਿਆ ਸੀ ਕਿ ਇੱਕ specific position ਤੇ present ਹੈ of a chromosome। ਠੀਕ ਹੈ, ਤੇ ਕੀ ਕਰਦਾ, ਰੈਗੂਲੇਟ ਕਰਦਾ ਆਪਣੇ ਜੀਨ ਦੇ ਐਕਸਪ੍ਰੈਸ਼ਨ ਨੂੰ, ਡਿਫਰੈਂਟ ਕੈਰੈਕਟਰਸ ਨੂੰ ਐਕਸਪ੍ਰੈਸ ਕਰਦਾ ਹੈ। ਠੀਕ ਹੈ, ਤਾਂ ਇਹ ਆਪਾਂ ਕੀ ਕਹਿ ਦਿੰਦੇ ਆ, ਅਲਟਰਨੇਟਿਵ ਫਾਰਮ ਆਫ ਜੀਨ। ਕਿਹਨੂੰ ਕਹਿ ਦਿੰਦੇ ਆ, ਅਲੀਲ ਨੂੰ ਕਹਿ ਦਿੰਦੇ ਆ। ਆਈ ਥਿੰਕ ਆਈ ਐਮ ਵੈਰੀ ਕਲੀਅਰ। ਉਸ ਤੋਂ ਬਾਅਦ ਡੋਮੀਨੈਂਟ
ट्रेट ते रिसेसिव ट्रेट की गल होगी। ਜਿਹੜਾ ट्रेट अपने होमोजाइगस ते हेटरोजाइगस दोवें कंडीशंस विच आपदे आप ਨੂੰ ਐਕਸਪ੍ਰੈਸ ਕਰ ਪਾਏ ਉਹਨੂੰ ਆਪਾਂ ਕੀ ਕਵਾਂਗੇ ਡੋਮੀਨੈਂਟ ਟ੍ਰੇਟ। ਤੇ ਰਿਸੈਸਿਵ ਟ੍ਰੇਟ ਕਿਹੜਾ ਜਿਹੜਾ ਸਿਰਫ ਤੇ ਸਿਰਫ ਹੈਟਰੋਜ਼ਾਈਗਸ ਕੰਡੀਸ਼ਨ ਵਿੱਚ ਹੀ ਆਪਦੇ ਆਪ ਨੂੰ ਐਕਸਪ੍ਰੈਸ ਕਰ ਪਾਏ। ਮੰਨ ਲਓ ਜਿਵੇਂ ਹੁਣ ਟਾਲਨੈਸ ਦਾ ਟ੍ਰੇਟ ਹੈ ਕੈਪੀਟਲ ਟੀ ਤੇ ਕੈਪੀਟਲ ਟੀ ਸਮਾਲ ਟੀ ਹਨਾ, ਇਹ ਦੋਵਾਂ ਕੇਸਿਸ ਵਿੱਚ ਜਿਹੜਾ ਪ੍ਰੋਡਕਟ ਬਣੇਗਾ ਉਹ ਜਿਹੜੀ ਪ੍ਰੋਜੈਨੀ ਬਣੇਗੀ ਉਹ ਕਿਹੜੀ ਬਣੇਗੀ ਟਾਲ ਬਣੇਗੀ। मतलब कि ਜਿਹੜਾ ਟਾਲਨੈਸ ਵਾਲਾ ਕਰੈਕਟਰ ਹੈ ਸਟੈਮ ਹਾਈਟ ਦੇ ਪੀ ਪਲਾਂਟ ਦੀ ਜੇ ਆਪਾਂ ਗੱਲ ਕਰਦੇ ਹਾਂ ਜਿਹੜਾ ਟਾਲਨੈਸ ਵਾਲਾ ਕਰੈਕਟਰ ਹੈ ਉਹ ਕੀ ਹੈ ਡੋਮੀਨੈਂਟ ਹੈ। ਜਦੋਂ ਸਮਾਲ ਟੀ ਆਉਂਦੀ ਹੈ ਕੰਡੀਸ਼ਨ ਉਦੋਂ ਹੀ ਸਿਰਫ ਡਵਾਰਫ ਮਿਲਦਾ ਹੈ। ਤੇ ਜਿਹੜਾ ਆਪਦੇ ਆਪ ਨੂੰ ਸਿਰਫ ਤੇ ਸਿਰਫ ਹੋਮੋਜ਼ਾਈਗਸ ਕੰਡੀਸ਼ਨ ਵਿੱਚ ਐਕਸਪ੍ਰੈਸ ਕਰ ਪਾਏ ਠੀਕ ਹੈ। ਮੇਲ ਪੈਰੈਂਟ ਤੋਂ ਵੀ ਸਮਾਲ ਟੀ ਆਇਆ ਫੀਮੇਲ ਪੈਰੈਂਟ ਤੋਂ ਵੀ ਸਮਾਲ ਟੀ ਆਇਆ। ਜਦੋਂ ਇਹ ਕੰਡੀਸ਼ਨ ਆਉਂਦੀ ਹੈ ਉਸ ਟਾਈਮ ਤੇ ਆਪਾਂ ਇਹ ਚੀਜ਼ ਕਹਿੰਦੇ ਆ ਉਸ ਟਾਈਮ ਤੇ ਆਪਾਂ ਕਹਿੰਦੇ ਆ ਕਿ ਜਿਹੜਾ ਰਿਸੈਸਿਵ ਵਾਲਾ ਟ੍ਰੇਟ ਹੈ ਉਹ ਆਪਾਂ ਨੂੰ ਦਿਖੇਗਾ। ਤੇ ਜਦੋਂ ਉਸ ਟਾਈਮ ਤੇ ਉਹ ਟ੍ਰੇਟ ਦਿਖਦਾ ਸਿਰਫ ਤੇ ਸਿਰਫ ਹੁਣ ਜੇ ਮੰਨ ਲਓ ਤੇ ਕੈਪੀਟਲ ਟੀ ਆ ਜੇ ਇੱਕ ਪੈਰੈਂਟ ਤੋਂ ਤੇ ਸਮਾਲ ਟੀ ਦਿਖੇਗਾ ਨਹੀਂ ਆਪਾਂ ਨੂੰ ਕੀ ਦਿਖੇਗਾ ਪਲਾਂਟ ਟਾਲ ਦਿਖੇਗਾ। ਇਹਨੂੰ ਹੀ ਆਪਾਂ ਕੀ ਕਹਿੰਦੇ ਆ ਲਾਅ ਆਫ ਡੋਮੀਨੈਂਸ ਕਹਿੰਦੇ ਆ। the trait which appears in both homozygous and heterozygous condition ਜਦੋਂ ਹੈਗਾ ਹੀ ਕੈਪੀਟਲ ਟੀ ਤੇ ਕੈਪੀਟਲ ਟੀ ਹੈ ਉਦੋਂ ਤਾਂ ਆਪਾਂ ਨੂੰ ਟਾਲ ਦਿਖੇਗਾ ਹੀ ਦਿਖੇਗਾ ਬਟ ਜਦੋਂ ਨਾਲ ਸਮਾਲ ਟੀ ਵੀ ਹੈ ਪਰ ਕੈਪੀਟਲ ਟੀ ਵੀ ਹੈ ਜੇ ਉਦੋਂ ਵੀ ਆਪਾਂ ਨੂੰ ਟਾਲ ਦਿਖ ਰਿਹਾ ਮਤਲਬ ਟਾਲਨੈਸ ਕੀ ਹੈ ਹੁੰਦਾ ਡੋਮੀਨੈਂਟ ਟ੍ਰੇਟ ਹੈ ਠੀਕ ਹੈ। ਸਮਝ ਗਏ ਇੱਥੋਂ ਤੱਕ। ਹੁਣ ਨੈਕਸਟ ਚੀਜ਼ ਉਸ ਤੋਂ ਬਾਅਦ ਆਪਾਂ ਫੀਨੋਟਾਈਪ ਦੀ ਗੱਲ ਕੀਤੀ ਸੀ ਤਾਂ ਫੀਨੋਟਾਈਪ ਕੀ ਸੀ ਫੀਨੋਟਾਈਪ ਸੀ ਕਿ ਫਿਜ਼ੀਕਲ ਅਪੀਅਰੈਂਸ ਫੀਨੋਟਾਈਪ ਕੀ ਸੀ ਫਿਜ਼ੀਕਲ ਅਪੀਅਰੈਂਸ ਆਫ ਅ ਕਰੈਕਟਰ ਉਹਨੂੰ ਆਪਾਂ ਕੀ ਕਿਹਾ ਸੀ ਫੀਨੋਟਾਈਪ। ਹੁਣ ਜਿਵੇਂ ਕਿ ਕੈਪੀਟਲ ਟੀ ਤੇ ਕੈਪੀਟਲ ਟੀ ਸਮਾਲ ਟੀ ਇਹ ਦੋਨੋਂ ਕਿਹਨੂੰ ਰੈਪਰੈਜ਼ੈਂਟ ਕਰਦੇ ਨੇ ਟਾਲ ਨੂੰ ਤੇ ਸਮਾਲ ਟੀ ਕਰਦੇ ਨੇ ਡਵਾਰਫ ਨੂੰ। ਮਤਲਬ ਕਿ ਵੇਖਣ ਵਿੱਚ ਤਾਂ ਪਲਾਂਟਸ ਸਿਰਫ ਦੋ ਤਰ੍ਹਾਂ ਦੇ ਨੇ ਪਰ ਜਿਹੜੇ ਜੀਨੋਟਾਈਪਸ ਨੇ ਜਿਹੜਾ ਉਹਨਾਂ ਦਾ ਜੈਨੇਟਿਕ ਮੇਕਅਪ ਹੈ ਜਾਂ ਜੈਨੇਟਿਕ ਕਨਸਟੀਟਿਊਸ਼ਨ ਹੈ ਉਹ ਡਿਫਰੈਂਟ ਹੈ ਠੀਕ ਹੈ। ਜੈਨੇਟਿਕ ਕਨਸਟੀਟਿਊਸ਼ਨ ਹੈ ਉਹ different है। The genetic constitution of a gene is known as genotype. Genetic constitution of a gene is known as genotype. I think I am very clear till here. दूसरी ਜਿਹੜੀ ਆਪਾਂ ਚੀਜ਼ ਕੀਤੀ ਸੀ ਦੂਸਰੀ ਆਪਾਂ ਗੱਲ ਕੀਤੀ ਸੀ ਮੈਂਡਲ ਦੇ ਲਾਜ਼ ਆਫ ਇਨਹੈਰੀਟੈਂਸ ਦੀ ਕਿ ਮਤਲਬ ਉਹ ਆਪਾਂ ਸ਼ੁਰੂ ਕੀਤੇ ਸੀ ਉਹਦੇ ਵਿੱਚ ਆਪਾਂ ਚੀਜ਼ ਡਿਸਕਸ ਕੀਤੀ ਸੀ ਕਿ ਮੈਂਡਲ ਨੇ ਪੀ ਪਲਾਂਟ ਨੂੰ ਕਿਉਂ ਚੂਜ਼ ਕੀਤਾ ਤੇ ਕਿਵੇਂ ਉਹਨਾਂ ਨੇ ਐਕਸਪੈਰੀਮੈਂਟਸ ਕੀਤੇ ਠੀਕ ਹੈ। ਸਭ ਤੋਂ ਪਹਿਲੇ ਆਪਾਂ ਆ ਗੱਲ ਕੀਤੀ ਸੀ ਕਿ 1856 ਤੋਂ 1863 ਤੱਕ ਇਹਨਾਂ ਨੇ ਕੀ ਕੀਤੇ ਸੀ 1856 ਤੋਂ 1863 ਤੱਕ ਇਹਨਾਂ ਨੇ ਕੀਤੇ ਸੀਗੇ ਐਕਸਪੈਰੀਮੈਂਟਸ ਹਾਈਬ੍ਰਿਡਾਈਜੇਸ਼ਨ ਐਕਸਪੈਰੀਮੈਂਟਸ ਕੀਤੇ ਸੀ। ਇਹਨਾਂ ਨੇ ਚੂਜ਼ ਕੀਤਾ ਸੀ ਪੀ ਪਲਾਂਟ ਜਿਹਦਾ ਕੀ ਨਾਮ ਹੈ ਪਾਈਜ਼ਮ ਸੈਟਾਈਵਮ। ਕੀ ਨਾਮ ਹੈ ਪਲਾਂਟ ਦਾ ਪਾਈਜ਼ਮ ਸੈਟਾਈਵਮ। ਪਾਈਜ਼ਮ ਸੈਟਾਈਵਮ ਆਪਾਂ ਕਿਹਨੂੰ ਕਹਿੰਦੇ ਆ ਪੀ ਪਲਾਂਟ ਨੂੰ ਕਹਿੰਦੇ ਆ ਠੀਕ ਹੈ। ਇਹਨਾਂ ਨੇ ਹਾਈਬ੍ਰਿਡਾਈਜੇਸ਼ਨ ਐਕਸਪੈਰੀਮੈਂਟਸ ਕੀਤੇ ਸੀ ਵਿਦ ਮੈਥਮੈਟਿਕਲ ਲੌਜਿਕਸ। ਇਹਨਾਂ ਨੇ ਕੀ ਅਪਲਾਈ ਕੀਤਾ ਸੀ ਮੈਥਮੈਟਿਕਲ ਲੌਜਿਕ ਅਪਲਾਈ ਕੀਤੀ ਸੀ ਸਟੈਟਿਸਟਿਕਸ ਅਪਲਾਈ ਕੀਤੀ ਸੀ ਤੇ ਪਹਿਲੀ ਵਾਰੀ ਹੋਈ ਸੀ ਉਹ ਬਾਇਓਲੋਜੀ ਦੇ ਵਿੱਚ ਠੀਕ ਹੈ। ਤੇ ਦੂਸਰੀ ਚੀਜ਼ ਇਹਨਾਂ ਨੇ ਪੀ ਪਲਾਂਟ ਨੂੰ ਕਿਉਂ ਸਿਲੈਕਟ ਕੀਤਾ ਸੀ ਆਪਾਂ ਚੀਜ਼ਾਂ ਕੀਤੀਆਂ ਸੀ ਇੱਕ ਤਾਂ ਕੀ ਹੈ ਲਾਈਫ ਸਪੈਨ ਸ਼ਾਰਟ ਹੈ ਲਾਈਫ ਸਪੈਨ ਸ਼ਾਰਟ ਸੀਗਾ 3 ਤੋਂ 4 ਮਹੀਨਿਆਂ ਦਾ ਸੀ ਠੀਕ ਹੈ। ਦੂਸਰੀ ਆਪਾਂ ਹੋਰ ਕੀ ਚੀਜ਼ ਕੀਤੀ ਸੀ ਦੂਸਰੀ ਆਪਾਂ ਕਿਹਾ ਕਿ ਈਜ਼ੀਲੀ ਕਲਟੀਵੇਬਲ ਸੀ ਠੀਕ ਹੈ। ਪਲਾਂਟ ਕੀ ਸੀ ਬਾਈਸੈਕਸ਼ੂਅਲ ਸੀ ਈਜ਼ੀਲੀ ਕਲਟੀਵੇਬਲ ਸੀ ਬਾਈਸੈਕਸ਼ੂਅਲ ਸੀ ਤਾਂ ਸੈਲਫ ਪੋਲੀਨੇਸ਼ਨ ਜਾਂ ਸੈਲਫਿੰਗ ਆਪਾਂ ਕਰਾ ਸਕਦੇ ਸੀ ਠੀਕ ਹੈ। ਪਲਾਂਟ ਕੀ ਹੈ ਬਾਈਸੈਕਸ਼ੂਅਲ ਸੀ। ਦੂਜੇ ਦੇ ਵਿੱਚ ਕੀ ਸੀ ਪ੍ਰੈਜ਼ੈਂਟ ਕਾਫੀ ਸਾਰੇ ਕੰਟਰਾਸਟਿੰਗ ਟ੍ਰੇਟਸ ਪ੍ਰੈਜ਼ੈਂਟ ਸੀ ਤੇ ਕਿੰਨੇ ਕੰਟਰਾਸਟਿੰਗ ਕਰੈਕਟਰਸ ਪ੍ਰੈਜ਼ੈਂਟ ਸੀ ਕੰਟਰਾਸਟਿੰਗ ਕਰੈਕਟਰਸ ਪ੍ਰੈਜ਼ੈਂਟ ਸੀ। ਕਿੰਨੇ ਕਰੈਕਟਰਸ ਮੈਂਡਲਸਨ ਨੇ ਲਿਖਤੇ ਸੀ ਮੈਂਡਲਸਨ ਨੇ 7 ਕਰੈਕਟਰ ਲਿਖਤੇ ਸੀ ਜਿਨ੍ਹਾਂ ਦੇ ਜਦੋਂ ਆਪਾਂ ਮੈਂ ਵਰਡ ਯੂਜ਼ ਕਰਤਾ ਕੰਟਰਾਸਟਿੰਗ ਕਰੈਕਟਰਸ ਮਤਲਬ 7 ਕਰੈਕਟਰ ਸੀ ਤੇ ਕੰਟਰਾਸਟ ਕਰਦੇ ਆ ਮਤਲਬ ਕਿ ਪੇਅਰਸ ਵਿੱਚ ਹੋਣਗੇ ਤੇ ਉਹ ਜਿਹੜੇ ਕੰਟਰਾਸਟਿੰਗ ਕਰੈਕਟਰ ਸੀ ਉਹ ਕਿੰਨੇ ਹੋਣਗੇ 14 ਹੋਣਗੇ ਕਿਉਂਕਿ ਹਰ ਕਰੈਕਟਰ ਦੇ ਦੋ ਟ੍ਰੇਟ ਸੀ ਜਿਵੇਂ ਕਿ ਸਟੈਮ ਹਾਈਟ ਸੀ ਤਾਂ ਉਹ ਟਾਲ ਵੀ ਹੋ ਸਕਦਾ ਔਰ ਡਵਾਰਫ ਵੀ ਹੋ ਸਕਦਾ ਹੈ। ਫਿਰ ਆਪਾਂ ਇਹਨਾਂ ਕਰੈਕਟਰਸ ਬਾਰੇ ਗੱਲ ਕੀਤੀ ਸੀ 7 ਜਿਹੜੇ ਕੰਟਰਾਸਟਿੰਗ ਕਰੈਕਟਰਸ ਨੇ ਠੀਕ ਹੈ ਇਹਨਾਂ ਬਾਰੇ ਆਪਾਂ ਗੱਲ ਕੀਤੀ ਸੀ। ਮੈਂ ਲਗਾਤਾਰ ਬੋਲੀ ਜਾ ਰਹੀ ਹਾਂ ਬਿਨਾਂ ਸਾਹ ਲਿੱਤੇ ਤਾਂ ਮੈਂ ਥੋੜਾ ਜਿਹਾ ਪਾਣੀ ਪੀ ਲਾਂ ਫਿਰ ਆਪਾਂ ਇਹਦੀ ਗੱਲ ਕਰਨੀ ਆ। ਮੈਨੂੰ ਹੈ ਕਿ ਜਲਦੀ ਤੋਂ ਜਲਦੀ ਤੁਹਾਡੀ ਆ ਚੀਜ਼ਾਂ ਰਿਵਾਈਜ਼ ਹੋਣ ਜਿਹੜਾ ਆਪਾਂ ਕੱਲ ਕਰਾ ਲਿਆ ਫਿਰ ਆਪਾਂ ਫਟਾਫਟ ਤੋਂ ਨਵੇਂ ਟੌਪਿਕ ਤੇ ਆਵਾਂਗੇ। ਸੋ ਇਟਸ ਅ 2 minutes break। ਹਾਂਜੀ ਫਿਰ ਆਪਾਂ ਗੱਲ ਕੀਤੀ ਕਿ ਆਪਣੇ ਜਿਹੜੇ ਉਹਨਾਂ ਨੇ ਕਿੰਨੇ ਕੰਟਰਾਸਟਿੰਗ ਕਰੈਕਟਰਸ ਲਿੱਤੇ
7 ਕੰਟਰਾਸਟਿੰਗ ਕੈਰੈਕਟਰਸ ਲਿੱਤੇ ਤੇ ਜਿਹੜੇ 7 ਕੰਟਰਾਸਟਿੰਗ ਕੈਰੈਕਟਰਸ ਨੇ ਉਹ ਕਿਹਨੂੰ ਰਿਪਰੈਜ਼ੈਂਟ ਕਰਦੇ ਨੇ 7 ਕੰਟਰਾਸਟਿੰਗ ਕੈਰੈਕਟਰਸ ਰਿਪਰੈਜ਼ੈਂਟ 14 ਟ੍ਰੇਟਸ ਕਿਹਨੂੰ ਰਿਪਰੈਜ਼ੈਂਟ ਕਰਦੇ ਨੇ 14 ਟ੍ਰੇਟਸ ਹੁੰਦੇ ਨੇ ਇਹਦੇ ਵਿੱਚ I'm really very sorry for this ਹਾਂ ਕਿੰਨੇ ਟ੍ਰੇਟਸ ਹੁੰਦੇ ਨੇ 14 ਟ੍ਰੇਟਸ ਹੁੰਦੇ ਨੇ 7 ਕੈਰੈਕਟਰਸ ਤੇ 14 ਟ੍ਰੇਟਸ ਹੋਣਗੇ ਠੀਕ ਹੈ 7 ਕੰਟਰਾਸਟਿੰਗ ਕੈਰੈਕਟਰਸ 14 ਟ੍ਰੇਟਸ ਹੋਣਗੇ ਉੱਥੇ ਤੁਹਾਨੂੰ ਐਵੇਂ ਵੀ ਲਿਖਿਆ ਹੋਇਆ ਆ ਸਕਦਾ ਹੈ 7 ਪੇਅਰ ਆਫ ਟ੍ਰੇਟਸ ਠੀਕ ਹੈ ਮਤਲਬ ਕਿ ਇੱਕ ਪੇਅਰ ਕੀ ਹੋ ਗਿਆ ਇੱਕ ਪੇਅਰ ਵਿੱਚ ਦੋ ਆ ਗਏ ਨਾ ਜੇ ਜਾਂ ਤਾਂ 7 ਪੇਅਰ ਆਫ ਟ੍ਰੇਟਸ ਲਿਖਿਆ ਹੋਇਆ ਜਾਂ 14 ਟ੍ਰੇਟਸ ਲਿਖਿਆ ਹੋਇਆ ਜਾਂ 7 ਕਰੈਕਟਰਸ ਲਿਖੇ ਹੋਏ ਕਿਉਂਕਿ ਨੀਟ ਵਿੱਚ ਨਾ ਕੁਐਸਚਨ ਪੁੱਛਿਆ ਹੋਇਆ ਹੈ ਕਿ ਕਿੰਨੇ ਕਰੈਕਟਰਸ ਹੈ ਟ੍ਰੇਟਸ ਹੈ ਜਦੋਂ ਆਪਾਂ ਪੇਪਰ ਵਿੱਚ ਹੁੰਦੇ ਨਾ ਆਪਾਂ ਇਸ ਚੀਜ਼ ਦਾ ਧਿਆਨ ਨਹੀਂ ਦਿੰਦੇ ਤਾਂ ਤੁਸੀਂ ਧਿਆਨ ਦੇ ਕੇ ਪੜ੍ਹਨਾ ਜਦੋਂ ਗੱਲ ਆ ਗਈ ਟ੍ਰੇਟ ਦੀ ਉਦੋਂ ਆਪਾਂ ਆਨਸਰ ਦੇਣਾ 14 ਜਦੋਂ ਗੱਲ ਆ ਗਈ ਕਰੈਕਟਰਸ ਦੀ ਉਦੋਂ ਆਪਾਂ ਆਨਸਰ ਦੇਣਾ 7 ਬਟ ਜਦੋਂ ਆਪਾਂ ਨੂੰ ਪੁੱਛ ਲਿਆ ਕਿ ਪੇਅਰ ਆਫ ਟ੍ਰੇਟਸ ਤਾਂ ਉਦੋਂ ਆਪਣਾ ਆਨਸਰ 7 ਹੋ ਜਾਏਗਾ ਕਿਉਂਕਿ ਇੱਕ ਪੇਅਰ ਵਿੱਚ ਦੋ ਇਨਕਲੂਡ ਹੋ ਗਏ ਤੇ ਇਹ ਬੜਾ ਕਨਫਿਊਜ਼ਨ ਵਾਲੀ ਚੀਜ਼ ਹੁੰਦੀ ਹੈ ਸਟੂਡੈਂਟਸ ਵਾਸਤੇ ਠੀਕ ਹੈ ਹੁਣ ਦੂਸਰੀ ਜਿਹੜੀ ਆਪਾਂ ਇੰਪੋਰਟੈਂਟ ਚੀਜ਼ ਕਰਨੀ ਹੈ ਹੁਣ ਮੈਂ ਤੁਹਾਨੂੰ ਇੱਕ ਆ ਚੀਜ਼ ਦੱਸਦੀ ਹਾਂ ਆਪਣੇ ਕੋਲ ਨਾ ਹੁਣ ਆ ਜਿਹੜੇ ਦੋ ਟ੍ਰੇਟਸ ਨੇ ਇੱਕ ਆਪਣਾ ਡੋਮੀਨੈਂਟ ਵਾਲਾ ਟ੍ਰੇਟ ਹੈ ਇੱਕ ਆਪਣਾ ਰਿਸੈਸਿਵ ਵਾਲਾ ਟ੍ਰੇਟ ਹੈ ਜਿਹੜਾ ਡੋਮੀਨੈਂਟ ਆਪਾਂ ਸਾਰੇ ਟ੍ਰੇਟਸ ਦੀ ਗੱਲ ਕਰਾਂਗੇ ਸਭ ਤੋਂ ਪਹਿਲਾਂ ਜਿਹੜਾ ਆਪਣਾ ਟ੍ਰੇਟ ਹੈ ਜਿਹਦੇ ਬਾਰੇ ਆਪਾਂ ਆਲਰੇਡੀ ਡਿਸਕਸ ਵੀ ਕਰ ਚੁੱਕੇ ਸਭ ਤੋਂ ਪਹਿਲੇ ਆਪਾਂ ਦੇਖਦੇ ਹਾਂ ਪਲਾਂਟ ਹਾਈਟ ਨੂੰ ਹੋਰ ਵੀ ਕੀ ਕਿਹਾ ਜਾ ਸਕਦਾ ਸਟੈਮ ਹਾਈਟ ਪਲਾਂਟ ਹਾਈਟ ਕੀ ਹੋ ਸਕਦੀ ਹੈ ਜਾਂ ਤਾਂ ਟਾਲ ਹੋ ਸਕਦੀ ਹੈ ਡਵਾਰਫ ਹੋ ਸਕਦੀ ਹੈ ਤੇ ਆਪਾਂ ਦੇਖਿਆ ਸੀ ਕਿ ਜਿਹੜੀ ਕੈਪੀਟਲ ਟੀ ਸਮਾਲ ਟੀ ਵਾਲੀ ਕੰਡੀਸ਼ਨ ਸੀ ਉਹਦੇ ਵਿੱਚ ਤੁਹਾਨੂੰ ਕਿਸ ਤਰ੍ਹਾਂ ਦਾ ਦੇਖਣ ਨੂੰ ਮਿਲਦੀ ਸੀ ਟਾਲਨੈਸ ਵਾਲੀ ਚੀਜ਼ ਆਉਂਦੀ ਸੀ ਮਤਲਬ ਕਿ ਉਹ ਕਿਹੜਾ ਟ੍ਰੇਟ ਹੈ ਆਪਣਾ ਡੋਮੀਨੈਂਟ ਵਾਲਾ ਠੀਕ ਹੈ ਉਸ ਤੋਂ ਬਾਅਦ ਆਪਾਂ ਗੱਲ ਕਰ ਲੈਂਦੇ ਹਾਂ ਫਲਾਰ ਪੋਜੀਸ਼ਨ ਦੀ ਹੁਣ ਜਿਹੜਾ ਫਲਾਰ ਪੋਜੀਸ਼ਨ ਹੈ ਉਹ ਟਰਮੀਨਲ ਪੋਜੀਸ਼ਨ ਤੇ ਪ੍ਰੈਜ਼ੈਂਟ ਹੈ ਮੰਨ ਲਓ ਇੱਥੇ ਹਨਾ ਟਰਮੀਨਲ ਪੋਜੀਸ਼ਨ ਤੇ ਪ੍ਰੈਜ਼ੈਂਟ ਹੈ ਐਟ ਟਿਪਸ ਆਫ ਬ੍ਰਾਂਚੇਸ ਉਹਨੂੰ ਆਪਾਂ ਕੀ ਕਹਿ ਦਾਂਗੇ ਟਰਮੀਨਲ ਉਹਨੂੰ ਆਪਾਂ ਕੀ ਕਵਾਂਗੇ ਟਰਮੀਨਲ ਠੀਕ ਹੈ ਇਹਨੂੰ ਆਪਾਂ ਟਰਮੀਨਲ ਵੀ ਕਹਿ ਸਕਦੇ ਹਾਂ ਇਹ ਕੀ ਹੈ ਜਿਹੜਾ ਟਰਮੀਨਲ ਬ੍ਰਾਂਚਿੰਗ ਤੇ ਪ੍ਰੈਜ਼ੈਂਟ ਹੈ ਟਿਪਸ ਤੇ ਪ੍ਰੈਜ਼ੈਂਟ ਹੈ ਆਪਣਾ ਰਿਸੈਸਿਵ ਟ੍ਰੇਟ ਹੈ ਤੇ ਜਿਹੜਾ ਐਕਸੀਅਲ ਵਾਲਾ ਹੈ ਜਿਹੜਾ ਐਟ ਦ ਲੀਫ ਜੰਕਸ਼ਨ ਮਤਲਬ ਐਵੇਂ ਲੀਫ ਹੈ ਇੱਥੇ ਬ੍ਰਾਂਚੇਸ ਹੈਗੀਆਂ ਨੇ ਬਹੁਤ ਸਾਰੀਆਂ ਇੱਥੇ ਫਲਾਵਰਸ ਪ੍ਰੈਜ਼ੈਂਟ ਨੇ ਠੀਕ ਹੈ ਜਿਹੜੀ ਬ੍ਰਾਂਚਿੰਗ ਤੇ ਫਲਾਵਰਸ ਪ੍ਰੈਜ਼ੈਂਟ ਹੋਣਗੇ ਉਹਨਾਂ ਨੂੰ ਆਪਾਂ ਕੀ ਕਹਾਂਗੇ ਐਕਸੀਅਲ ਫਲਾਵਰਸ ਕੀ ਕਹਾਂਗੇ ਐਕਸੀਅਲ ਫਲਾਵਰਸ ਐਟ ਲੀਫ ਜੰਕਸ਼ਨ ਨੂੰ ਕੀ ਕਹਾਂਗੇ ਐਕਸੀਅਲ ਫਲਾਵਰਸ I think I am very clear till here ਦੂਸਰੀ ਗੱਲ ਹੈ ਆਪਾਂ ਜੇ ਗੱਲ ਕਰੀਏ ਫਲਾਰ ਕਲਰ ਦੀ ਜਿਹੜਾ ਫਲਾਰ ਕਲਰ ਹੈ ਇੱਥੇ ਆਪਾਂ ਵਰਡ ਪਰਪਲ ਯੂਜ਼ ਕੀਤਾ ਹੋਇਆ ਜੈਸੇ ਵਾਇਲਟ ਵੀ ਲਿਖਿਆ ਹੋ ਸਕਦਾ ਤੁਹਾਡੇ ਐਗਜ਼ਾਮ ਵਿੱਚ ਉਹ ਕਿਹੜਾ ਟ੍ਰੇਟ ਹੈ ਉਹ ਡੋਮੀਨੈਂਟ ਵਾਲਾ ਟ੍ਰੇਟ ਹੈ ਆ ਜਿਹੜੀ ਸਲਾਈਡ ਹੈ ਨਾ ਇਹਦੇ ਵਿੱਚੋਂ ਤੁਹਾਨੂੰ ਕੁਐਸਚਨ ਵੇਖਣ ਨੂੰ ਮਿਲ ਹੀ ਸਕਦਾ ਪੱਕਾ ਕਿਉਂਕਿ ਕਦੇ ਤਾਂ ਇਹ ਟ੍ਰੇਟ ਤੋਂ ਕੁਐਸਚਨ ਪੁੱਛ ਲੈਂਦੇ ਆ ਕਦੇ ਆ ਕੁਐਸਚਨ ਪੁੱਛ ਲੈਂਦੇ ਆ ਕਿ ਮੈਂਡਲ ਨੇ ਕਿਹੜਾ ਕਰੈਕਟਰ ਸਟੱਡੀ ਕੀਤਾ ਸੀ ਕਦੇ ਆ ਕੁਐਸਚਨ ਪੁੱਛ ਲੈਂਦੇ ਆ ਕਿ ਕਿਹੜਾ ਡੋਮੀਨੈਂਟ ਟ੍ਰੇਟ ਹੈ ਤਾਂ ਆ ਟੇਬਲ ਹੈ ਨਾ ਜਿਹੜੀ ਤੁਹਾਨੂੰ ਰੱਟ ਜਾਣੀ ਚਾਹੀਦੀ ਹੈ ਤੇ ਚੰਗੀ ਤਰ੍ਹਾਂ ਯਾਦ ਹੋਣੀ ਚਾਹੀਦੀ ਹੈ ਠੀਕ ਹੈ ਹੁਣ ਜਿਹੜਾ ਆਪਣਾ ਰਿਸੈਸਿਵ ਵਾਲਾ ਇੱਕ ਫਲਾਰ ਦਾ ਕਲਰ ਉਹ ਕਿਹੜਾ ਹੈ ਵਾਈਟ ਆਈ ਥਿੰਕ ਆਈ ਐਮ ਵੈਰੀ ਕਲੀਅਰ ਟਿਲ ਹੇਅਰ ਹੁਣ ਫਲਾਰ ਵਾਲੀ ਚੀਜ਼ ਹੋਗੀ ਸਟੈਮ ਹਾਈਟ ਦੀ ਚੀਜ਼ ਹੋਗੀ ਹੁਣ ਜਿਹੜਾ ਪੋਡ ਕਲਰ ਹੈ ਤੇ ਸੀਡ ਕਲਰ ਹੈ ਇਹਦੇ ਵਿੱਚ ਥੋੜੀ ਜਿਹੀ ਕਨਫਿਊਜ਼ਨ ਹੁੰਦੀ ਹੈ ਜਿਹੜਾ ਪੋਡ ਕਲਰ ਹੈ ਕਲਰ ਆਫ ਪੋਡ ਹੈ ਇਹਦੇ ਵਿੱਚ ਜਿਹੜਾ ਆਪਣਾ ਡੋਮੀਨੈਂਟ ਵਾਲਾ ਹੁੰਦਾ ਨਾ ਉਹ ਗ੍ਰੀਨ ਹੁੰਦਾ ਤੇ ਜਿਹੜਾ ਰਿਸੈਸਿਵ ਵਾਲਾ ਹੁੰਦਾ ਉਹ ਯੈਲੋ ਹੁੰਦਾ ਜਿਹੜਾ ਕਲਰ ਆਫ ਸੀਡ ਹੈ ਉਹ ਡੋਮੀਨੈਂਟ ਵਾਲਾ ਯੈਲੋ ਹੁੰਦਾ ਤੇ ਰਿਸੈਸਿਵ ਵਾਲਾ ਗ੍ਰੀਨ ਹੁੰਦਾ ਹੁਣ ਤੁਸੀਂ ਕਹੋਗੇ ਮੈਮ ਆਪਾਂ ਤਾਂ ਮਟਰ ਦੇ ਦਾਣੇ ਖੋਲਦੇ ਆ ਤੇ ਆਪਾਂ ਨੂੰ ਹਮੇਸ਼ਾ ਜ਼ਿਆਦਾਤਰ ਆ ਮਿਲਦਾ ਹੈ ਗ੍ਰੀਨ ਕਲਰ ਦਾ ਦੇਖਣ ਨੂੰ ਮਿਲਦਾ ਹੈ ਉਹ ਬੇਟਾ ਇੰਜੈਕਸ਼ਨਸ ਰਾਹੀਂ ਕੀਤਾ ਜਾਂਦਾ ਕਿਉਂਕਿ ਜਦੋਂ ਯੈਲੋ ਕਲਰ ਦਾ ਨੈਚੁਰਲੀ ਉਹ ਯੈਲੋ ਕਲਰ ਦਾ ਡੋਮੀਨੈਂਟ ਵਾਲਾ ਫਾਰਮ ਹੁੰਦਾ ਹੈ ਬਟ ਜਦੋਂ ਯੈਲੋ ਵਾਲਾ ਆਂਦਾ ਸੀ ਤੇ ਸਾਰਿਆਂ ਨੂੰ ਲੱਗਦਾ ਸੀ ਕਿ ਸ਼ਾਇਦ ਮਟਰ ਖਰਾਬ ਨੇ ਤਾਂ ਕਰਕੇ ਉਹਨੂੰ ਆਰਟੀਫੀਸ਼ੀਅਲੀ ਗ੍ਰੀਨ ਕੀਤਾ ਜਾਂਦਾ ਆਈ ਥਿੰਕ ਆ ਤੁਹਾਡੇ ਵਾਸਤੇ ਨਵੀਂ ਚੀਜ਼ ਸੀ ਪਤਾ ਹੋਣ ਦੀ ਦੂਸਰੀ ਜੇ ਆਪਾਂ ਗੱਲ ਕਰੀਏ ਹੁਣ ਤੁਹਾਨੂੰ ਕੁਝ ਟਾਈਮ ਬਾਅਦ ਕਨਫਿਊਜ਼ ਹੋ ਸਕਦੇ ਆ ਕਿ ਪੋਡ ਦਾ ਕਲਰ ਕਿਹੜਾ ਵਾਲਾ ਡੋਮੀਨੈਂਟ ਸੀ ਸੀਡ ਦਾ ਕਲਰ ਕਿਹੜਾ ਵਾਲਾ ਡੋਮੀਨੈਂਟ ਸੀ ਤਾਂ ਮੈਂ ਤੁਹਾਨੂੰ ਕੱਲ ਇੱਕ ਟ੍ਰਿਕ ਯਾਦ ਕਰਨ ਨੂੰ ਦਿੱਤੀ ਸੀ ਪੀਜੀ ਆਪਾਂ ਟ੍ਰਿਕ ਇੱਕ ਯਾਦ ਕਰਨ ਨੂੰ ਦਿੱਤੀ ਸੀ ਕਿਹੜੀ ਟ੍ਰਿਕ ਯਾਦ ਕਰਨ ਨੂੰ ਦਿੱਤੀ ਸੀ ਪੀਜੀ ਦਾ ਮਤਲਬ ਕੀ ਹੋਏਗਾ ਪੇਇੰਗ ਗੈਸਟ ਨਹੀਂ ਮਤਲਬ ਕਿ ਜਿਹੜਾ ਪੋਡ ਦਾ ਕਲਰ ਹੈ ਮੈਂ ਤੁਹਾਨੂੰ ਕੀ ਕਿਹਾ ਕਿ ਜਿਹੜਾ ਪੋਡ ਦਾ ਕਲਰ ਹੈ ਜਿਹੜਾ ਆਪਣੇ ਪੋਡ ਦਾ ਕਲਰ ਹੈ ਪੀਜੀ ਟ੍ਰਿਕ ਤੁਹਾਨੂੰ ਦੇਤੀ ਜਿਹੜਾ ਆਪਣੇ ਪੋਡ ਦਾ ਕਲਰ ਹੋਏਗਾ ਪੋਡ ਦਾ ਕਲਰ ਗ੍ਰੀਨ ਵਾਲਾ ਡੋਮੀਨੈਂਟ ਹੋਏਗਾ ਠੀਕ ਹੈ ਜਦੋਂ ਆਪਾਂ ਨੂੰ ਆ ਇੱਕ ਚੀਜ਼ ਯਾਦ ਹੋਗੀ ਮਤਲਬ ਰਿਸੈਸਿਵ ਵਾਲਾ ਕਿਹੜਾ ਯੈਲੋ ਪੋਡ ਦਾ ਕਲਰ ਰਿਸੈਸਿਵ ਵਾਲਾ ਕਿਹੜਾ ਯੈਲੋ ਹੁਣ ਤੁਹਾਨੂੰ ਪੀਜੀ ਟ੍ਰਿਕ ਫਿਰ ਯਾਦ ਹੈ ਮੰਨ ਲਓ ਫਿਰ ਤੁਹਾਡੇ ਕੋਲ ਪੁੱਛ ਲਿਆ ਕਿ ਸੀਡ ਦਾ ਕਲਰ ਫਿਰ ਆਪਾਂ ਦੱਸ ਦਿੰਦੇ ਕਿ ਇਹਦਾ ਜਿਹੜਾ ਉਲਟੇ ਵਾਲਾ ਹੈ ਉਹ ਡੋਮੀਨੈਂਟ ਹੈ ਉਹਦੇ ਵਿੱਚ ਮਤਲਬ ਯੈਲੋ ਵਾਲਾ ਡੋਮੀਨੈਂਟ ਹੈ ਸੀਡ ਦੇ ਕਲਰ ਵਿੱਚ ਠੀਕ ਹੈ ਫਿਰ ਉਹਦਾ ਜੇ ਤੁਹਾਨੂੰ ਆ ਪੁੱਛ ਲਿਆ ਜਾਏ
ਕਿ ਉਹਦਾ ਰਿਸੈਸਿਵ ਟ੍ਰੇਟ ਦੱਸੋ ਸੀਡ ਦੇ ਕਲਰ ਦਾ। ਫਿਰ ਆਪਾਂ ਆ ਦੇਖਾਂਗੇ ਕਿ ਜਿਹੜਾ ਇਹਦਾ ਰਿਵਰਸ ਸਿਸਟਮ ਚੱਲਦਾ ਹੈ, ਮਤਲਬ ਕਿ ਪੀਜੀ ਜੇ ਆਪਾਂ ਕਰਾਂਗੇ ਤੇ ਜੀ ਗ੍ਰੀਨ ਵਾਲਾ ਕਿਹੜਾ ਡੋਮੀਨੈਂਟ ਅਪੋਰਡ ਕਲਰ ਵਿੱਚ ਤੇ ਸੀਡ ਵਿੱਚ ਮਤਲਬ ਉਹੀ ਕਲਰ ਹੋਏਗਾ ਰਿਸੈਸਿਵ ਵਾਲਾ। ਆਈ ਥਿੰਕ ਤੁਹਾਨੂੰ ਆ ਚੀਜ਼ ਯਾਦ ਹੋਗੀ, ਠੀਕ ਹੈ। ਉਸ ਤੋਂ ਬਾਅਦ ਦੂਸਰਾ ਹੈ ਆਪਣੀ ਸੀਡ ਦੀ ਸ਼ੇਪ। ਹੁਣ ਸੀਡ ਦੀ ਸ਼ੇਪ ਰਾਉਂਡ ਹੋ ਸਕਦੀ ਹੈ, ਰਾਉਂਡ ਹੈ ਡੋਮੀਨੈਂਟ, ਤੇ ਰਿੰਕਲਡ ਹੋ ਸਕਦੀ ਹੈ, ਰਿੰਕਲਡ ਕੀ ਹੈ ਰਿਸੈਸਿਵ ਟ੍ਰੇਟ ਹੈ। ਤੇ ਰਾਉਂਡ ਦੀ ਜਗ੍ਹਾ ਤੁਹਾਨੂੰ ਸਮੂਥ ਵਰਡ ਵੀ ਦੇਖਣ ਨੂੰ ਮਿਲ ਸਕਦਾ ਹੈ, ਸਮੂਥ ਵਰਡ ਵੀ ਲਿਖਿਆ ਹੋ ਸਕਦਾ ਹੈ ਰਾਉਂਡ ਦੀ ਜਗ੍ਹਾ ਤੇ, ਇਹ ਤੁਸੀਂ ਯਾਦ ਰੱਖਣਾ ਹੈ। ਦੂਸਰੀ ਲਾਸਟ ਚੀਜ਼ ਆ ਗਈ ਆਪਣੀ ਪੋਡ ਦੀ ਸ਼ੇਪ। ਹੁਣ ਜਿਹੜਾ ਤੁਹਾਡਾ ਪੋਡ ਹੈ ਨਾ ਉਹ ਫੁੱਲ ਹੋ ਸਕਦਾ ਹੈ ਐਵੇਂ, ਠੀਕ ਹੈ, ਜਾਂ ਫਿਰ ਕੀ ਹੋ ਸਕਦਾ ਫੁੱਲ ਹੋ ਸਕਦਾ। ਤੇ ਫੁੱਲ ਦੇ ਵਾਸਤੇ ਇੱਕ ਹੋਰ ਵਰਡ ਯੂਜ਼ ਹੁੰਦਾ ਹੈ, ਸਾਰੇ ਜਿਹਨੇ ਲਿਖ ਲਓ ਉਸ ਵਰਡ ਨੂੰ ਆਪਾਂ ਕੀ ਕਹਿੰਦੇ ਆ ਇਨਫਲੇਟਿਡ। ਕੀ ਵਰਡ ਕਹਿੰਦੇ ਆ ਇਨਫਲੇਟਿਡ। ਐਨਸੀਈਆਰਟੀ ਚ ਵੀ ਮੈਂਸ਼ਨਡ ਹੈ, ਟਰੂਮੈਨਸ ਵਿੱਚ ਵੀ ਮੈਂਸ਼ਨਡ ਹੈ, ਦੋਵਾਂ ਬੁੱਕਸ ਵਿੱਚ ਮੈਂਸ਼ਨਡ ਹੈ ਕਿ ਕਿਹੜਾ ਵਰਡ ਯੂਜ਼ ਹੋਏਗਾ, ਇਨਫਲੇਟਿਡ ਵਾਲਾ ਵਰਡ ਯੂਜ਼ ਹੋਏਗਾ, ਠੀਕ ਹੈ। ਹੁਣ ਇਸ ਤੋਂ ਬਾਅਦ ਮੈਨੂੰ ਤੁਸੀਂ ਆ ਦੱਸੋ ਉਹਦਾ ਆਪੋਜ਼ਿਟ ਕੀ ਹੋਏਗਾ, ਜਾਂ ਤਾਂ ਫਲੈਟ ਹੋਏਗਾ ਜਾਂ ਕੀ ਹੋਏਗਾ ਕੰਸਟ੍ਰਿਕਟਿਡ ਹੋਏਗਾ। ਐਵੇਂ ਵੇਵੀ ਜੀ ਆ ਜਿਹੜੀ ਫਾਰਮ ਦੇਖ ਰਹੀ ਹੈ ਨਾ ਤੁਹਾਨੂੰ ਮਟਰ ਦੀ, ਇਹ ਕਿਹਦੀ ਵਜ੍ਹਾ ਨਾਲ ਦੇਖ ਰਹੀ ਹੈ, ਉਹ ਫਲੈਟ ਜਾਂ ਕੰਸਟ੍ਰਿਕਟਿਡ ਹੈ। ਆਈ ਥਿੰਕ ਆਪਾਂ ਨੂੰ ਆ ਸਾਰੇ ਟ੍ਰੇਟਸ ਕਲੀਅਰ ਹੋਏ, ਕਿਸੇ ਨੂੰ ਕੋਈ ਡਾਊਟ ਇਸ ਵਿੱਚ ਹਲੇ ਤੱਕ। ਉਸ ਤੋਂ ਬਾਅਦ ਆਪਾਂ ਕੀ ਕੀਤਾ ਸੀ, ਫਾਰਮੇਸ਼ਨ ਆਫ ਗੈਮੀਟਸ ਕੀਤਾ ਸੀ। ਆਪਾਂ ਕਿਹਾ ਸੀ ਕਿ ਜਦੋਂ ਇੱਕ ਜ਼ਾਇਗੋਟ ਬਣਦਾ ਹੈ, ਇੱਕ ਆਰਗੈਨਿਜ਼ਮ ਕਿੰਦੇ ਤੋਂ ਬਣਦਾ ਹੈ ਜ਼ਾਇਗੋਟ ਤੋਂ, ਠੀਕ ਹੈ, ਇੱਕ ਸਿੰਗਲ ਸੈੱਲ ਤੋਂ ਬਣਦਾ ਹੈ, ਠੀਕ ਹੈ, ਜ਼ਾਇਗੋਟ ਤੋਂ ਸਿੰਗਲ ਸੈੱਲ ਤੋਂ ਬਣਦਾ। ਤੇ ਉਹ ਸਿੰਗਲ ਸੈੱਲ ਨੂੰ ਆਪਾਂ ਕੀ ਕਹਿੰਦੇ ਆ, ਸਿੰਗਲ ਸੈੱਲ ਤੋਂ ਜਿਹੜਾ ਆਰਗੈਨਿਜ਼ਮ ਬਣਦਾ ਹੈ ਉਸ ਪ੍ਰੋਸੈਸ ਨੂੰ ਆਪਾਂ ਕੀ ਕਹਿੰਦੇ ਆ, ਮੈਂ ਤੁਹਾਨੂੰ ਕੱਲ ਦੀ ਕਲਾਸ ਵਿੱਚ ਪੁੱਛਿਆ ਸੀਗਾ, ਉਹਨੂੰ ਆਪਾਂ ਕੀ ਕਹਿੰਦੇ ਆ ਟੋਟੀਪੋਟੈਂਸੀ। ਉਹਨੂੰ ਆਪਾਂ ਕੀ ਕਹਿੰਦੇ ਆ ਟੋਟੀਪੋਟੈਂਸੀ, ਠੀਕ ਹੈ। ਹੁਣ ਤੁਸੀਂ ਮੈਨੂੰ ਆ ਚੀਜ਼ ਦੱਸੋ ਕਿ ਮੈਂ ਕੱਲ ਤੁਹਾਨੂੰ ਫਾਰਮੇਸ਼ਨ ਆਫ ਗੈਮੀਟਸ ਸਿਖਾਈ ਸੀ, ਇਹ ਕੀ ਹੈ ਮੇਲ ਪੈਰੈਂਟ ਹੈ, ਇਹ ਕੀ ਹੈ ਫੀਮੇਲ ਪੈਰੈਂਟ ਹੈ, ਠੀਕ ਹੈ। ਹੁਣ ਜਦੋਂ ਬੱਚੇ ਵਿੱਚ ਪਾਸ ਔਨ ਹੋਏਗਾ, ਜਦੋਂ ਇਹ ਸੈਕਸ਼ੂਅਲ ਰਿਪਰੋਡਕਸ਼ਨ ਕਰਨਗੇ, ਜਦੋਂ ਸੈੱਲ ਬਣੇਗਾ ਤਾਂ ਕੀ ਹੋਏਗਾ ਰਿਡਕਸ਼ਨਲ ਡਿਵੀਜ਼ਨ ਹੋਏਗੀ। ਕਿਹੜੀ ਡਿਵੀਜ਼ਨ ਹੋਏਗੀ, ਰਿਡਕਸ਼ਨਲ ਡਿਵੀਜ਼ਨ ਜਾਂ ਮਿਓਸਿਸ ਹੋਏਗੀ, ਹਨਾ। ਮਿਓਸਿਸ ਹੋਏਗੀ ਤੇ ਇਹਨਾਂ ਵਿੱਚ ਮੰਨ ਲਓ ਇਹ 46 ਕ੍ਰੋਮੋਸੋਮ ਨੇ, ਫੀਮੇਲ ਪੇਰੈਂਟ ਵਿੱਚ ਵੀ 46 ਕ੍ਰੋਮੋਸੋਮ ਨੇ, ਜਾਂ ਫਿਰ ਆਪਾਂ 23 ਪੇਅਰ ਕਹਿ ਦਿੰਦੇ ਹੁੰਦੇ ਆ, ਠੀਕ ਹੈ, 23 ਪੇਅਰ ਜਾਂ 46 ਕ੍ਰੋਮੋਸੋਮ ਨੇ। ਹੁਣ ਇਹਨਾਂ ਵਿੱਚੋਂ ਆ ਜਿਹੜੀ ਇੱਕ ਸਾਈਡ ਹੈ ਹਨਾ, ਇੱਕ ਸਿਸਟਰ ਕ੍ਰੋਮੈਟਿਡ ਹੀ ਟ੍ਰਾਂਸਫਰ ਹੋਏਗੀ ਫਰੋਮ ਮੇਲ ਪੇਰੈਂਟ, ਇੱਕ ਸਿਸਟਰ ਕ੍ਰੋਮੈਟਿਡ ਟ੍ਰਾਂਸਫਰ ਹੋਏਗੀ ਫਰੋਮ ਫੀਮੇਲ ਪੈਰੈਂਟ, ਹਨਾ। ਤੇ ਦੋਨਾਂ ਤੋਂ ਟ੍ਰਾਂਸਫਰ ਹੋ ਕੇ ਇਕੱਠੇ ਜੁੜ ਕੇ ਕੀ ਬਣਾਉਣਗੇ, ਇੱਕ ਜ਼ਾਇਗੋਟ ਬਣਾਉਣਗੇ। ਤੇ ਫਿਰ ਜ਼ਾਇਗੋਟ ਤੋਂ ਜਿਹੜਾ ਆਰਗੈਨਿਜ਼ਮ ਹੈ ਉਹਦਾ ਜਨਮ ਹੋਏਗਾ, ਤੇ ਜਿਹੜੇ ਕਰੈਕਟਰਸ ਆਣਗੇ ਉਹ ਫੀਮੇਲ ਤੇ ਮੇਲ ਪੇਰੈਂਟ ਦੋਵਾਂ ਦੇ ਆਣਗੇ, ਤੇ ਐਵੇਂ ਜਿਹੜੇ ਗੈਮੀਟਸ ਨੇ ਉਹ ਕੈਰੀ ਹੁੰਦੇ ਨੇ, ਠੀਕ ਹੈ। ਆ ਚੀਜ਼ ਤੁਹਾਨੂੰ ਸਮਝ ਆਈ ਇੱਥੇ ਤੱਕ ਕਿ ਗੈਮੀਟਸ ਕਿਵੇਂ ਕੈਰੀ ਹੋਣਗੇ। ਉਸ ਤੋਂ ਬਾਅਦ ਆਪਾਂ ਮੈਂਡਲ ਦੀ ਟੈਕਨੀਕ ਬਾਰੇ ਗੱਲ ਕੀਤੀ ਸੀ। ਮੈਂਡਲ ਦੀ ਟੈਕਨੀਕ ਬਾਰੇ ਆਪਾਂ ਗੱਲ ਕੀਤੀ ਸੀ ਕਿ ਮੈਂਡਲ ਸਰ ਨੇ ਕੀ ਕੀਤਾ ਸੀ, ਪਹਿਲੇ ਬਣਾਈਆਂ ਸੀ ਟਰੂ ਬਰੀਡਿੰਗ ਲਾਈਨਸ। ਪਹਿਲੇ ਕੀ ਬਣਾਈਆਂ ਸੀ ਟਰੂ ਬਰੀਡਿੰਗ ਲਾਈਨਸ, ਇਹ ਮੈਂ ਤੁਹਾਨੂੰ ਉਹਦੇ ਵਿੱਚ ਨਹੀਂ ਦੱਸਿਆ ਹਨਾ ਅੱਜ ਜਦੋਂ ਆਪਾਂ ਉਹਦੀ ਗੱਲ ਕੀਤੀ ਕਿ ਪੀ ਕਿਉਂ ਚੂਜ਼ ਕੀਤੀ ਸੀ, ਕਿਉਂਕਿ ਇਹਦੀ ਜਿਹੜੀ ਟਰੂ ਬਰੀਡਿੰਗ ਲਾਈਨਸ ਬਣਾਉਣੀਆਂ ਸੀ ਉਹ ਆਸਾਨ ਸੀ। ਉਹ ਮੈਂ ਤੁਹਾਨੂੰ ਕੀ ਦੱਸਿਆ ਸੀ ਕਿ ਆਪਾਂ ਇੱਕ ਹੀ ਕਰੈਕਟਰ ਜਿਹੜਾ ਸਟੇਬਲੀ ਫਰੋਮ ਵਨ ਜਨਰੇਸ਼ਨ ਟੂ ਨੈਕਸਟ ਜਨਰੇਸ਼ਨ ਪਾਸ ਡਾਊਨ ਹੁੰਦਾ ਜਾਏ, ਹਨਾ, ਉਹ ਆਪਾਂ ਕਿਵੇਂ ਕਰਾਵਾਂਗੇ ਕਿ ਸੈਲਫਿੰਗ ਕਰਾਉਂਦੇ ਰਹੋ, ਇਨਬਰੀਡਿੰਗ ਕਰਾਉਂਦੇ ਰਹੋ, ਬਾਹਰੋਂ ਕੋਈ ਨਵੇਂ ਕਰੈਕਟਰ ਵਾਲੀ ਵੇਰੀਏਸ਼ਨ ਨਾ ਲੈ ਕੇ ਆਓ, ਤਾਂ ਅਲਟੀਮੇਟਲੀ ਉਹੀ ਕਰੈਕਟਰ ਪਾਸ ਆਨ ਹੁੰਦਾ ਜਾਏਗਾ, ਇਟ ਵਿਲ ਸਟੇਬਲੀ ਪਾਸ ਡਾਊਨ ਟੂ ਨੈਕਸਟ ਜਨਰੇਸ਼ਨ। ਆਈ ਥਿੰਕ ਆਈ ਐਮ ਵੈਰੀ ਕਲੀਅਰ। ਸਭ ਤੋਂ ਪਹਿਲਾਂ ਉਹਨਾਂ ਨੇ ਕੀ ਕੀਤਾ ਸੀ, ਟਰੂ ਬਰੀਡਿੰਗ ਲਾਈਨਸ ਬਣਾਈਆਂ। ਫਿਰ ਉਹ ਜਿਹੜੀ ਟਰੂ ਬਰੀਡਿੰਗ ਲਾਈਨਸ ਬਣਾਈਆਂ, ਮੰਨ ਲਓ ਪਿਓਰ ਟਾਲ ਹੈ ਤੇ ਪਿਓਰ ਡਵਾਰਫ ਹੈ, ਫਿਰ ਇਹਨਾਂ ਦਾ ਕ੍ਰੋਸ ਕਰਾਇਆ, ਇਹਨਾਂ ਦਾ ਕ੍ਰੋਸ ਕਰਾ ਕੇ ਇੱਕ F1 ਜਨਰੇਸ਼ਨ ਬਣਿਆ, ਇੱਕ ਹਾਈਬ੍ਰਿਡ ਬਣਿਆ। ਉਹ ਜਿਹੜਾ ਹਾਈਬ੍ਰਿਡ ਬਣਿਆ ਇਹਦੀ ਫਿਰ ਤੋਂ ਕੀ ਕਰਾਈ, ਸੈਲਫਿੰਗ ਕਰਾਈ, ਇਹਦੀ ਕੀ ਕਰਾਈ ਸੈਲਫਿੰਗ ਕਰਾਈ। ਤੇ ਇਹ ਕੀ ਸੀ ਮੈਂਡਲ ਦੀ ਟੈਕਨੀਕ ਸੀ, ਇਹ ਕੀ ਸੀ ਮੈਂਡਲ ਦੀ ਟੈਕਨੀਕ ਸੀ, ਠੀਕ ਹੈ। ਹੁਣ ਇਸ ਤੋਂ ਬਾਅਦ ਆ ਜਾਓ ਅਗਲੀ ਗੱਲ ਤੇ। ਹੁਣ ਆਪਾਂ ਸ਼ੁਰੂ ਕਰਨਾ ਆਪਣਾ ਮੋਨੋ ਹਾਈਬ੍ਰਿਡ ਕ੍ਰੋਸ ਦੀ ਗੱਲ ਕਰਾਂਗੇ। ਜਿਹੜੀ ਆਪਣਾ ਅੱਜ ਦਾ ਮੇਨ ਲੈਕਚਰ ਹੈ ਉਹ ਕੀ ਹੈ, ਮੋਨੋ ਹਾਈਬ੍ਰਿਡ ਕ੍ਰੋਸ ਹੈ। ਤੈਨੂੰ ਆਪਾਂ ਚੰਗੀ ਤਰ੍ਹਾਂ ਸਮਝਾਂਗੇ। ਆਪਾਂ ਕੀ ਡਿਸਕਸ ਕੀਤਾ ਕਿ ਮੈਂਡਲ ਸਰ ਨੇ ਕੀ ਬਣਾਈਆਂ ਸੀ, ਟਰੂ ਬਰੀਡਿੰਗ ਵੈਰਾਈਟੀਜ਼ ਬਣਾਈਆਂ ਸੀ ਕਿ ਜਿਹੜਾ ਇੱਕ ਹੀ ਕਰੈਕਟਰ ਹੈ, ਮੰਨ ਲਓ ਉਹਨਾਂ ਨੇ ਟਾਲ ਵਾਲੇ ਪਲਾਂਟਸ ਗਰੋ ਕਰਨੇ ਸ਼ੁਰੂ ਕੀਤੇ ਤਾਂ ਇੱਕ ਸਾਈਡ ਤੇ ਟਾਲ ਵਾਲੇ ਕਰ ਰਹੇ ਸੀ, ਦੂਸਰੀ ਸਾਈਡ ਤੇ ਡਵਾਰਫ ਵਾਲੇ ਕਰ ਰਹੇ ਸੀ, ਠੀਕ ਹੈ। ਹੁਣ ਜੇ ਆਪਾਂ ਗੱਲ ਕਰ ਰਹੇ ਹਾਂ ਮੋਨੋ ਹਾਈਬ੍ਰਿਡ ਕ੍ਰੋਸ ਦੀ, ਤੇ ਇਹਦੇ ਵਿੱਚ ਆਪਾਂ ਕੈਪੀਟਲ ਟੀ ਤੇ ਸਮਾਲ ਟੀ ਵਾਲੀ ਐਗਜ਼ਾਮਪਲ ਲਿੱਤੀ ਹੋਈ ਆ, ਪਿਕਚਰ ਵਿੱਚ ਤੁਹਾਨੂੰ ਦਿਖ ਰਹੀ ਹੋਏਗੀ। ਇਹਦੇ ਵਿੱਚ ਆਪਾਂ ਕੀ ਕਰਨੇ ਆ, ਸਟੱਡੀ ਆਫ ਵਨ ਕਰੈਕਟਰ। ਮੋਨੋ ਹਾਈਬ੍ਰਿਡ ਕ੍ਰੋਸ ਵਿੱਚ ਆਪਾਂ ਇੱਕ ਹੀ ਕਰੈਕਟਰ ਦੀ ਸਟੱਡੀ ਕਰਦੇ ਆ, ਸਟੱਡੀ ਆਫ ਓਨਲੀ ਵਨ ਕਰੈਕਟਰ। ਮੈਂਡਲ ਦੇ ਕਿੰਨੇ ਕਰੈਕਟਰ ਸੀ, 7 ਕਰੈਕਟਰ ਸੀ, ਪਰ ਇੱਕ ਕਰੈਕਟਰ ਨੂੰ
एक टाइम ते एक करैक्टर लेना, बाकी किसी प्लांट जो चीज़ जो करैक्टर मर्जी ਹੁੰਦਾ ਜਾਵੇ, सिर्फ ਆਪਾਂ एक ही करैक्टर ਦੀ वेरिएशन ਨੂੰ स्टडी करना है, ਉਹਨੂੰ ਆਪਾਂ ਕੀ ਕਵਾਂਗੇ ਮੋਨੋ ਹਾਈਬ੍ਰਿਡ ਕ੍ਰੋਸ। मतलब एक करैक्टर ਨੂੰ ਆਪਾਂ डिफरेंट रखना है, बाकी सारे ਜਿਹੜੇ करैक्टर ने ਜਿਹੜੇ ਬਾਕੀ ਸਾਰੇ ਕਰੈਕਟਰ ਨੇ ਉਹ ਕੀ ਹੋਣਗੇ ਸੇਮ ਹੋਣਗੇ। ਠੀਕ ਹੈ, ਇੱਕ ਕਰੈਕਟਰ ਨੂੰ ਆਪਾਂ ਡਿਫਰੈਂਟ ਰੱਖਣਾ ਹੈ। ਹੁਣ ਕੀ ਹੋਏਗਾ, ਸਭ ਤੋਂ ਪਹਿਲੇ ਆਪਾਂ ਕੀ ਕਿਹਾ, ਉਹਨਾਂ ਨੇ ਟਰੂ ਬਰੀਡਿੰਗ ਲਾਈਨਸ ਬਣਾਈਆਂ, ਫਿਰ ਕੀ ਕਰਾਇਆ ਉਹਦੇ ਵਿੱਚ ਕ੍ਰਾਸ ਕਰਾਇਆ। ਜਿਵੇਂ ਕਿ ਆ ਕੀ ਹੈ ਕੈਪੀਟਲ ਟੀ, ਇਹ ਇੱਕ ਮੰਨ ਲਓ ਮੇਲ ਪੈਰੈਂਟ ਹੈ, ਇਹ ਇੱਕ ਮੰਨ ਲਓ ਫੀਮੇਲ ਪੈਰੈਂਟ ਹੈ ਹਨਾ। ਇਹ ਆਪਾਂ ਲਿੱਤੀ ਪਿਓਰ ਟॉल, ਇਹ ਆਪਾਂ ਲਿੱਤਾ ਪਿਓਰ ਟॉल ਮੇਲ ਪਲਾਂਟ। ਠੀਕ ਹੈ, ਇਹ ਆਪਾਂ ਲਿੱਤੀ ਪਿਓਰ ਡਵਾਰਫ ਫੀਮੇਲ ਪਲਾਂਟ। ठीक है, ये आप ले ली प्योर डवार्फ। हुण इन्हां दे गैमीट्स बनणगे, हुण इहदे तो तां मेल पेरेंट तो कैपिटल टी ही आएगा, फीमेल पेरेंट तो स्मॉल टी आएगा। तो मतलब कि इन्हां दा जिहड़ी प्रोजैनी बनेगी F1 प्रोजैनी, उनका जीनोटाइप की होएगा कैपिटल टी स्मॉल टी। हुण जीनोटाइप की तो आपां गल कर सकते हैं, जिहड़े मैंडल सर सी उन्होंने तो की कराया सी, उन्होंने तो सिर्फ एक्सपैरीमेंट कराया सी ते उन्हां कोल एक प्रोजैनी बनी है ना। उन्होंने लिता एक प्योर टॉल, एक लिता प्योर डवार्फ। मतलब कंटिन्यूअसली उनकी सैल्फिंग कराते गए कि जिहड़ा एक ही ट्रेट है वही आना चाहिए। फिर उस तो बाद उन्होंने देखा कि जो F1 जनरेशन आई, जो उन्होंने डवार्फ नाल कराया उनकी मीटिंग, तो जिहड़ा प्रोजैनी बनी वो जिहड़ी उन्होंने देखने को मिली ना F1 जनरेशन, वो उन्होंने टॉल दिखी। फिर उन्होंने शक होया कि आई तो नहीं हैगा कि फादर आपां टॉल लिता सी, मतलब मेल पेरेंट टॉल लिता सी। उन्होंने फिर रेसिप्रोकल क्रॉस भी कराया, उन्होंने देखा कि ये तो नहीं। फिर उन्होंने फीमेल पेरेंट टॉल वाला लिता ते मेल पेरेंट डवार्फ वाला लिता। फिर उन्होंने चेक किया, फिर उन्होंने सेम रिजल्ट मिले F1 जनरेशन का कि टॉल ही मिल रहा सी। फिर उन्होंने लग्या कि आ जिहड़ी चीज़ है ये तो मैं कंक्लूजन भी दसांगी। मतलब कि जिहड़े गैमीट्स पास ऑन हो रहे ने, इन्हां विचों जिहड़ी आ गैमीट्स की फॉर्मेशन हो रही है, इन्हां विचों जिहड़ा डोमीनेंट वाला है वो आपां नूं फिनोटाइप विच दिख रहा है, वो आपां नूं फिजिकली दिख रहा है, वो आपदे आप नूं एक्सप्रैस कर पा रहा है। ते इत्थों ही की आया सी लॉ ऑफ डोमीनेंस, कित्थों आया सी मोनोहाइब्रिड क्रॉस तो। फिर उन्होंने किया, फिर उन्होंने देखा कि ठीक है इन्हें एक्सप्रैस करता, पर जिहड़ा अपना हुण प्लांट डवार्फ है उन्होंने कितने ना कितने आइडिया सी कि शायद सैकेंड जनरेशन आ जाए, तां करके उन्होंने क्रॉस करके वेख्या। उन्होंने F1 का की कराया, सैल्फिंग कराई, कैपिटल टी नूं कैपिटल टी नाल ही सैल्फिंग कराई। ठीक है, हुण आपां देखांगे इहदे विच की होया। इहदे विच ना मान लो एक आपां इत्थे बॉक्स बनाने है ना, इहदे विच की होया कैपिटल टी आ जिहड़ा स्क्वायर हुंदा ना, इहनूं आपां की कहने आ पुनेट स्क्वायर। इहदे नाल आपां कैलकुलेट कर सकते हैं प्रोबेबिलिटी ऑफ गैमीट्स है ना। हुण एक साइड ते आपां मेल गैमीट्स लिख दांगे जिवें कैपिटल टी स्मॉल टी, इधर फीमेल पेरेंट्स के गैमीट्स लिख देंगे कैपिटल टी स्मॉल टी। हुण जिहड़े कैपिटल टी ते कैपिटल टी है दोनों मिलके कैपिटल टी बनाएंगे। कैपिटल टी स्मॉल टी बनेगा, इधरों भी कैपिटल टी स्मॉल टी, इधरों बनेगा स्मॉल टी ते स्मॉल टी। हुण जिहड़े मैंडल सर नूं F2 जनरेशन के रिजल्ट मिले, ये किहड़ी जनरेशन सी, F2 जनरेशन। F2 जनरेशन नूं आपां की कहांगे फिलियल 2 जनरेशन। उन्होंने देखा कि जिहड़े 3 प्लांट्स सी, 3 प्लांट्स उन्होंने मिले टॉल ते एक प्लांट मिला उन्होंने डवार्फ। ठीक है, आप भी कह दें कि जो 75% प्लांट्स सी या 3/4 प्लांट्स उन्होंने मिले टॉल ते 25% प्लांट्स या 1/4 प्लांट उन्होंने मिले डवार्फ। ये सी अपना जिहड़ा मोनो हाइब्रिड क्रॉस का रिजल्ट। ठीक है, उस तो बाद जिहड़ी जीनोटाइप सी कि उनकी फिनोटाइप सी, ये आपां नूं किवें डिस्कवर हुई, ये आपां टेस्ट क्रॉस राही पता करते हाँ। पर जो आपां उन्हां ते क्रॉस बनाया है तो हुण आपां जीनोटाइप देख ली। जे आपां जीनोटाइप लिखनी होएगी तो इहदे विच आपां की लिखांगे, जिहड़ी आ वाली जीनोटाइप है मोनो हाइब्रिड क्रॉस दी F1 जनरेशन दी, आपां किहदी गल करदे आ F1 जनरेशन दी। F1 जनरेशन दी जिहड़ी अपनी जीनोटाइप है वो की है कैपिटल टी स्मॉल टी है ना। सारे प्लांट्स की आ होगी तो बाकी सारे के सारे प्लांट्स की ने टॉल भी ने। जे आप गल करिए F2 जनरेशन की तो अंदर जीनोटाइप की हो गया, एक तो कैपिटल टी वाला हो गया, एक कैपिटल टी स्मॉल टी वाला हो गया, तो एक स्मॉल टी। हुण कैपिटल टी वाला एक है, कैपिटल टी स्मॉल टी वाले 2 ने, तो स्मॉल टी वाला एक है। तो इन्हां दा रेशियो क्या हो गया 1:2:1। ये अंदा हो गया जी जीनोटिपिक रेशियो। ये किहड़ा रेशियो हो गया इन्हां दा जीनोटिपिक रेशियो।
ਤੇ ਫਿਨੋਟਿਪਿਕ ਰੇਸ਼ੋ ਮੈਂ ਤੁਹਾਨੂੰ ਇੱਥੇ ਦੱਸ ਹੀ ਦਿੱਤਾ 3:1, ਮਤਲਬ ਕਿ 3 ਪਲਾਂਟਸ ਆਪਣੇ ਜਿਹੜੇ ਕੀ ਆਏ ਟੌਲ ਆਏ ਤੇ ਇੱਕ ਪਲਾਂਟ ਕੀ ਆਇਆ ਆਪਣਾ ਡਵਾਰਫ ਆਇਆ ਪ੍ਰੋਬੇਬਿਲਿਟੀ ਦੇ ਵਿੱਚ। ਮਤਲਬ ਜਿਹੜੇ 25% ਉਹਨਾਂ ਨੇ ਤਾਂ ਬਹੁਤ ਸਾਰੇ ਲਾਰਜ ਸੈਂਪਲ ਡਾਟਾ ਸੀ ਉਹਨਾਂ ਦਾ, ਬਹੁਤ ਸਾਰੇ ਪਲਾਂਟਸ ਦਾ ਕ੍ਰੋਸ ਕਰਾਇਆ, ਜਿਵੇਂ ਮੰਨ ਲਓ 700-800 ਪਲਾਂਟ ਸੀ ਫੋਰ ਐਨ ਐਗਜ਼ਾਮਪਲ, ਤੇ 700-800 ਵਿੱਚੋਂ ਜਿਹੜੇ 25% ਪਲਾਂਟ ਸੀ ਨਾ ਉਹਨਾਂ ਦਾ ਉਹ ਕੀ ਬਣੇ ਡਵਾਰਫ ਬਣੇ, ਤੇ ਬਾਕੀ ਦੇ ਜਿਹੜੇ 75% ਪਲਾਂਟ ਸੀਗੇ ਉਹ ਕੀ ਬਣੇ, ਉਹ ਬਣੇ ਆਪਣੇ ਟੌਲ ਵਾਲੇ, ਯਾਨੀ ਕਿ ਜਿਹੜਾ ਡੋਮੀਨੈਂਟ ਵਾਲਾ ਕਰੈਕਟਰ ਹੈ ਉਹ ਆਇਆ। ਫਿਰ ਮੈਂਡਲ ਸਰ ਨੂੰ ਲੱਗਿਆ ਜਦੋਂ ਉਹਨਾਂ ਨੇ F2 ਜਨਰੇਸ਼ਨ ਬਣੀ ਹਨਾ, F1 ਦੀ ਸੈਲਫਿੰਗ ਕਰਾਈ, ਇੱਥੇ ਦੁਬਾਰਾ ਹਾਈਬ੍ਰਿਡਾਈਜੇਸ਼ਨ ਕਰਾਈ F1 ਜਨਰੇਸ਼ਨ ਦੀ, ਤਾਂ ਉਹਨਾਂ ਨੂੰ ਲੱਗਿਆ ਕਿ ਜਿਹੜਾ ਆਪਣਾ ਹੁਣ ਆਹ ਵਾਲਾ ਜਿਹੜਾ ਡਵਾਰਫ ਵਾਲਾ ਇਹ ਤਾਂ ਦੁਬਾਰਾ ਆ ਗਿਆ। ਇਹਦਾ ਮਤਲਬ ਕਿ ਜਦੋਂ ਆਪਾਂ F1 ਵਾਲਾ ਕ੍ਰੋਸ ਕੀਤਾ ਸੀ, ਜਦੋਂ ਆਪਾਂ ਪਿਓਰ ਟੌਲ ਤੇ ਪਿਓਰ ਡਵਾਰਫ ਲਿੱਤਾ ਸੀਗਾ ਸਟਾਰਟਿੰਗ ਵਿੱਚ ਇੱਥੇ, ਉਦੋਂ ਕੀ ਇਹਨੇ ਭਾਵੇਂ ਆਪਦੇ ਆਪ ਨੂੰ ਐਕਸਪ੍ਰੈਸ ਨਹੀਂ ਕੀਤਾ, ਪਰ ਇਹਦਾ ਕੁਛ ਨਾ ਕੁਛ ਅੰਸ਼ ਇਹਦੇ ਵਿੱਚ ਹੈਗਾ ਸੀ, ਤੇ ਫਿਰ ਬਾਅਦ ਚੋਂ ਜਦੋਂ ਆਪਾਂ ਇਹਨਾਂ ਦੀ ਸੈਲਫਿੰਗ ਕਰਾਈ F1 ਜਨਰੇਸ਼ਨ ਦੀ, ਤੇ ਆ ਜਿਹੜੇ ਗੈਮੀਟਸ ਸੀ ਉਹ ਕੀ ਹੋ ਗਏ ਅਲੱਗ-ਅਲੱਗ ਹੋ ਗਏ, ਉਹ ਗੈਮੀਟਸ ਕੀ ਹੋ ਗਏ ਅਲੱਗ-ਅਲੱਗ ਹੋ ਗਏ ਹਨਾ, ਤੇ ਕੈਪੀਟਲ T ਸਮਾਲ t ਅਲੱਗ ਹੋਇਆ, ਕੈਪੀਟਲ T ਸਮਾਲ t ਅਲੱਗ ਹੋਇਆ। ਹੁਣ ਜਿਹੜਾ ਸਮਾਲ t ਹੈ ਜਦੋਂ ਉਹ ਆਇਆ, ਜਿਹੜਾ ਰਿਸੈਸਿਵ ਵਾਲਾ ਹੈ ਆਪਦੇ ਆਪ ਨੂੰ ਸਿਰਫ ਰਿਸੈਸਿਵ ਵਾਲਾ ਸਿਰਫ ਹੋਮੋਜ਼ਾਈਗਸ ਕੰਡੀਸ਼ਨ ਵਿੱਚ ਐਕਸਪ੍ਰੈਸ ਕਰ ਪਾਉਂਦਾ ਹੈ, ਆਪਾਂ ਨੂੰ ਆ ਚੀਜ਼ ਪਤਾ ਹੈ ਨਾ ਅੱਜ। ਤਾਂ ਫਿਰ ਜਿਹੜਾ ਹੋਮੋਜ਼ਾਈਗਸ ਵਾਲਾ ਆਇਆ ਪ੍ਰੋਜੈਨੀ ਵਿੱਚ, ਫਿਰ ਉਹਨਾਂ ਨੂੰ ਲੱਗਿਆ ਕਿ ਜਿਹੜੇ ਗੈਮੀਟਸ ਨੇ ਉਹਨਾਂ ਵਿੱਚ ਕੋਈ ਬਲੈਂਡਿੰਗ ਨਹੀਂ ਹੁੰਦੀ, ਕਿ ਆਪਾਂ ਨੂੰ ਡਵਾਰਫ ਵੀ ਦੇਖਣ ਨੂੰ ਮਿਲ ਰਿਹਾ। ਉਹਨਾਂ ਨੇ ਆ ਚੀਜ਼ ਕੰਕਲੂਡ ਕੀਤੀ ਕਿ ਜਿਹੜਾ F1 ਜਨਰੇਸ਼ਨ ਵਾਲਾ ਵੀ ਜਦੋਂ ਲਾਅ ਆਫ ਡੋਮੀਨੈਂਸ ਵੀ ਆਇਆ, ਤਾਂ ਉਹਨਾਂ ਨੇ ਆ ਕੀਤਾ ਦੇਖਿਆ ਕਿ ਟੌਲਨੈਸ ਵਾਲਾ ਜਿਹੜਾ ਕਰੈਕਟਰ ਹੈ ਉਹਨੂੰ ਡੋਮੀਨੇਟ ਕਰਤਾ। ਕੋਈ ਟੌਲ ਤੇ ਡਵਾਰਫ ਤੋਂ ਕੋਈ ਇੰਟਰਮੀਡੀਏਟ ਹਾਈਟ ਵਾਲਾ ਪ੍ਰੋਡਕਟ ਨਹੀਂ ਬਣਿਆ ਆਪਣੇ ਕੋਲ, ਪ੍ਰੋਡਕਟ ਵਾਰੀ ਬੋਲ ਰਹੇ ਪ੍ਰੋਜੈਨੀ ਨਹੀਂ ਬਣੀ, ਆਫਸਪ੍ਰਿੰਗ ਨਹੀਂ ਬਣਿਆ, ਤਾਂ ਕਰਕੇ ਉਹਨਾਂ ਨੇ ਆਹ ਵਾਲੀਆਂ ਥੋੜੀ ਜਿਹੀ ਚੀਜ਼ਾਂ ਕੰਕਲੂਡ ਕੀਤੀਆਂ। ਹੁਣ ਆਪਾਂ ਡਿਟੇਲ ਵਿੱਚ ਕਰਦੇ ਹਾਂ ਕੰਕਲੂਜਨ ਦੀ ਗੱਲ। ਮੋਨੋਹਾਈਬ੍ਰਿਡ ਕ੍ਰੋਸ ਦੀ ਸਭ ਤੋਂ ਪਹਿਲੀ ਕੰਕਲੂਜਨ ਸੀ ਕਿ ਜਿਹੜੇ ਮੇਲ ਤੇ ਫੀਮੇਲ ਪੈਰੈਂਟ ਹੈ ਇਹਦੇ ਤੋਂ ਕੁਛ ਨਾ ਕੁਛ ਜਿਹੜੇ ਜੀਨਸ ਆ ਰਹੇ ਨੇ ਪੇਅਰ ਦੇ ਵਿੱਚ ਆ ਰਹੇ ਨੇ, ਪੇਅਰਡ ਫੈਕਟਰ ਹਨਾ, ਪ੍ਰਿੰਸੀਪਲ ਆਫ ਪਹਿਲੇ ਉਹਨਾਂ ਨੇ ਗੱਲ ਕੀਤੀ ਪੇਅਰਡ ਫੈਕਟਰ ਦੀ, ਠੀਕ ਹੈ। ਜੀਨ ਨੂੰ ਉਹ ਕੀ ਕਹਿੰਦੇ ਸੀ ਫੈਕਟਰ ਕਹਿੰਦੇ ਸੀ ਨਾ, ਤਾਂ ਉਹਨਾਂ ਨੇ ਕੀਤਾ ਪ੍ਰਿੰਸੀਪਲ ਆਫ ਪੇਅਰਡ ਫੈਕਟਰ ਦਿੱਤਾ ਕਿ ਗੈਮੀਟਸ ਬਣ ਰਹੇ ਨੇ ਮੇਲ ਤੇ ਫੀਮੇਲ ਤੋਂ, ਤੇ ਉਹ ਜਿਹੜੇ ਗੈਮੀਟਸ ਬਣ ਰਹੇ ਨੇ ਉਹਨਾਂ ਵਿੱਚੋਂ ਇੱਕ ਐਕਸਪ੍ਰੈਸ ਕਰ ਪਾ ਰਿਹਾ F1 ਜਨਰੇਸ਼ਨ ਦੇ ਵਿੱਚ, ਤੇ ਜਿਹੜਾ ਟ੍ਰੇਟ ਆਪਦੇ ਆਪ ਨੂੰ ਐਕਸਪ੍ਰੈਸ ਕਰ ਪਾ ਰਿਹਾ ਹੈ ਉਹ ਟ੍ਰੇਟ ਕਿਹੜਾ ਹੈ ਡੋਮੀਨੈਂਟ ਵਾਲਾ, ਤੇ ਤਾਂ ਕਰਕੇ ਉਹਨੂੰ ਆਪਾਂ ਕਿਹਾ ਕੀ ਹੈ ਕਿ ਇੱਕ ਹੀ ਜਿਹੜਾ ਟ੍ਰੇਟ ਐਕਸਪ੍ਰੈਸ ਕਰ ਪਾ ਰਿਹਾ, ਤੇ ਜਿਹੜਾ ਐਕਸਪ੍ਰੈਸ ਕਰ ਪਾ ਰਿਹਾ ਉਹ ਆਪਦੇ ਆਪ ਨੂੰ F1 ਜਨਰੇਸ਼ਨ ਵਿੱਚ ਜਾਂ ਹੈਟਰੋਜ਼ਾਈਗਸ ਕੰਡੀਸ਼ਨ ਦੇ ਵਿੱਚ, ਤਾਂ ਕਰਕੇ ਉਹ ਜਿਹੜਾ ਕੀ ਹੋਏਗਾ ਡੋਮੀਨੈਂਟ ਹੋਏਗਾ, ਤੇ ਇਹਨੂੰ ਆਪਾਂ ਕੀ ਕਿਹਾ ਲਾਅ ਆਫ ਡੋਮੀਨੈਂਸ ਕਿਹਾ। ਇਹ ਕੀ ਸੀ ਆਪਣਾ ਲਾਅ ਆਫ ਡੋਮੀਨੈਂਸ। ਉਸ ਤੋਂ ਬਾਅਦ ਦੂਸਰੀ ਚੀਜ਼ ਜਿਹੜੀ ਆਪਾਂ ਨੂੰ ਦੇਖਣ ਨੂੰ ਮਿਲੀ ਜਦੋਂ F2 ਆਇਆ, ਤਾਂ F2 ਵਿੱਚ ਆਪਣੇ ਕੋਲ ਸਮਾਲ t ਵੀ ਆਇਆ, ਤੇ ਡਵਾਰਫ ਵਾਲਾ 25% ਨੇ ਜਿਹੜੇ ਪਲਾਂਟਸ ਉਹ ਆਪਾਂ ਨੂੰ ਡਵਾਰਫ ਮਿਲੇ। 25% ਡਵਾਰਫ ਮਿਲਣ ਦਾ ਮਤਲਬ ਹੈ ਕਿ ਜਿਹੜੇ ਆਪਣੇ ਗੈਮੀਟਸ ਨੇ ਉਹ ਸੈਗਰੀਗੇਟ ਹੁੰਦੇ ਨੇ, ਉਹ ਅਲੱਗ-ਅਲੱਗ ਹੁੰਦੇ ਨੇ, ਉਹਨਾਂ ਦੇ ਵਿੱਚ ਕੋਈ ਵੀ ਬਲੈਂਡਿੰਗ ਨਹੀਂ ਹੁੰਦੀ, ਉਹ ਅਲੱਗ-ਅਲੱਗ ਹੁੰਦੇ ਨੇ, ਤਾਂ ਕਰਕੇ ਜਿਹੜਾ ਟ੍ਰੇਟ ਹੈ ਇਹ ਦੁਬਾਰਾ ਆ ਪਾਇਆ। ਤਾਂ ਆਪਾਂ ਨੂੰ ਕੀ ਕਹਿੰਦੇ ਆ ਲਾਅ ਆਫ ਪਿਓਰਿਟੀ ਆਫ ਗੈਮੀਟਸ। ਜਿਹੜੇ ਗੈਮੀਟਸ ਨੇ ਉਹ ਕੀ ਨੇ ਪਿਓਰ ਨੇ, ਮਤਲਬ ਕੋਈ ਬਲੈਂਡਿੰਗ ਨਹੀਂ ਹੈਗੀ, ਜਿਹੜੇ ਗੈਮੀਟਸ ਨੇ ਉਹ ਪਿਓਰ ਨੇ, ਇਹਨੂੰ ਆਪਾਂ ਕਹਿੰਦੇ ਆ ਲਾਅ ਆਫ ਪਿਓਰਿਟੀ ਆਫ ਗੈਮੀਟਸ ਜਾਂ ਲਾਅ ਆਫ ਸੈਗਰੀਗੇਸ਼ਨ। ਇਹਨੂੰ ਆਪਾਂ ਕੀ ਕਹਿੰਦੇ ਆ ਲਾਅ ਆਫ ਪਿਓਰਿਟੀ ਆਫ ਗੈਮੀਟਸ ਜਾਂ ਲਾਅ ਆਫ ਸੈਗਰੀਗੇਸ਼ਨ। ਤੇ ਮੋਨੋਹਾਈਬ੍ਰਿਡ ਕ੍ਰੋਸ ਦੇ ਬੇਸ ਤੇ ਜਿਹੜੇ ਆਪਣੇ ਕੋਲ ਦੋ ਕੰਕਲੂਜਨ ਆਏ ਸੀ, ਉਹ ਲਾਅ ਆਫ ਡੋਮੀਨੈਂਸ ਤੇ ਆਪਣੀ ਆਇਆ ਸੀ ਲਾਅ ਆਫ ਸੈਗਰੀਗੇਸ਼ਨ ਜਾਂ ਪਿਓਰਿਟੀ ਆਫ ਗੈਮੀਟਸ, ਠੀਕ ਹੈ। ਹੁਣ ਨਾ ਮੈਂ ਤੁਹਾਨੂੰ ਟਰੂਮੈਨਸ ਦੀ ਬੁੱਕ ਤੋਂ ਜਿਹੜੇ ਮੈਂਡਲ ਦੇ ਕੰਕਲੂਜਨ ਸੀ ਨਾ ਉਹ ਵੀ ਥੋੜੇ ਜਿਹੇ ਪੜਾ ਦਿੰਨੀ ਆ, ਰੁਕੋ ਇੱਕ ਮਿੰਟ। ਹਾਂ, ਆਪਾਂ ਜੇ ਗੱਲ ਕਰੀਏ ਇੱਥੇ ਕੀ ਹੈ, ਸਭ ਤੋਂ ਪਹਿਲੇ ਰਿਜ਼ਲਟ ਹੈ ਕਿ ਮੈਂਡਲ ਨੇ ਪ੍ਰਪੋਜ਼ ਕੀਤਾ ਕਿ ਕੁਛ ਨਾ ਕੁਛ ਐਜਾ ਪਾਸ ਔਨ ਹੋ ਰਿਹਾ, ਬਟ ਪਾਸਡ ਔਨ ਅਨਚੇਂਜਡ ਫਰੋਮ ਪੈਰੈਂਟਸ ਟੂ ਆਫਸਪ੍ਰਿੰਗ। ਪੈਰੈਂਟਸ ਤੋਂ ਆਫਸਪ੍ਰਿੰਗ ਵਿੱਚ ਕੁਛ ਨਾ ਕੁਛ ਕੀ ਹੋ ਰਿਹਾ ਹੈ ਪਾਸ ਔਨ ਹੋ ਰਿਹਾ ਹੈ,
ਤੇ ਉਹ ਜਿਹੜੀ ਕੋਈ ਨਾ ਕੋਈ ਚੀਜ਼ ਹੈ ਜਿਹੜੀ ਪਾਸ ਔਨ ਹੋ ਰਹੀ ਹੈ ਫਰੋਮ ਵਨ ਜਨਰੇਸ਼ਨ ਟੂ ਨੈਕਸਟ ਜਨਰੇਸ਼ਨ, ਉਹਨੂੰ ਆਪਾਂ ਕੀ ਕਹਿ ਰਹੇ ਹਾਂ, ਉਹਨੂੰ ਆਪਾਂ ਕਹਿ ਰਹੇ ਹਾਂ ਫੈਕਟਰਸ। ਠੀਕ ਹੈ, ਤੇ ਉਹ ਜਿਹੜੇ ਫੈਕਟਰਸ ਸੀਗੇ ਉਹਨਾਂ ਵਿੱਚ ਕੋਈ ਕੀ ਸੀਗਾ, ਕੋਈ ਇੰਟਰਮੀਡੀਏਟ ਨਹੀਂ ਬਣਿਆ ਸੀ। ਜਿਵੇਂ ਆਪਾਂ ਪਿਓਰ ਟੌਲ ਲਿੱਤਾ ਹਨਾ, ਤੇ ਨਾਲ ਆਪਾਂ ਲਿੱਤਾ ਪਿਓਰ ਡਵਾਰਫ, ਪਿਓਰ ਟੌਲ ਲਿੱਤਾ ਤੇ ਪਿਓਰ ਡਵਾਰਫ ਲਿੱਤਾ, ਤੇ ਉਹ ਜਿਹੜੇ ਕਰੈਕਟਰ ਸੀ ਉਹਨਾਂ ਦੀ ਕੀ ਨਹੀਂ ਹੋਈ, ਬਲੈਂਡਿੰਗ ਨਹੀਂ ਹੋਈ, ਤੇ ਆਪਦੇ ਆਪ ਨੂੰ ਇੱਕ ਨੇ ਕੀ ਇੱਕ ਜਿਹੜਾ ਐਕਸਪ੍ਰੈਸ ਕਰ ਪਾਇਆ ਉਹਨੂੰ ਆਪਾਂ ਕੀ ਕਿਹਾ, ਡੋਮੀਨੈਂਟ ਵਾਲਾ ਕਿਹਾ। ਠੀਕ ਹੈ, ਇਨ F2 ਜਨਰੇਸ਼ਨ ਬੋਥ ਪੈਰੈਂਟਲ ਟ੍ਰੇਟਸ ਆਫ ਕਰੈਕਟਰਸ ਵਰ ਐਕਸਪ੍ਰੈਸਡ। F2 ਜਨਰੇਸ਼ਨ ਵਿੱਚ ਦੋਨਾਂ ਨੇ ਐਕਸਪ੍ਰੈਸ ਕੀਤਾ। One of trait which did not appear in F1 generation must lie hidden and unexpressed। F1 generation ਵਿੱਚ ਜਿਹੜਾ ਰਿਸੈਸਿਵ ਵਾਲਾ ਸੀ ਉਹਨੇ ਆਪਣੇ ਆਪ ਨੂੰ ਐਕਸਪ੍ਰੈਸ ਨਹੀਂ ਕੀਤਾ ਸੀ, ਬਟ ਉਹ ਹੈਗਾ ਸੀ। ਠੀਕ ਹੈ, ਦੂਸਰੀ ਚੀਜ਼, ਆਊਟ ਆਫ 2 ਫੈਕਟਰਸ ਆਫ ਅਲਟਰਨੇਟ ਟ੍ਰੇਟਸ ਆਫ ਕਰੈਕਟਰ one is dominant, ਜਿਹਨੇ ਆਪਦੇ ਆਪ ਨੂੰ F1 ਜਨਰੇਸ਼ਨ ਵਿੱਚ ਐਕਸਪ੍ਰੈਸ ਕੀਤਾ, ਤੇ ਦੂਸਰਾ ਕੀ ਸੀ, ਰਿਸੈਸਿਵ। and there is no mixing of 2 factors in hybrid, ਇਹ ਮੈਂ ਤੁਹਾਨੂੰ ਦੱਸ ਚੁੱਕੀ ਹਾਂ। and at the time of gamete formation 2 factors, ਜਿਹੜੇ 2 factors ਨੇ ਉਹ separate ਹੋ ਜਾਂਦੇ ਨੇ and segregate and pass into different gametes come to have one factor or pair। thus Mendel predicted the occurrence of meiosis before ago। मतलब कि ਜਿਹੜੀ ਆਪਣੀ meiosis ਹੁੰਦੀ ਹੈ ਉਹਦੇ ਵਿੱਚ ਐਵੇਂ gametes ਦਾ formation ਹੁੰਦਾ, gametes pass on ਹੁੰਦੇ ਨੇ, ਤੇ ਇਹ ਚੀਜ਼ already ਭਾਵੇਂ ਹਲੇ meiosis ਦੀ ਡਿਸਕਵਰੀ ਨਹੀਂ ਹੋਈ ਸੀ, ਆਪਾਂ ਨੂੰ ਸੈਲ ਡਿਵੀਜ਼ਨ ਬਾਰੇ 1950s ਤੋਂ ਬਾਅਦ ਪਤਾ ਚੱਲਿਆ ਸੀ ਜਦੋਂ ਇਲੈਕਟ੍ਰੋਨ ਮਾਈਕਰੋਸਕੋਪੀ ਆਈ ਸੀ, ਪਰ ਕਿਧਰੇ ਨਾ ਕਿਧਰੇ ਮੈਂਡਲ ਨੇ ਆ ਚੀਜ਼ ਆਪਦੇ ਜੈਨੇਟਿਕਸ ਵਾਲੇ ਚੀਜ਼ ਵਿੱਚ ਦੱਸਦੀ ਹੋਈ ਸੀ, ਜਿਵੇਂ ਕਰੈਕਟਰਸ ਪਾਸ ਹੋਣ ਹੋਣਗੇ। ਠੀਕ ਹੈ, ਫਿਰ ਆਪਾਂ ਨੂੰ ਰਿਜ਼ਲਟ ਮਿਲਿਆ the 2 traits of character appear in F2 generation। F2 generation ਵਿੱਚ ਕੀ ਹੁੰਦਾ ਹੈ ਕਿ 2 traits appear ਹੁੰਦੇ ਨੇ, ਤੇ ਜਿਹੜਾ ਟਾਲਨੈਸ ਵਾਲਾ ਤੇ ਡਾਰਫਨੈਸ ਵਾਲਾ, ਜਿਵੇਂ ਮੰਨ ਲਓ ਡੋਮੀਨੈਂਟ ਤੇ ਰਿਸੈਸਿਵ ਹੈ, ਉਹਦੇ ਵਿੱਚ 3:1 ਦਾ ਰੇਸ਼ੋ ਹੈ। ਠੀਕ ਹੈ, 3:1 ਦਾ ਰੇਸ਼ੋ ਹੈ। ਉਸ ਤੋਂ ਬਾਅਦ ਇਹ ਸਾਰੀ ਚੀਜ਼ ਆਪਣੀ ਕਲੀਅਰ ਹੋਈ। ਤੇ ਦੂਸਰਾ ਜਿਹੜਾ ਆਪਣਾ ਜੀਨੋਟਾਈਪ ਦਾ ਰੇਸ਼ੋ ਹੈ, ਜਿਹੜਾ ਆਪਣਾ ਜੀਨੋਟਾਈਪ ਦਾ ਰੇਸ਼ੋ ਹੈ ਉਹ ਕੀ ਹੈ, ਜਿਹੜਾ ਬੇਟਾ ਆਪਣਾ ਜੀਨੋਟਾਈਪ ਦਾ ਰੇਸ਼ੋ ਹੈ ਉਹ ਹੈ 1:2:1। ਇਹ ਆਪਣੇ ਕੰਕਲੂਜਨ ਸੀ ਮੋਨੋ ਹਾਈਬ੍ਰਿਡ ਕ੍ਰੋਸ ਦੇ। ਠੀਕ ਹੈ, ਹਾਲੇ ਤੱਕ ਤੁਹਾਨੂੰ ਆ ਚੀਜ਼ ਸਮਝ ਆਈ ਕਿ ਆਪਣੇ ਮੋਨੋ ਹਾਈਬ੍ਰਿਡ ਕ੍ਰੋਸ ਦੇ ਕੰਕਲੂਜਨ ਕੀ ਹੈਗੇ ਸੀ। ਹੁਣ ਜੇ ਮੈਂ ਤੁਹਾਨੂੰ ਇੱਕ ਕੁਐਸਚਨ ਪੁੱਛਾਂ ਕਿ ਜਿਹੜਾ ਆਪਣਾ ਲਾਅ ਆਫ, ਇੱਕ ਮਿੰਟ, ਹੁਣ ਜੇ ਮੈਂ ਤੁਹਾਨੂੰ ਕੁਐਸਚਨ ਪੁੱਛਾਂ ਕਿ ਆਪਣਾ ਜਿਹੜਾ ਲਾਅ ਆਫ ਸੈਗਰੀਗੇਸ਼ਨ ਹੈ, ਆਪਣਾ ਜਿਹੜਾ ਲਾਅ ਆਫ ਸੈਗਰੀਗੇਸ਼ਨ ਹੈ ਤੇ ਲਾਅ ਆਫ ਪਿਓਰਿਟੀ ਆਫ ਗੈਮੀਟਸ ਹੈ, ਇਹ ਤਾਂ ਇੱਕ ਹੀ ਚੀਜ਼ ਹੋ ਗਈ। ਠੀਕ ਹੈ, ਲਾਅ ਆਫ ਸੈਗਰੀਗੇਸ਼ਨ या law of purity of gametes। ਇਹ ਜਿਹੜੀ ਚੀਜ਼ ਹੈ ਕਿ ਆਪਣਾ ਜਿਹੜਾ ਫੀਨੋਟਾਈਪ ਦਾ ਰੇਸ਼ੋ ਹੈ, ਜਿਹੜਾ ਆਪਣਾ ਫੀਨੋਟਾਈਪ ਦਾ ਰੇਸ਼ੋ ਹੈ ਉਹ ਕੀ ਹੈ, 3:1 ਹੈ। ਫੀਨੋਟਾਈਪ ਦਾ ਕੀ ਰੇਸ਼ੋ ਹੈ, 3:1 ਹੈ, ਟॉल ਤੇ ਡਵਾਰਫ। ਠੀਕ ਹੈ, मतलब कि ਜਿਹੜਾ ਆਪਣਾ ਡੋਮੀਨੈਂਟ ਵਾਲਾ ਹੋਏਗਾ, ਜਿਹੜਾ ਆਪਣਾ ਡੋਮੀਨੈਂਟ ਵਾਲਾ ਟ੍ਰੇਟ ਹੈ ਉਹ ਟॉल ਹੈ, ਤੇ ਜਿਹੜਾ ਆਪਣਾ ਆ ਵਾਲਾ ਹੈ ਡਵਾਰਫ ਹੈ। ਜੇ ਤੁਹਾਡੇ ਕੋਲ ਪੁੱਛਿਆ ਜਾਏ ਕਿ ਇਹਦੇ ਲਈ ਕੌਣ ਰਿਸਪੌਂਸਿਬਲ ਹੈ, ਲਾਅ ਆਫ ਪਿਓਰਿਟੀ ਆਫ ਗੈਮੀਟਸ ਜਾਂ ਲਾਅ ਆਫ ਡੋਮੀਨੈਂਸ, ਜੇ ਤਾਂ ਤੁਹਾਨੂੰ ਆਪਸ਼ਨ ਵਿੱਚ ਆਨਸਰ ਦਿੱਤਾ ਹੋਇਆ ਕਿ ਬੋਥ, ਜੇ ਆਪਾਂ ਨੂੰ ਆਨਸਰ ਦਿੱਤਾ ਹੋਇਆ ਬੋਥ, ਠੀਕ ਹੈ, ਉਦੋਂ ਆਪਾਂ ਕੀ ਲਾਵਾਂਗੇ ਕਿ ਆਨਸਰ ਕੀ ਹੈ, ਬੋਥ ਹੈ, ਕਿਉਂਕਿ ਉਹ ਵਾਲਾ ਜਿਹੜਾ ਜੀਨੋਟਾਈਪ ਹੈ ਉਹ ਕੈਰੀ ਹੋਇਆ ਹੈ ਨੈਕਸਟ ਜਨਰੇਸ਼ਨ ਵਿੱਚ, ਤਾਂ ਹੀ ਡਵਾਰਫ ਵਾਲਾ ਪਾਰਟ ਅਪੀਅਰ ਹੋਇਆ। ਬਟ ਜਦੋਂ ਆਪਾਂ ਲਾਅ ਆਫ ਡੋਮੀਨੈਂਸ ਦੀ ਗੱਲ ਕਰਦੇ ਹਾਂ ਨਾ, ਲਾਅ ਆਫ ਡੋਮੀਨੈਂਸ ਹੀ ਇਸ ਚੀਜ਼ ਨੂੰ ਜਸਟੀਫਾਈ ਕਰਦਾ ਕਿ ਟॉल ਵਾਲੇ ਦੇ 3 ਕਿਉਂ ਆਏ। ਤਾਂ ਜ਼ਿਆਦਾ ਇੰਪੋਰਟੈਂਸ ਜਦੋਂ 2 ਆਪਸ਼ਨਸ ਦਿੱਤੀਆਂ ਹੋਣ, ਜ਼ਿਆਦਾ ਇੰਪੋਰਟੈਂਸ ਤੁਸੀਂ ਕਿਹਨੂੰ ਦਵੋਗੇ, ਜ਼ਿਆਦਾ ਇੰਪੋਰਟੈਂਸ ਤੁਸੀਂ ਲਾਅ ਆਫ ਡੋਮੀਨੈਂਸ ਨੂੰ ਦਵੋਗੇ ਕਿ ਜਿਹੜਾ ਟॉलनेस ਵਾਲਾ ਟ੍ਰੇਟ ਹੈ ਉਹਨੇ ਆਪਣੇ ਆਪ ਨੂੰ ਜ਼ਿਆਦਾ ਐਕਸਪ੍ਰੈਸ ਕੀਤਾ ਹੈ। ਬਟ ਇਹਦੇ ਵਿੱਚ ਲਾਅ ਆਫ ਸੈਗਰੀਗੇਸ਼ਨ ਵੀ ਆਨਸਰ ਆਏਗਾ। ਤੇ ਜੇ ਤੁਹਾਨੂੰ ਆ ਚੀਜ਼ ਪੁੱਛੀ ਜਾਏ ਕਿ ਜਿਹੜਾ ਡਵਾਰਫ ਵਾਲਾ ਕਰੈਕਟਰ ਹੈ, ਜੇ ਇਹਨੂੰ ਮੋਲਡ ਕਰਕੇ ਪੁੱਛ ਲਿਆ ਜਾਏ ਕਿ ਜਿਹੜਾ ਡਵਾਰਫ ਵਾਲਾ ਟ੍ਰੇਟ ਹੈ ਇਟ ਰੀਅਪੀਅਰਸ, ਜਦੋਂ ਆ ਚੀਜ਼ ਪੁੱਛ ਲਈ ਜਾਏ ਕਿ ਉਹ ਰੀਅਪੀਅਰ ਕਰਦਾ ਹੈ, ਇਟ ਰੀਅਪੀਅਰਸ ਇਨ F2 ਜਨਰੇਸ਼ਨ, ਜਦੋਂ ਆ ਚੀਜ਼ ਪੁੱਛ ਲਈ ਜਾਏ ਉਦੋਂ ਆਪਾਂ ਕੀ ਕਵਾਂਗੇ, ਉਦੋਂ ਆਪਾਂ ਆ ਚੀਜ਼ ਕਵਾਂਗੇ ਕਿ ਇਹਦਾ ਰੀਜ਼ਨ ਕੀ ਹੈ, ਇਹਦਾ ਰੀਜ਼ਨ ਹੈ ਲਾਅ ਆਫ ਸੈਗਰੀਗੇਸ਼ਨ, ਕਿ ਮਤਲਬ ਜਿਹੜੇ ਗੈਮੀਟਸ ਨੇ
ਉਹ ਕੀ ਕਰਦੇ ਨੇ, ਸੈਗਰੀਗੇਟ ਕਰਦੇ ਨੇ ਇੰਡੀਪੈਂਡੈਂਟਲੀ। ਠੀਕ ਹੈ, ਇੰਡੀਪੈਂਡੈਂਟਲੀ ਇੱਕ ਜੀਨ ਤੋਂ ਦੂਜੀ ਗੈਮੀਟ ਜਦੋਂ ਬੰਦੇ ਨੇ ਤਾਂ ਉਹ ਮਿਓਸਿਸ ਕਰਕੇ ਟ੍ਰਾਂਸਫਰ ਹੁੰਦੇ ਨੇ ਤੇ ਉਹ ਇੰਡੀਪੈਂਡੈਂਟਲੀ ਕੀ ਹੋ ਜਾਂਦੇ ਨੇ, ਟ੍ਰਾਂਸਫਰ ਹੋ ਜਾਂਦੇ ਨੇ। ਆਈ ਥਿੰਕ ਆਈ ਐਮ ਵੈਰੀ ਕਲੀਅਰ ਟਿਲ ਹੇਅਰ। ਤੁਹਾਨੂੰ ਆਈ ਥਿੰਕ ਆ ਚੀਜ਼ ਸਮਝ ਆਈ ਹੋਏਗੀ ਕਿ ਜਿਹੜਾ ਆਪਣਾ ਲਾਅ ਆਫ ਡੋਮੀਨੈਂਸ ਹੈ, ਜਿਹੜਾ ਆਪਣਾ ਲਾਅ ਆਫ ਡੋਮੀਨੈਂਸ ਹੈ ਉਹ ਆਪਾਂ ਨੂੰ ਕੀ ਐਕਸਪਲੇਨ ਕਰਦਾ ਹੈ। ਜਿਹੜਾ ਆਪਣਾ ਲਾਅ ਆਫ ਡੋਮੀਨੈਂਸ ਹੈ ਉਹ ਆਪਾਂ ਨੂੰ ਦੋਵੇਂ ਚੀਜ਼ਾਂ ਐਕਸਪਲੇਨ ਕਰਦਾ ਹੈ ਕਿ ਉਹਦਾ ਫੀਨੋਟਾਈਪ ਦਾ ਰੇਸ਼ੋ 3:1 ਕਿਉਂ ਆਇਆ, ਕਿਉਂਕਿ ਜਿਹੜੀ ਆਪਣੀ ਟਰਲਨੈਸ ਵਾਲਾ ਕਰੈਕਟਰ ਹੈ ਉਹ ਆਪਦੇ ਆਪ ਨੂੰ ਹੈਟਰੋਜ਼ਾਈਗਸ ਤੇ ਹੋਮੋਜ਼ਾਈਗਸ ਦੋਨਾਂ ਕੰਡੀਸ਼ਨ ਵਿੱਚ ਐਕਸਪ੍ਰੈਸ ਕਰਦਾ ਹੈ। ਬਟ ਜਦੋਂ ਆਪਾਂ ਗੱਲ ਇੰਦੀ ਕਰਦੇ ਆ ਨਾ ਕਿ ਲਾਅ ਆਫ ਸੈਗਰੀਗੇਸ਼ਨ ਇਸ ਚੀਜ਼ ਨੂੰ ਹੈਲਪ ਕਰਦਾ ਕਿ ਨਹੀਂ, ਕਿਉਂਕਿ ਪਿਓਰਿਟੀ ਆਫ ਗੈਮੀਟਸ ਦਾ ਆਈ ਤਾਂ ਹੀ ਉਹ ਕੰਬੀਨੇਸ਼ਨ ਬਣਿਆ। ਜਦੋਂ ਆਪਣੇ ਕੋਲ ਆਪਸ਼ਨ ਹੈ ਕਿ ਆਪਾਂ ਬੋਥ ਤੇ ਟਿਕ ਕਰ ਸਕਦੇ ਆ ਉਦੋਂ ਆਪਾਂ ਬੋਥ ਤੇ ਟਿਕ ਕਰਾਂਗੇ। ਬਟ ਜਦੋਂ ਆਪਣੇ ਕੋਲ ਆਪਸ਼ਨ ਹੈ ਕਿ ਆਪਾਂ ਸਿਰਫ ਇੱਕ ਤੇ ਟਿਕ ਕਰਨਾ ਹੈ, ਫਿਰ ਆਪਾਂ ਕਿਹਨੂੰ ਪ੍ਰਾਇੋਰਿਟੀ ਦੇਵਾਂਗੇ, ਲਾਅ ਆਫ ਡੋਮੀਨੈਂਸ ਨੂੰ ਪ੍ਰਾਇੋਰਿਟੀ ਦੇਵਾਂਗੇ, ਕਿਉਂਕਿ ਉਹਨੇ ਆਪਾਂ ਨੂੰ ਦੱਸਿਆ ਸੀ ਕਿ ਫੀਨੋਟਾਈਪ ਆ ਤਾਂ ਕਰਕੇ ਹੈ, ਕਿਉਂ ਹੈ, ਕਿਉਂਕਿ ਇਹ ਹੋਮੋਜ਼ਾਈਗਸ ਤੇ ਹੈਟਰੋਜ਼ਾਈਗਸ ਦੋਵਾਂ ਚੀਜ਼ਾਂ ਵਿੱਚ ਐਕਸਪ੍ਰੈਸ ਕਰਦਾ। ਠੀਕ ਹੈ, ਬਟ ਜੇ ਆਪਾਂ ਨੂੰ ਇਹ ਪਤਾ ਚੱਲੇ ਕਿ ਇਹ ਪੁੱਛਿਆ ਜਾਏ ਕਿ F1 ਜਨਰੇਸ਼ਨ ਵਿੱਚ ਤਾਂ ਆਪਾਂ ਨੂੰ ਡਵਾਰਫ ਪਲਾਂਟ ਨਹੀਂ ਮਿਲਿਆ ਸੀ, ਆਪਾਂ ਨੂੰ ਟਾਲ ਮਿਲਿਆ ਸੀ, ਹੈਟਰੋਜ਼ਾਈਗਸ ਟਾਲ ਮਿਲਿਆ ਸੀ, ਤੇ ਉਹ ਰੀਅਪੀਅਰ ਹੋਇਆ F2 ਜਨਰੇਸ਼ਨ ਵਿੱਚ ਡਵਾਰਫ ਵਾਲਾ, F1 ਵਿੱਚ ਨਹੀਂ ਹੈਗਾ ਸੀ, ਤਾਂ ਉਹ ਹੋਇਆ ਆਪਣਾ ਲਾਅ ਆਫ ਸੈਗਰੀਗੇਸ਼ਨ ਦੀ ਵਜ੍ਹਾ ਨਾਲ। ਜਦੋਂ ਗੈਮੀਟਸ ਦੀ ਕੀ ਹੋਈ, ਪਿਓਰਿਟੀ ਹੋਈ, ਮਤਲਬ ਗੈਮੀਟਸ ਡਿਫਰੈਂਟ ਬਣੇ ਔਰ ਫਿਰ ਉਹਨਾਂ ਨੇ ਅਲੱਗ ਇੱਕ ਪ੍ਰੋਜੈਨੀ ਬਣਾਈ, ਇੱਕ ਅਲੱਗ ਕੰਬੀਨੇਸ਼ਨ ਬਣਾਇਆ। ਠੀਕ ਹੈ, ਆਈ ਥਿੰਕ ਆਈ ਐਮ ਵੈਰੀ ਕਲੀਅਰ ਟਿਲ ਦਿਸ। ਇਹ ਤਾਂ ਹੋ ਗਿਆ ਆਪਣੇ ਕਨਕਲੂਜਨ ਆਫ ਮੋਨੋਹਾਈਬ੍ਰਿਡ ਕ੍ਰੋਸ। ਹੁਣ ਜਦੋਂ ਮੈਂਡਲ ਸਰ ਨੇ ਐਕਸਪੈਰੀਮੈਂਟ ਕੀਤਾ ਸੀ ਨਾ, ਆਹ ਦੇਖੋ ਆਪਾਂ ਨੂੰ ਇਹ ਸਟੇਜ ਤੇ ਕੀ ਮਿਲਿਆ ਸੀਗਾ, ਇਹ ਸਟੇਜ ਤੇ ਆਪਾਂ ਨੂੰ F1 ਜਨਰੇਸ਼ਨ ਵਿੱਚ ਮਿਲਿਆ ਸੀ ਕੈਪੀਟਲ T ਸਮਾਲ t। ਹੁਣ ਜਿਹੜਾ ਟਾਲ ਹੈ ਉਹ ਤਾਂ ਕੈਪੀਟਲ T ਵੀ ਹੋ ਸਕਦਾ ਸੀ, ਹਨਾ। ਤੇ ਮੈਂਡਲ ਸਰ ਨੇ ਤਾਂ ਜਦੋਂ ਆਪਣੇ ਕੋਲ F2 ਜਨਰੇਸ਼ਨ ਆਈ ਤਾਂ ਉਹਨਾਂ ਨੇ ਕੀ ਪ੍ਰੂਵ ਕੀਤਾ ਕਿ ਜਿਹੜਾ ਇੱਕ ਸਮਾਲ t ਦਾ ਕੁਛ ਨਾ ਕੁਛ ਅੰਸ਼ ਪ੍ਰੈਜ਼ੈਂਟ ਹੋਏਗਾ, ਤਾਂ ਹੀ ਆਪਣੇ ਕੋਲ F2 ਜਨਰੇਸ਼ਨ ਵਿੱਚ ਸਮਾਲ t ਆਇਆ। ਪਰ ਹੁਣ ਉਹਨਾਂ ਨੇ ਕਨਫਰਮ ਕਰਨਾ ਸੀ ਕਿ ਜਿਹੜਾ F1 ਜਨਰੇਸ਼ਨ ਵਾਲਾ, ਜਿਹੜਾ F1 ਜਨਰੇਸ਼ਨ ਵਿੱਚ ਆਪਣੇ ਕੋਲ ਬਣਿਆ ਸੀ ਹਾਈਬ੍ਰਿਡ, ਜਦੋਂ ਆਪਾਂ ਪਿਓਰ ਡਵਾਰਫ ਤੇ ਪਿਓਰ ਟਾਲ ਦਾ ਕ੍ਰੋਸ ਕਰਾਇਆ ਸੀ ਤਾਂ ਆਪਣੇ ਕੋਲ ਕੈਪੀਟਲ T ਸਮਾਲ t ਬਣਿਆ ਸੀ, ਨਾ ਕਿ ਕੈਪੀਟਲ T ਵਾਲਾ ਹੋਮੋਜ਼ਾਈਗਸ ਨਹੀਂ ਬਣਿਆ ਸੀ। ਉਹਦੇ ਵਾਸਤੇ ਫਿਰ ਉਹਨਾਂ ਨੇ ਕੀ ਕਰਾਇਆ, ਉਹਦੇ ਵਾਸਤੇ ਉਹਨਾਂ ਨੇ ਕਰਾਇਆ ਟੈਸਟ ਕ੍ਰੋਸ। ਉਹਦੇ ਵਾਸਤੇ ਉਹਨਾਂ ਨੇ ਕੀ ਕਰਾਇਆ, ਟੈਸਟ ਕ੍ਰੋਸ। ਠੀਕ ਹੈ, ਹੁਣ ਆਪਾਂ ਕਰਦੇ ਹਾਂ ਕਿ ਐਕਚੁਅਲ ਚ ਟੈਸਟ ਕ੍ਰੋਸ ਕੀ ਹੈ ਤੇ ਬੈਕ ਕ੍ਰੋਸ ਕੀ ਹੈ। ਟੈਸਟ ਕ੍ਰੋਸ ਮੈਂ ਤੁਹਾਨੂੰ ਐਕਸਪਲੇਨ ਕਰਾਂਗੀ। ਸਭ ਤੋਂ ਪਹਿਲੇ ਤੁਸੀਂ ਆ ਦੇਖੋ ਕਿ ਇੱਕ ਨਾ ਬੈਕ ਕ੍ਰੋਸ ਹੁੰਦਾ ਹੈ, ਠੀਕ ਹੈ, ਤੇ ਬੈਕ ਕ੍ਰੋਸ ਦਾ ਹੀ ਸਪੈਸ਼ਲ ਕੇਸ ਹੁੰਦਾ ਟੈਸਟ ਕ੍ਰੋਸ। ਸਪੈਸ਼ਲ ਕੇਸ ਕੀ ਹੁੰਦਾ, ਟੈਸਟ ਕ੍ਰੋਸ। ਹੁਣ ਤੁਸੀਂ ਆ ਚੀਜ਼ ਸਮਝਣੀ ਹੈ ਕਿ ਟੈਸਟ ਕ੍ਰੋਸ ਵਿੱਚ ਆਪਾਂ ਕੀ ਕਰਾਂਗੇ ਤੇ ਬੈਕ ਕ੍ਰੋਸ ਐਕਚੁਅਲ ਚ ਹੈ ਕੀ। ਮੰਨ ਲਓ ਆਪਾਂ ਕਿਸੇ ਵੀ ਪੈਰੈਂਟ ਦਾ, ਤੇ ਹੁਣ ਮੰਨ ਲਓ F1 ਜਨਰੇਸ਼ਨ ਇੱਕ ਪੈਰੈਂਟ ਹੈ, ਹਨਾ, F2 ਵਾਸਤੇ ਪੈਰੈਂਟ ਦਾ ਆਪਾਂ ਰਿਸੈਸਿਵ ਪੈਰੈਂਟ ਨਾਲ ਕ੍ਰੋਸ ਕਰਾ ਦਈਏ, ਕਿਸੇ ਵੀ ਜਿਹੜੀ ਜੀਨੋਟਾਈਪ ਹੈ, ਪੈਰੈਂਟ ਨਹੀਂ ਆਪਾਂ ਕਵਾਂਗੇ, ਕਿਸੇ ਵੀ ਜੀਨੋਟਾਈਪ ਦਾ ਜਿਹੜਾ ਕ੍ਰੋਸ ਹੈ, ਕਿਸੇ ਵੀ ਜੀਨੋਟਾਈਪ ਦਾ ਜਿਹੜਾ ਆਪਣਾ ਕ੍ਰੋਸ ਹੈ, ਕੋਈ ਵੀ ਜਨਰੇਸ਼ਨ ਦਾ ਕੋਈ ਵੀ ਜੀਨੋਟਾਈਪ ਹੋਏ, ਉਹਦਾ ਕ੍ਰੋਸ ਜੇ ਆਪਾਂ ਇੱਕ ਪੈਰੈਂਟ ਰਿਸੈਸਿਵ ਪੈਰੈਂਟ ਨਾਲ ਕਰਾ ਦਿੰਦੇ ਆ, ਕਿਹੜੇ ਪੈਰੈਂਟ ਨਾਲ, ਰਿਸੈਸਿਵ ਪੈਰੈਂਟ ਨਾਲ, ਤਾਂ ਉਹਨੂੰ ਆਪਾਂ ਕੀ ਕਹਿੰਦੇ ਆ, ਉਹਨੂੰ ਆਪਾਂ ਕਹਿੰਦੇ ਆ ਬੈਕ ਕ੍ਰੋਸ। ਮੰਨ ਲਓ ਇੱਕ ਆਪਣੇ ਕੋਲ ਆ ਜੀਨੋਟਾਈਪ ਹੈ ਜਾਂ ਆਪਣੇ ਕੋਲ ਆ ਜੀਨੋਟਾਈਪ ਹੈ, ਹਨਾ, ਆਪਾਂ ਇਹਦਾ ਕਰਾ ਦਾਂਗੇ ਬੈਕ ਕ੍ਰੋਸ, ਕਿਹਦੇ ਨਾਲ, ਰਿਸੈਸਿਵ ਪੈਰੈਂਟ ਨਾਲ ਕਰਾਵਾਂਗੇ, ਹਨਾ। ਤੇ ਰਿਸੈਸਿਵ ਪੈਰੈਂਟ ਨਾਲ ਮੰਨ ਲਓ ਜੇ ਕਰਾਵਾਂਗੇ ਤਾਂ ਆਪਣੇ ਕੋਲ ਆ ਕ੍ਰੋਸ ਦੋ ਟੇਬਲ ਬਣ ਸਕਦੇ ਨੇ, ਇੱਕ ਕੈਪੀਟਲ T ਵਾਲਾ, ਇੱਕ ਕੈਪੀਟਲ T ਸਮਾਲ t ਵਾਲਾ। इधर आप गैमीट्स लिखते, ठीक है, कैपिटल T स्मॉल t, इधर आप लिखता कैपिटल T, ठीक है। हुण आ जिहड़ा आपां किहदे नाल क्रॉस कराना, रिसैसिव पेरेंट नाल, किहदे नाल क्रॉस कराना, रिसैसिव पेरेंट नाल। जदों तां अपनी कंडीशन होएगी हेट्रोजाइगस वाली, उदों की बनेगी प्रोजेनी, कैपिटल T स्मॉल t, कैपिटल T स्मॉल t, इत्थे बनिया स्मॉल t, इत्थे भी बनिया स्मॉल t। मतलब कि अपने कोल टॉल ते जेडे डवार्फ प्लांट्स ने, टॉल ते डवार्फ प्लांट्स दा रेशियो की आ गया 1:1 जदों आपां रिसैसिव पेरेंट नाल कराया। हुण इस केस विच की होएगा, जदों कैपिटल T है तो मतलब कि एक गैमीट एक तरफों दा कैपिटल T आया या एक पेरेंट की तरफ तो हर वारी, ते जदों कैपिटल T आंदा है ते डवार्फ वाला अपने आप नूं एक्सप्रैस नहीं कर पांदा हेट्रोजाइगस कंडीशन विच, ते इहनूं आपां की कहने आ,
ਇਹਦੇ ਵਿੱਚ all tall plants ਮਿਲਦੇ ਆਪਾਂ ਨੂੰ। ਇਹਦੇ ਵਿੱਚ ਕੀ ਮਿਲੇ ਆਪਾਂ ਨੂੰ? all tall plants ਮਿਲੇ। ਇਹਦਾ ਮਤਲਬ ਕਿ ਆਪਾਂ ਇਹਨੂੰ ਟੈਸਟ ਕਰਨ ਵਾਸਤੇ ਵੀ ਯੂਜ਼ ਕਰ ਸਕਦੇ ਹਾਂ ਕਿ F1 ਵਿੱਚ ਕੀ ਫਿਨੋਟਾਈਪ ਸੀ। ਜਦੋਂ ਆਪਾਂ ਇਹਦਾ ਕ੍ਰੋਸ ਕਰਾਵਾਂਗੇ, ਜਦੋਂ ਇੱਕ ਰਿਸੈਸਿਵ ਪੇਰੈਂਟ ਨਾਲ ਆਪਾਂ ਕ੍ਰੋਸ ਕਰਾਵਾਂਗੇ F1 ਜਨਰੇਸ਼ਨ ਦਾ, ਜਾਂ ਜਿੰਦਾ ਵੀ ਤੁਸੀਂ ਨਿਕਾਲਣਾ ਹੈ F1 ਜਨਰੇਸ਼ਨ ਦਾ, ਜਾਂ ਜਿੰਦਾ ਵੀ ਤੁਸੀਂ ਨਿਕਾਲਣਾ ਹੈ ਕੋਈ ਅਨਨੋਨ ਪਲਾਂਟ ਦਾ ਕ੍ਰੋਸ ਕਰਾਵਾਂਗੇ, ਉਹਨੂੰ ਆਪਾਂ ਕੀ ਕਹਿ ਦਿੰਦੇ ਆ? ਟੈਸਟ ਕ੍ਰੋਸ। ਜਦੋਂ ਆਪਾਂ ਅਨਨੋਨ ਪਲਾਂਟ ਦਾ ਰਿਸੈਸਿਵ ਨਾਲ ਕ੍ਰੋਸ ਕਰਾ ਦਿੰਦੇ ਆ, ਅਨਨੋਨ ਪਲਾਂਟ ਦਾ ਰਿਸੈਸਿਵ ਪੇਰੈਂਟ ਨਾਲ ਕ੍ਰੋਸ ਕਰਾ ਦਿੰਦੇ ਆ ਤਾਂ ਕਿ ਆਪਾਂ ਨੂੰ ਜੀਨੋਟਾਈਪ ਪਤਾ ਚੱਲ ਸਕੇ। ਰਿਸੈਸਿਵ ਪੇਰੈਂਟ ਨਾਲ ਕ੍ਰੋਸ ਕਰਾ ਦਿੰਦੇ ਆ ਤਾਂ ਕਿ ਆਪਾਂ ਨੂੰ ਕੀ ਪਤਾ ਚੱਲ ਸਕੇ? ਜੀਨੋਟਾਈਪ ਪਤਾ ਚੱਲ ਸਕੇ ਕਿ ਜਿਹੜਾ ਟੋਲ ਵਾਲਾ ਜੀਨੋਟਾਈਪ ਹੈ ਉਹ ਆਪਣਾ ਕੈਪੀਟਲ T ਤੋਂ ਆ ਰਿਹਾ ਜਾਂ ਕੈਪੀਟਲ T ਸਮਾਲ t ਤੋਂ ਆ ਰਿਹਾ ਹੈ। ਉਦੋਂ ਆਪਾਂ ਕੀ ਪਰਫਾਰਮ ਕਰਦੇ ਆ? ਉਦੋਂ ਆਪਾਂ ਪਰਫਾਰਮ ਕਰਦੇ ਆ ਆਪਣਾ ਆ ਚੀਜ਼, ਉਦੋਂ ਆਪਾਂ ਪਰਫਾਰਮ ਕਰਦੇ ਆ ਟੈਸਟ ਕ੍ਰੋਸ ਨੂੰ। ਉਦੋਂ ਆਪਾਂ ਕੀ ਪਰਫਾਰਮ ਕਰਦੇ ਆ? ਟੈਸਟ ਕ੍ਰੋਸ ਨੂੰ। ਇਰੇਜ਼ ਕਿਉਂ ਨਹੀਂ ਹੋ ਰਿਹਾ ਸੀਗਾ? ਹੁਣ ਮੈਂ ਤੁਹਾਨੂੰ ਟੈਸਟ ਕ੍ਰੋਸ ਦੀ ਐਗਜ਼ਾਮਪਲ ਦੇ, ਆ ਤਾਂ ਤੁਹਾਨੂੰ ਸਮਝ ਆਇਆ ਕਿ ਬੈਕ ਕ੍ਰੋਸ ਕੀ ਹੈ। ਹੁਣ ਨਾ ਮੰਨ ਲਓ ਆਪਾਂ ਲਿੱਤਾ ਇੱਕ ਅਨਨੋਨ ਪਲਾਂਟ, ਠੀਕ ਹੈ, ਇੱਕ ਮੇਰੇ ਕੋਲ ਪਲਾਂਟ ਹੈ, ਅਨਨੋਨ ਪਲਾਂਟ ਹੈ, ਠੀਕ ਹੈ, ਆਪਣੇ ਕੋਲ ਹੈ ਅਨਨੋਨ ਪਲਾਂਟ। ਹੁਣ ਉਹ ਅਨਨੋਨ ਪਲਾਂਟ ਦਾ ਮੈਂ ਕਰਾਣਾ ਹੈ ਕ੍ਰੋਸ, ਠੀਕ ਹੈ। ਅਨਨੋਨ ਪਲਾਂਟ ਦਾ ਜਦੋਂ ਮੈਂ ਕ੍ਰੋਸ ਕਰਾਵਾਂਗੀ, ਇੱਕ ਇਹ ਆਪਣੇ ਕੋਲ ਆ ਗਿਆ ਇੱਥੇ, ਮੰਨ ਲਓ ਆਪਾਂ ਲਿਖ ਲਿਆ ਰਿਸੈਸਿਵ ਪੇਰੈਂਟ, ਠੀਕ ਹੈ, ਇਧਰ ਆਪਾਂ ਰਿਸੈਸਿਵ ਪੇਰੈਂਟ ਬਾਰੇ ਲਿਖਤਾ। ਰਿਸੈਸਿਵ ਪੇਰੈਂਟ ਦਾ ਆਪਾਂ ਕਰਾਵਾਂਗੇ ਕ੍ਰੋਸ। ਮੰਨ ਲਓ ਰਿਸੈਸਿਵ ਪੇਰੈਂਟ ਨੂੰ ਆਪਾਂ ਇੱਥੇ ਲਿਖਿਆ ਇਸ ਵੇ, ਠੀਕ ਹੈ। ਰਿਸੈਸਿਵ ਪੇਰੈਂਟ ਦਾ ਆਪਾਂ ਕ੍ਰੋਸ ਕਿਹਦੇ ਨਾਲ ਕਰਾਵਾਂਗੇ? ਰਿਸੈਸਿਵ ਪੇਰੈਂਟ ਦਾ ਆਪਾਂ ਕ੍ਰੋਸ ਕਰਾਵਾਂਗੇ, ਇੱਕ ਵਾਰੀ ਕੈਪੀਟਲ D ਨਾਲ ਕਰਾ ਦਿੰਦੇ, ਇੱਕ ਵਾਰੀ ਕੈਪੀਟਲ T ਸਮਾਲ t ਨਾਲ ਕਰਾ ਦਿੰਦੇ ਆ, ਠੀਕ ਹੈ। ਹੁਣ ਆਪਾਂ ਨੂੰ ਨਹੀਂ ਪਤਾ ਇਹ ਪਲਾਂਟ ਕੀ ਹੈ, ਇਹ ਤਾਂ ਮੈਂ ਵੈਸੇ ਤੁਹਾਨੂੰ ਐਕਸਪਲੇਨ ਕਰਨ ਵਾਸਤੇ ਲਿਖਤਾ। ਆਪਾਂ ਇਹਦਾ ਕ੍ਰੋਸ ਕਰਾਇਆ, ਜਦੋਂ ਆਪਾਂ ਕ੍ਰੋਸ ਕਰਾਇਆ ਇੱਥੇ ਆਪਣੇ ਕੋਲ ਬਣਿਆ ਕੈਪੀਟਲ T ਸਮਾਲ t, ਕੈਪੀਟਲ T ਸਮਾਲ t, ਕੈਪੀਟਲ T ਸਮਾਲ t, ਕੈਪੀਟਲ T ਸਮਾਲ t। ਹੁਣ ਮਤਲਬ ਕਿ ਸਾਰੇ ਪਲਾਂਟਸ ਟਾਲ ਬਣੇ, ਹਨਾ, ਸਾਰੇ ਪਲਾਂਟਸ ਕੀ ਬਣੇ? ਟਾਲ। ਮਤਲਬ ਕਿ ਜਿਹੜਾ ਅਨਨੋਨ ਪਲਾਂਟ ਹੈ, ਜਿਹੜੇ ਪਲਾਂਟ ਦਾ ਆਪਾਂ ਜੀਨੋਟਾਈਪ ਕੱਢਣਾ ਹੈ, ਜਿਹੜਾ ਅਨਨੋਨ ਪਲਾਂਟ ਹੈ ਉਹ ਕੀ ਹੋਏਗਾ? ਉਹ ਹੋਏਗਾ ਆਪਣਾ ਕੈਪੀਟਲ T ਵਾਲਾ, ਕਿਉਂਕਿ ਸਾਰੇ ਟਾਲ ਉਦੋਂ ਹੀ ਬਣਨਗੇ ਜਦੋਂ ਉਹਦੇ ਦੋਨੋਂ ਜੀਨਸ ਕਿਹੜੇ ਨੇ? ਕੈਪੀਟਲ T ਵਾਲੇ। ਫਿਰ ਉਸ ਤੋਂ ਬਾਅਦ ਆਪਣੇ ਕੋਲ ਆ ਕੇ ਇਸ ਬੰਦਾ ਕੈਪੀਟਲ T ਸਮਾਲ t, ਹਨਾ, ਫਿਰ ਇੱਥੇ ਬਣਿਆ ਆਪਣੇ ਕੋਲ ਕੈਪੀਟਲ T ਸਮਾਲ t। ਹੁਣ ਇਹਦੇ ਵਿੱਚ ਕੀ ਬਣਿਆ? ਆਪਣੇ ਕੋਲ ਟਾਲ ਤੇ ਡਵਾਰਫ ਦਾ ਰੇਸ਼ੋ ਆਇਆ, ਇੱਕ ਡਵਾਰਫ ਵੀ ਬਣਿਆ, ਟਾਲ ਵੀ ਬਣਿਆ, ਠੀਕ ਹੈ। ਟਾਲ ਤੇ ਡਵਾਰਫ ਦਾ ਇੱਕ ਰੇਸ਼ੋ ਆਇਆ। ਇਹਦਾ ਮਤਲਬ ਕਿ ਜਿਹੜਾ ਆਪਣਾ ਅਨਨੋਨ ਪਲਾਂਟ ਹੈ ਨਾ, ਉਹਦੇ ਵਿੱਚ ਕੁਛ ਨਾ ਕੁਛ ਅੰਸ਼ ਰਿਸੈਸਿਵ ਵਾਲਾ ਵੀ ਹੈਗਾ। ਇਹਦਾ ਮਤਲਬ ਕਿ ਆਪਣਾ ਜਿਹੜਾ ਅਨਨੋਨ ਪਲਾਂਟ ਹੈ ਉਹ ਕੀ ਹੈ? ਕੈਪੀਟਲ T ਸਮਾਲ t ਹੈ, ਹੈਟਰੋਜ਼ਾਈਗਸ ਪਲਾਂਟ ਹੈ, ਠੀਕ ਹੈ। ਫਿਰ ਆਪਾਂ ਨੂੰ ਇੱਥੋਂ ਪਤਾ ਚੱਲ ਸਕਦਾ ਹੈ ਕਿ ਅਨਨੋਨ ਪਲਾਂਟ ਜੇ ਹੈਟਰੋਜ਼ਾਈਗਸ ਹੋਏਗਾ ਤਾਂ ਉਹ ਟਾਲ ਤੇ ਡਵਾਰਫ ਦੋਨੋਂ ਬਣਾਏਗਾ 1:1 ਦੇ ਰੇਸ਼ੋ ਵਿੱਚ। ਤੇ ਜਿਹੜਾ ਅਨਨੋਨ ਪਲਾਂਟ ਮੰਨ ਲਓ ਕੀ ਹੋਏਗਾ, ਜੇ ਸਾਰੇ ਦੇ ਸਾਰੇ ਟਾਲ ਵਾਲੇ ਬਣਾਏਗਾ, ਇਹਦਾ ਮਤਲਬ ਉਹ ਕਿਸ ਟ੍ਰੇਟ ਵਿੱਚ ਹੈ? ਹੋਮੋਜ਼ਾਈਗਸ ਵਿੱਚ ਹੈ। ਤੇ ਜਿਹੜਾ ਰਿਸੈਸਿਵ ਹੈ ਉਹਦੇ ਵਾਸਤੇ ਆਪਾਂ ਨੂੰ ਪਤਾ ਨਹੀਂ ਕਰਨਾ ਪੈਂਦਾ, ਕਿਉਂਕਿ ਜਿਹੜਾ ਰਿਸੈਸਿਵ ਹੈ ਉਹ ਤਾਂ ਜਦੋਂ ਦੋਨੋਂ ਹੀ ਸਮਾਲ t ਆਣਗੇ ਉਦੋਂ ਹੀ ਬਣੇਗਾ, ਇਹ ਚੀਜ਼ ਤਾਂ ਆਪਾਂ ਨੂੰ ਪਤਾ ਹੈ। ਬਟ ਡੋਮੀਨੈਂਟ ਦੇ ਕੇਸ ਵਿੱਚ ਆਪਾਂ ਨੂੰ ਇਸ ਚੀਜ਼ ਨੂੰ ਨਿਕਾਲਣਾ ਪੈਂਦਾ। ਤਾਂ ਤੁਹਾਨੂੰ ਆ ਵੀ ਪੁੱਛਿਆ ਜਾ ਸਕਦਾ ਹੈ ਕਿ ਜਿਹੜਾ ਟੈਸਟ ਕ੍ਰੋਸ ਹੈ ਕੀ ਉਹ ਰਿਸੈਸਿਵ ਵਾਸਤੇ ਯੂਜ਼ ਹੁੰਦਾ ਹੈ? ਤਾਂ ਤੁਸੀਂ ਕੀ ਕਹੋਗੇ? ਆ ਬਿਗ ਨੋ, ਰਿਸੈਸਿਵ ਵਾਸਤੇ ਨਹੀਂ ਯੂਜ਼ ਹੁੰਦਾ, ਠੀਕ ਹੈ। ਰਿਸੈਸਿਵ ਵਾਸਤੇ ਨਹੀਂ ਯੂਜ਼ ਹੁੰਦਾ, ਸਿਰਫ ਤੇ ਸਿਰਫ ਕਿੰਦੇ ਵਾਸਤੇ ਯੂਜ਼ ਹੁੰਦਾ ਹੈ? ਡੋਮੀਨੈਂਟ ਵਾਸਤੇ, ਕਿ ਡੋਮੀਨੈਂਟ ਹੈਟਰੋਜ਼ਾਈਗਸ ਵਾਲਾ ਹੈ ਕਿ ਹੋਮੋਜ਼ਾਈਗਸ ਵਾਲਾ ਹੈ। ਇਹ ਆਪਾਂ ਕਿੰਦੇ ਰਾਹੀਂ ਪਤਾ ਕਰਾਂਗੇ? ਇਹ ਆਪਾਂ ਪਤਾ ਕਰਾਂਗੇ ਟੈਸਟ ਕ੍ਰੋਸ ਦੇ ਰਾਹੀਂ। ਤੇ ਟੈਸਟ ਕ੍ਰੋਸ ਕਿੰਦਾ ਸਪੈਸ਼ਲ ਉਹ ਹੈਗੇ ਕ੍ਰੋਸ, ਕਿੰਦੀ ਸਪੈਸ਼ਲ ਟਾਈਪ ਹੈ? ਬੈਕ ਕ੍ਰੋਸ ਦੀ ਸਪੈਸ਼ਲ ਟਾਈਪ ਹੈ। I think I am very clear till here। ਤੁਹਾਨੂੰ ਮੋਨੋ ਹਾਈਬ੍ਰਿਡ ਜਿਹੜਾ ਕ੍ਰੋਸ ਹੈ ਉਹ ਚੰਗੀ ਤਰ੍ਹਾਂ ਸਮਝ ਆਇਆ ਹੋਏਗਾ। ਤੇ ਇੱਕ ਜਿਹੜੀ ਚੀਜ਼ ਮੇਰੇ ਵੱਲੋਂ ਐਡ ਆਨ ਹੋਣੀ ਰਹਿ ਗਈ ਹੈ ਉਹ ਹੈ ਕਿ ਜਿਹੜਾ ਆਪਣਾ ਲਾਅ ਆਫ ਡੋਮੀਨੈਂਸ ਹੈ ਨਾ, ਉਹਨੂੰ ਜਰਨਲੀ ਲਾਅ ਮੰਨਿਆ ਨਹੀਂ ਜਾਂਦਾ। ਜਿਹੜਾ ਲਾਅ ਆਫ ਡੋਮੀਨੈਂਸ ਹੈ ਉਹਨੂੰ ਜਰਨਲੀ ਲਾਅ ਨਹੀਂ ਮੰਨਿਆ ਜਾਂਦਾ ਹੈ, ਉਹਨੂੰ ਪ੍ਰਿੰਸੀਪਲ ਮੰਨਿਆ ਜਾਂਦਾ ਹੈ। ਕਿਉਂ? ਕਿਉਂਕਿ ਫਰਦਰ ਆਉਣ ਵਾਲੇ ਲੈਕਚਰਸ ਵਿੱਚ ਆਪਾਂ ਪੜਾਂਗੇ ਇੱਕ ਚੀਜ਼ ਹੁੰਦੀ ਹੈ ਇਨਕੰਪਲੀਟ ਡੋਮੀਨੈਂਸ, ਠੀਕ ਹੈ, ਇੱਕ ਚੀਜ਼ ਹੁੰਦੀ ਹੈ ਕੋਡੋਮੀਨੈਂਸ। ਇਹ ਦੋਨੋਂ ਕੀ ਨੇ? ਲਾਅ ਆਫ ਡੋਮੀਨੈਂਸ ਦੇ ਐਕਸੈਪਸ਼ਨਸ ਨੇ, ਜਿਨ੍ਹਾਂ ਬਾਰੇ ਆਪਾਂ ਅੱਗੇ ਜਾ ਕੇ ਇਹ ਜਿਹੜੀ ਆਪਾਂ ਜੈਨੇਟਿਕਸ ਕਰ ਰਹੇ ਆ ਇਹਨੂੰ ਆਪਾਂ ਕਹਿੰਦੇ ਆ ਮੈਂਡੇਲੀਅਨ ਜੈਨੇਟਿਕਸ।
ਉਸ ਤੋਂ ਬਾਅਦ ਹੋਰ ਬਹੁਤ ਸਾਰੀ ਰਿਸਰਚ ਹੋਈਆਂ ਤਾਂ ਉਹਨੂੰ ਆਪਾਂ ਕਹਿੰਦੇ ਆ ਪੋਸਟ ਮੈਂਡੇਲੀਅਨ ਜੈਨੇਟਿਕਸ। ਜਿਹੜੀ ਮੈਂਡੇਲੀਅਨ ਜੈਨੇਟਿਕਸ ਹੈ ਨਾ ਉਹਦੇ ਬਾਰੇ ਆਪਾਂ ਇੱਥੇ ਤੱਕ ਕੀਤਾ ਹੈ। ਇਸ ਤੋਂ ਬਾਅਦ ਆਪਾਂ ਹਲੇ ਵੈਸੇ ਮੈਂਡੇਲੀਅਨ ਜੈਨੇਟਿਕਸ ਵਿੱਚ ਡਾਈ ਹਾਈਬ੍ਰਿਡ ਕ੍ਰਾਸ ਵੀ ਕਰਨਾ ਹੈ। ਉਹਨੂੰ ਕੰਪਲੀਟ ਕਰਨ ਤੋਂ ਬਾਅਦ ਫਿਰ ਆਪਾਂ ਐਕਸੈਪਸ਼ਨਸ ਪੜਾਂਗੇ, ਇਨਕੰਪਲੀਟ ਡੋਮੀਨੈਂਸ ਦੀ ਤੇ ਕੋਡੋਮੀਨੈਂਸ ਦੀ। ਮੇਬੀ ਉਹ ਕੱਲ ਦੀ ਕਲਾਸ ਵਿੱਚ ਹੀ ਤੁਸੀਂ ਪੜੋਗੇ, ਠੀਕ ਹੈ। ਹੁਣ ਤੁਸੀਂ ਆਹ ਚੀਜ਼ ਦੇਖਣੀ ਹੈ ਕਿ ਜਿਹੜੀ ਆਪਣੀ ਇਹ ਹੈ, ਇਹ ਲੋ ਦੀ ਐਕਸੈਪਸ਼ਨ ਹੈ। ਮਤਲਬ ਕੋਈ ਵੀ ਲੋ ਹੈ ਉਹ ਤਾਂ ਕਾਨੂੰਨ ਹੀ ਹੋ ਗਿਆ ਨਾ, ਇਹਦਾ ਮਤਲਬ ਕਿ ਉਹਦੀ ਕੋਈ ਐਕਸੈਪਸ਼ਨ ਨਹੀਂ ਹੋ ਸਕਦੀ। ਪਰ ਹਲੇ ਵੀ ਇਹਦੇ ਤੇ ਡਿਬੇਟ ਹੈ ਕਿ ਜਿਹੜਾ ਲੋ ਆਫ ਡੋਮੀਨੈਂਸ ਹੈ ਉਹ ਲੋ ਹੈ ਕਿ ਜਾਂ ਆਪਾਂ ਉਹਨੂੰ ਕੱਲਾ ਪ੍ਰਿੰਸੀਪਲ ਹੀ ਕਵਾਂਗੇ। ਕੁਝ ਸਾਇੰਟਿਸਟ ਇਹਨੂੰ ਲੋ ਮੰਨਦੇ ਨੇ, ਕੁਝ ਸਾਇੰਟਿਸਟ ਇਹਨੂੰ ਲੋ ਨਹੀਂ ਮੰਨਦੇ ਨੇ। ਬਟ ਜਿਹੜੀ ਤੁਹਾਡੀ NCERT ਦੀ ਬੁੱਕ ਹੈ ਉਹਦੇ ਵਿੱਚ ਇਹ ਲੋ ਲਿਖਿਆ ਗਿਆ ਹੈ, ਠੀਕ ਹੈ। NCERT ਦੀ ਬੁੱਕ ਵਿੱਚ ਲੋ ਲਿਖਿਆ ਗਿਆ ਹੈ। ਤੇ ਆਪਣੀ ਜਿਹੜੀ ਆਹ ਵਾਲੀ ਹੈ ਬੁੱਕ, ਜਿਹੜੀ ਆਪਣੀ ਟਰੂ ਮੈਨਸ ਵਿੱਚ ਇਹਨੂੰ ਦੱਸਿਆ ਗਿਆ ਹੈ ਕਿ ਇਹਨੂੰ ਲੋ ਨਹੀਂ ਮੰਨਿਆ ਜਾਂਦਾ, ਠੀਕ ਹੈ। ਫਿਰ ਇਸ ਚੀਜ਼ ਵਿੱਚ ਤੁਸੀਂ ਕਨਫਿਊਜ਼ ਨਹੀਂ ਹੋਣਾ ਤੇ ਨਾ ਹੀ ਐਗਜ਼ਾਮੀਨਰ ਤੁਹਾਨੂੰ ਐਵੇਂ ਦੇ ਕੁਐਸਚਨਸ ਉਸ ਤਰ੍ਹਾਂ ਦੇ ਪੁੱਛਦਾ ਹੈ। ਬਟ ਹਾਂ, ਜੇ ਤੁਹਾਡੇ ਕੋਲ ਆਪਸ਼ਨਸ ਵਿੱਚ ਕਈ ਵਾਰੀ ਲੋ ਆਫ ਡੋਮੀਨੈਂਸ ਲਿਖਿਆ ਆ ਜਾਏ ਤਾਂ ਤੁਸੀਂ ਉਹਨੂੰ ਕਰੈਕਟ ਹੀ ਮੰਨੋਗੇ। ਮੰਨ ਲਓ ਕੋਈ ਆਪਸ਼ਨ ਟਿਕ ਕਰਨਾ ਹੈ ਤਾਂ ਇਹ ਨਹੀਂ ਕਹਿਣਾ ਕਿ ਇਹ ਤਾਂ ਲੋ ਹੈ ਹੀ ਨਹੀਂ, ਕੁਐਸਚਨ ਹੀ ਗਲਤ ਹੈ। ਇਹ ਸਾਰੀ ਚੀਜ਼ਾਂ 'ਚ ਤੁਸੀਂ ਨਹੀਂ ਫਸਣਾ, ਠੀਕ ਹੈ। ਜਰਨਲੀ ਲੋ ਆਫ ਡੋਮੀਨੈਂਸ ਬੋਲ ਹੀ ਦਿੱਤਾ ਜਾਂਦਾ ਹੈ, NCERT 'ਚ ਵੀ ਲਿਖਿਆ ਹੋਇਆ ਹੈ। ਬਟ ਐਕਚੁਅਲ 'ਚ ਲੋ ਨਹੀਂ ਹੈਗਾ। ਲੋ ਉਹੀ ਚੀਜ਼ ਹੁੰਦੀ ਹੈ ਜਿਹਦੀ ਐਕਸੈਪਸ਼ਨਸ ਨਹੀਂ ਹੁੰਦੀਆਂ। ਇਹ ਤੁਹਾਡੀ ਜਰਨਲ ਨੌਲੇਜ ਵਾਸਤੇ ਹੈ। ਦੂਸਰੀ ਗੱਲ ਆ ਹੈ ਕਿ ਚੈਨਲ ਨੂੰ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ। ਮੈਂ ਬੋਲਣਾ ਭੁੱਲ ਜਾਂਦੀ ਹਾਂ, ਦਾ ਮਤਲਬ ਆ ਨਹੀਂ ਹੈ ਕਿ ਤੁਸੀਂ ਚੈਨਲ ਨੂੰ ਲਾਈਕ ਨਹੀਂ ਕਰੋਗੇ। ਵੀਡੀਓ ਨੂੰ ਲਾਈਕ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰੋ। ਤੇ ਹੁਣ ਮੈਂ ਤੁਹਾਡੇ ਕਹਿਣ ਤੇ ਥਿਊਰੀ ਦੇ ਲੈਕਚਰਸ ਲੈ ਕੇ ਆਈ ਹਾਂ ਤੇ ਜਿੰਨੇ MCQs ਲਗਾਉਂਦੇ ਨੇ ਨਾ, ਸਾਰੇ ਜਿਹਨੇ ਥਿਊਰੀ ਦੇ ਲੈਕਚਰਸ ਵੇਖਣਗੇ। ਆਪਾਂ ਚੰਗੀ ਤਰ੍ਹਾਂ ਤਿਆਰੀ ਕਰਨੀ ਹੈ। ਤੇ ਜੇ ਤੁਸੀਂ ਆਈ ਕੀਤਾ ਕਿ ਤੁਸੀਂ ਲੈਕਚਰਸ ਨਹੀਂ ਦੇਖੇ, ਫਿਰ ਮੈਂ ਥਿਊਰੀ ਦੇ ਲੈਕਚਰਸ ਬੰਦ ਕਰਕੇ ਸਿਰਫ ਤੇ ਸਿਰਫ MCQs ਤੇ ਆ ਜਾਵਾਂਗੀ ਦੁਬਾਰਾ ਤੋਂ। ਇਹ ਹੁਣ ਤੁਹਾਡੇ ਤੇ ਡਿਪੈਂਡ ਕਰਦਾ ਤੁਸੀਂ ਥਿਊਰੀ ਵਾਲੇ ਲੈਕਚਰਸ ਕੰਟੀਨਿਊ ਕਰਨੇ ਆ ਕਿ ਨਹੀਂ ਕਰਨੇ, ਕਿਉਂਕਿ ਮੈਨੂੰ ਉਹ ਸੀਰੀਅਸਨੈਸ ਨਹੀਂ ਦਿਖੀ ਜਿਹੜੀ ਕਿ ਤੁਹਾਡੀ ਉਹਦੇ ਵਾਸਤੇ ਦਿਖੀ ਸੀ। ਥਿਊਰੀ ਦੇ ਲੈਕਚਰਸ ਵਾਸਤੇ ਉਨੀ ਸੀਰੀਅਸਨੈਸ ਨਹੀਂ ਦਿਖੀ ਜਿੰਨੀ ਕਿ MCQs ਵਾਸਤੇ ਸੀ। ਤਾਂ ਤੁਸੀਂ ਆ ਜ਼ਰੂਰ ਚੀਜ਼ ਦੇਖਣੀ ਹੈ। ਦੂਸਰੀ ਚੀਜ਼, ਕੋਈ ਵੀ ਸਟੱਡੀ ਮਟੀਰੀਅਲ ਹੈ, PDF ਹੈ, ਸਾਰਾ ਕੁਝ ਤੁਹਾਨੂੰ ਕਿੱਥੇ ਮਿਲੇਗਾ? ਟੈਲੀਗ੍ਰਾਮ ਚੈਨਲ ਤੇ ਮਾਸਟਰ ਕੈਡਰ ਸਾਇੰਸ ਬਾਈ ਰਿਦਮ ਮੈਮ, ਉਹਦਾ ਲਿੰਕ ਮੈਂ ਅਟੈਚ ਕਰ ਦਾਂਗੀ। ਤੇ ਆਪਦੀ ਤਿਆਰੀ ਤੇ ਚੰਗੀ ਤਰ੍ਹਾਂ ਪੜੋ, ਉਹਨੂੰ ਫੋਕਸ ਕਰੋ। ਡਿਟੇਲਡ ਸੀਰੀਜ਼ ਵੀ ਤੁਹਾਡੇ ਵਾਸਤੇ ਦੇਖਣੀ ਜ਼ਰੂਰੀ ਹੈ। ਮੈਂ ਹੁਣ ਤੁਹਾਡੇ ਵਾਸਤੇ ਸਪੈਸ਼ਲ ਲੈਕਚਰਸ ਲੈ ਕੇ ਆ ਰਹੀ ਹਾਂ। ਕੱਲ ਮੰਨ ਲਓ ਆਪਣਾ ਟਾਰਗੇਟ ਹੈਗਾ 120+ ਦਾ, ਜੇ ਤੁਸੀਂ ਥਿਊਰੀ ਪੜ੍ਹਨੀ ਨਹੀਂ ਤਾਂ ਫਿਰ ਕਿੱਥੋਂ ਆਣਗੇ? ਜਾਂ ਤਾਂ ਤੁਸੀਂ ਫਿਰ ਸੈਲਫ ਸਟੱਡੀ ਕਰੋ ਤੇ ਮੈਨੂੰ ਕਹਿ ਦਿਓ ਮੈਮ ਸੈਸ਼ਨ ਸਿਰਫ MCQs ਦੇ ਲਿਆਓ, ਮੈਂ MCQs ਦੇ ਸੈਸ਼ਨ ਲੈ ਆਵਾਂਗੀ। ਹੁਣ ਕੱਲ ਨੂੰ ਤੁਹਾਡਾ MCQ ਦਾ ਸੈਸ਼ਨ 12 ਵਜੇ ਆਏਗਾ। ਮੈਂ ਰਿਕਾਰਡਿੰਗ ਕਰ ਲਈ ਹੋਈ ਹੈ ਤੇ 12 ਵਜੇ ਤੁਹਾਡਾ MCQ ਦਾ ਸੈਸ਼ਨ ਆਇਆ ਕਰੇਗਾ, ਠੀਕ ਹੈ। ਤੇ ਰਾਤੀ 9 ਵਜੇ ਤੁਹਾਡਾ ਥਿਊਰੀ ਦਾ ਲੈਕਚਰ ਆਇਆ ਕਰੇਗਾ। ਹੁਣ ਇਸ ਚੀਜ਼ ਵਿੱਚ ਕੁਝ ਇਹ ਨਹੀਂ ਹੋਣਾ ਚਾਹੀਦਾ ਕਿ ਮੈਮ ਅਸੀਂ MCQ ਦੀ ਕਲਾਸ ਨਹੀਂ ਲਗਾਉਣੀ, ਅਸੀਂ ਥਿਊਰੀ ਦੀ ਕਲਾਸ ਨਹੀਂ ਲਗਾਉਣੀ। ਦੋਨੋਂ ਕਲਾਸਿਸ ਲਗਾਉਣੀਆਂ ਨੇ। ਹੁਣ ਜਿਹੜੇ ਮੈਂ ਤੁਹਾਨੂੰ ਸੈੱਲ ਵਾਲਾ ਚੈਪਟਰ ਕਰਾਇਆ ਹੈ, ਜਿੰਨੇ MCQs ਕਰਾਏ ਨੇ, ਆਪਸ਼ਨਸ ਵੀ ਚੰਗੀ ਤਰ੍ਹਾਂ ਐਕਸਪਲੇਨ ਕੀਤੀ ਹੈ, ਪਲੱਸ ਜੈਨੇਟਿਕਸ, ਇਹਨਾਂ ਦੋਵਾਂ ਦੇ MCQs ਦੇ ਕੁਐਸਚਨ ਤੁਹਾਨੂੰ ਵਿੱਚ ਮਿਲਣਗੇ ਤੇ ਉਹਨਾਂ ਨੂੰ ਤੁਸੀਂ ਚੰਗੀ ਤਰ੍ਹਾਂ ਦੇਖਣਾ ਹੈ। ਹੁਣ ਜਿਹੜੀ ਮੈਂ ਤੁਹਾਨੂੰ ਲੋ ਆਫ ਸੈਗਰੀਗੇਸ਼ਨ ਵਾਲੀ ਚੀਜ਼ ਦੱਸਦੀ, MCQs ਵਿੱਚ ਕੁਝ ਐਡੀਸ਼ਨਲ ਚੀਜ਼ਾਂ ਮੈਂ ਤੁਹਾਨੂੰ ਉੱਥੇ ਦੱਸਣੀਆਂ ਹੁੰਦੀਆਂ ਨੇ ਜਦੋਂ MCQs ਕਰਾਉਂਦੇ ਹੋ ਕਿ ਤੁਸੀਂ ਕਿਵੇਂ ਅਟੈਂਪਟ ਕਰਨਾ ਹੈ। ਤਾਂ ਕਰਕੇ ਤੁਸੀਂ ਇਸ ਚੀਜ਼ ਦੀ ਬਿਲਕੁਲ ਵਿਆਹ ਨਹੀਂ ਕਰਨਾ ਕਿ ਚਲੋ ਥਿਊਰੀ ਤਾਂ ਵੇਖ ਹੀ ਲਈ। MCQs ਇੱਕ ਤੁਹਾਡੇ ਟੈਸਟ ਦੀ ਤਰ੍ਹਾਂ ਨੇ। ਮੈਂ ਕੁਐਸਚਨ ਬੋਲਦੀ ਹਾਂ, ਤੁਹਾਨੂੰ ਕੁਝ ਟਾਈਮ ਸੈਕਿੰਡ ਗੈਸ ਕਰਨ ਦਾ ਮਿਲਦਾ ਹੀ ਹੈ ਨਾ। ਜਦੋਂ ਤੱਕ ਮੈਂ ਕੁਐਸਚਨ ਪੜ੍ਹਦੀ ਹਾਂ, ਆਪਸ਼ਨਸ ਪੜ੍ਹਦੀ ਹਾਂ, ਆਪਸ਼ਨਸ ਨੂੰ ਐਕਸਪਲੇਨ ਕਰਦੀ ਹਾਂ ਤਾਂ ਕਿ ਤੁਸੀਂ ਗੈਸ ਕਰ ਸਕੋ ਤੇ ਆਪਣੇ ਆਪ ਨੂੰ ਅਸੈਸ ਕਰ ਸਕੋ ਕਿ ਤੁਹਾਨੂੰ ਕਿੰਨਾ ਸਮਝ ਆਇਆ ਹੈ, ਤੁਹਾਨੂੰ ਕਿੰਨਾ ਆਉਂਦਾ ਹੈ। ਤੇ MCQs ਤਾਂ ਜ਼ਰੂਰ ਦੇਖਣੇ ਹੀ ਦੇਖਣੇ, ਪਰ ਥਿਊਰੀ ਲੈਕਚਰਸ ਵੀ ਦੇਖੋ। ਤੇ ਜੇ ਤੁਸੀਂ ਥਿਊਰੀ ਲੈਕਚਰਸ ਨਹੀਂ ਦੇਖੇ ਉਹਨੇ ਜਿੰਨੇ MCQs ਦੇਖ ਰਹੇ ਹੋ, ਮੈਂ ਆਹ ਵਾਲੀ ਸੀਰੀਜ਼ ਬੰਦ ਕਰ ਦਾਂਗੀ। ਮੈਂ ਤੁਹਾਨੂੰ ਪ੍ਰੋਮਿਸ ਕੀਤਾ ਕਿ ਤੁਹਾਡੇ ਸਕੋਰ 120+ ਲੈ ਕੇ ਜਾਣਾ ਹੈ। ਤਾਂ ਕਰਕੇ ਤੁਹਾਨੂੰ ਵੀ ਆ ਸਾਰੇ ਜਿਹੜੇ ਸੈਸ਼ਨਸ ਨੇ ਅਟੈਂਡ ਕਰਨੇ ਪੈਣਗੇ ਤੇ ਤੁਸੀਂ ਨੋਟਸ ਵੀ ਆਪਦੇ ਬਣਾਉਣੇ ਨੇ, ਕਿਉਂਕਿ ਜਿਹੜੇ ਤੁਹਾਡੇ ਆਪਦੇ ਨੋਟਸ ਹੋਣਗੇ ਉਹ ਬੈਟਰ ਹੋਣਗੇ ਤੁਹਾਡੀ ਅੰਡਰਸਟੈਂਡਿੰਗ ਵਾਸਤੇ। ਤੇ ਜੇ ਤੁਹਾਨੂੰ ਕੋਈ ਚੀਜ਼ ਨਹੀਂ ਸਮਝ ਆ ਰਹੀ ਹੈ ਤਾਂ ਕਮੈਂਟ ਸੈਕਸ਼ਨ ਵਿੱਚ ਮੇਰੇ ਤੋਂ ਡਾਊਟ ਪੁੱਛੋ, ਟੈਲੀਗ੍ਰਾਮ ਚੈਨਲ ਨੂੰ ਜੁਆਇਨ ਕਰੋ, ਕਨੈਕਟ ਕਰੋ ਤੇ ਤਿਆਰੀ ਸਟਾਰਟ ਕਰ ਦਿਓ। ਜੇ 3-4 ਮਹੀਨਿਆਂ ਵਿੱਚ ਪੇਪਰ ਆ ਗਿਆ ਨਾ ਤੇ ਇੰਨਾ ਸਿਲੇਬਸ ਨਹੀਂ ਕੰਪਲੀਟ ਹੋਣਾ ਤੁਹਾਡੇ ਕੋਲ। ਤੇ ਹੁਣ ਇਸ ਚੀਜ਼ ਨੂੰ ਤਿਆਰੀ ਨੂੰ ਸ਼ੁਰੂ ਕਰ ਦਿਓ ਤੇ ਚੈਨਲ ਨੂੰ ਸ਼ੇਅਰ ਜ਼ਰੂਰ ਕਰੋ। ਮੇਰੀ ਆ ਜਿਹੜੀ ਵੀਡੀਓ ਹੈ ਇਹਨੂੰ ਲੈਕਚਰ ਨੂੰ ਸ਼ੇਅਰ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਚੈਨਲ ਨੂੰ ਲਾਈਕ ਵੀ ਕਰੋ। Thank you so much. That's it for today.
ਮੈਨੂੰ ਪਤਾ ਮੈਂ ਤੁਹਾਨੂੰ ਥੋੜਾ ਜਿਹਾ ਇਹ ਕਹਿਤਾ ਹੋਇਆ ਕਿ ਮਤਲਬ ਦੇਖੋ ਵੀਡੀਓ ਨੂੰ, ਬਟ ਫਿਰ ਤੁਸੀਂ ਦੇਖੋ ਨਾ ਕਿ ਤੁਸੀਂ ਸੀਰੀਅਸਲੀ ਜੇ ਨਹੀਂ ਪੜੋਗੇ, ਜੇ ਮੈਨੂੰ ਉਹਨਾਂ ਰਿਸਪੌਂਸ ਨਹੀਂ ਮਿਲੇਗਾ, ਮੈਂ ਕਿਉਂ ਆਪਦੇ 2 ਘੰਟੇ ਲਾ ਕੇ ਸੈਸ਼ਨਸ ਰਿਕਾਰਡ ਕਰਾਂ, ਹਨਾ। ਆਬਵੀਅਸਲੀ ਸਾਰਾ ਸੈਟਅਪ ਵੀ ਮੈਂ ਕਰਦੀ ਹਾਂ ਜਦੋਂ ਮੈਂ ਸੈਸ਼ਨ ਰਿਕਾਰਡ ਕਰਨਾ ਹੈ, ਫਿਰ ਉਹਦੀ ਪ੍ਰੈਜੈਂਟੇਸ਼ਨ ਵੀ ਬਣਾਉਣੀ ਆ ਤੁਹਾਡੇ ਵਾਸਤੇ। ਤਾਂ ਤੁਸੀਂ ਜੇ ਸੀਰੀਅਸ ਨਹੀਂ ਹੋ ਤਾਂ ਮੈਨੂੰ ਦੱਸ ਦਿਓ, ਜੇ ਤੁਸੀਂ ਨਹੀਂ ਪੜ੍ਹਨਾ ਤਾਂ MCQs ਦੇ ਸੈਸ਼ਨ ਲੈ ਕੇ ਆ ਜਾਇਆ ਕਰਾਂਗੇ, ਮੈਂ ਵੀ ਸਿਰਫ ਕੁਐਸਚਨ ਕਰਾ ਦਿਆ ਕਰਾਂਗੀ ਫਿਰ ਤੁਹਾਨੂੰ, ਜੇ ਤੁਸੀਂ ਉਹੀ ਸੈਸ਼ਨਸ ਨਾਲ ਸੈਟੀਸਫਾਈਡ ਹੋ। ਨਹੀਂ ਤਾਂ ਸਾਰੇ ਜਿਹਨੇ ਚੰਗੀ ਤਰ੍ਹਾਂ ਦੇਖਣਗੇ ਤੇ ਨਾਲੇ ਕਮੈਂਟ ਵੀ ਕਰਨਗੇ ਤੁਹਾਨੂੰ ਸਮਝ ਆਇਆ ਕਿ ਨਹੀਂ ਆਇਆ ਤੇ ਤੁਹਾਨੂੰ ਕਿਵੇਂ ਚਾਹੀਦੇ ਨੇ ਸੈਸ਼ਨਸ। ਮੈਂ ਤੁਹਾਨੂੰ ਆਲਰੇਡੀ ਉਸ ਦਿਨ ਵੀ ਪੁੱਛਿਆ ਸੀ, ਜਿਵੇਂ ਤੁਹਾਨੂੰ ਸੈਸ਼ਨਸ ਚਾਹੀਦੇ ਨੇ ਉਵੇਂ ਦੇ ਸੈਸ਼ਨਸ ਮਿਲ ਜਾਣਗੇ। ਸੋ ਥੈਂਕ ਯੂ ਫॉर ਟੁਡੇ। ਪਰ ਸਾਰਿਆਂ ਨੇ ਕਲਾਸਿਸ ਲਗਾਉਣੀਆਂ ਜ਼ਰੂਰ ਨੇ, ਠੀਕ ਹੈ। ਦੈਟਸ ਇਟ।